ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰਾਂ ਵਿੱਚ ਅੱਜ ਅੰਕ ਨੰਬਰ 1056 ਤੋਂ ਅੱਗੇ ਪਾਠ ਕਰਨਾ ਹੈ। 1056 ਨੰਬਰ ਅੰਕ ਤੋਂ ਮਾਰੂ ਰਾਗ ਵਿੱਚ ਮਹਿਲਾ ਤੀਜਾ ਦੇ ਉਚਾਰਨ ਕੀਤੇ ਹੋਏ ਸੋਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 12ਵੇਂ ਸੋਲੇ ਦੇ 11 ਪਦਿਆਂ ਤੱਕ ਦੇ ਪਾਠ ਕੱਲ ਹੋਏ ਸਨ ਤੇ ਅੱਜ ਅੱਗੋਂ ਪਾਠ ਕਰਨਾ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕरें गुर शब्द सुहाए, साची बाणी अनदिन गावे, निर्धन का नाम विसाहा है। से भगत सच्चे तेरे मन पाए, दर कीर्तन करें गुर शब्द सुहाए, साची बाणी अनदिन गावे, निर्धन का नाम विसाहा है। से भगत सच्चे तेरे मन पाए, से भगत भले जन नानक जी, जो पावे मेरे हर भगवंता, जो पावे मेरे हर भगवंता। से भगत सच्चे, सच्चे तो की पावे अडोल आत्मक जीवन वाले। से भगत सच्चे अडोल आत्मक जीवन वाले। साडे मन ते माया ਦਾ ਪ੍ਰਭਾਵ ਪਾਉਂਦਾ ਹੈ, ਅਸੀਂ ਬਹੁਤ ਜਲਦੀ ਡਾਵਾਂਡੋਲ ਹੋ ਜਾਂਦੇ ਹਾਂ। ਪਰ ਗੁਰੂ ਸਾਹਿਬ ਕਹਿ ਰਹੇ ਹਨ ਜਿਹੜੇ ਉਹ ਭਗਤ ਸੱਚੇ ਹਨ, ਉਹ ਭਗਤ ਅਡੋਲ ਆਤਮਕ ਜੀਵਨ ਵਾਲੇ ਹਨ। ਕਿਹੜੇ ਭਗਤ? ਤੇਰੇ ਮਨ ਪਾਏ, ਜਿਹੜੇ ਤੇਰੇ ਮਨ ਨੂੰ ਪਾ ਜਾਂਦੇ ਹਨ। ਔਰ ਜਿਹੜੇ ਅਡੋਲ ਆਤਮਕ ਜੀਵਨ ਵਾਲੇ ਭਗਤ ਬਣ ਜਾਂਦੇ ਹਨ, ਉਹ ਤੇਰੇ ਮਨ ਨੂੰ ਪਾਉਂਦੇ ਹਨ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਆਏ। ਤੇਰੇ ਦਰ ਤੇ ਜੁੜ ਕੇ ਕੀਰਤਨ ਕਰਦੇ ਹਨ। ਦਰ ਕੀਰਤਨ ਕਰੇ, ਦਰ ਤੇ ਦਰ ਦੇ ਰਾਰੇ ਨੂੰ ਸਿਆਰੀ ਹੈ। ਹੁਣ ਕੀਰਤਨ ਅੱਖਰ ਵੀ ਜਿਹੜਾ ਨਾ ਬਹੁਤ ਹੀ ਖੂਬਸੂਰਤ ਅੱਖਰ ਹੈ। ਕੀਰਤਨ ਕੇਵਲ ਜ਼ਬਾਨੀ ਕੀਰਤਨ ਨਹੀਂ, ਗੁਰੂ ਦੇ ਸ਼ਬਦ ਦਾ ਪਾਠ ਕੇਵਲ ਜ਼ਬਾਨੀ ਨਹੀਂ, ਸੁਰਤ ਨੂੰ ਉਸ ਪਰਮਾਤਮਾ ਤੇ ਦਰ ਤੇ ਟਿਕਾ ਕੇ ਪਾਓ ਸ਼ਬਦ ਦੇ ਗਿਆਨ ਦੇ ਚਾਨਣ ਵਿਚਕਾਰ ਵਿਹਾਰ ਕਰਦੇ ਹਨ। ਇਹ ਕੀਰਤਨ ਅਸੀਂ ਸ਼ਬਦ ਦੇ ਰਾਹੀਂ ਜ਼ਬਾਨੀ ਕਰਦੇ ਹਾਂ। ਹੁਣ ਅਕਸਰ ਤੱਕੀਏ, ਅਕਸਰ ਜ਼ਬਾਨ ਸਾਡੀ ਸੱਚ ਬੋਲ ਰਹੀ ਹੁੰਦੀ ਹੈ, ਸਾਡੇ ਕਰਮ ਸੱਚ ਨਹੀਂ ਬੋਲ ਰਹੇ ਹੁੰਦੇ, ਸਾਡੇ ਕਰਮ ਝੂਠ ਬੋਲ ਰਹੇ ਹੁੰਦੇ ਨੇ। ਜ਼ਬਾਨ ਸੱਚ ਬੋਲ ਰਹੀ ਹੁੰਦੀ ਹੈ, ਸੱਚ ਹੈ, ਸੱਚ ਹੈ, ਸੱਚ ਬੋਲਣਾ ਚਾਹੀਦਾ ਹੈ। ਜ਼ਬਾਨ ਸਾਡੀ ਜਪਜੀ ਕਰ ਰਹੀ ਹੁੰਦੀ ਹੈ, ਸਾਡਾ ਕਰਮ ਜਿਹੜੇ ਹਨ ਜਪਜੀ ਨਹੀਂ ਕਰ ਰਹੇ ਹੁੰਦੇ। ਤੇ ਜ਼ਬਾਨੀ ਵੀ ਕੀਰਤਨ ਕਰਨਾ, ਹੋਰ ਕਰਮਾਂ ਦੇ ਰਾਹੀਂ ਵੀ ਕੀਰਤਨ ਕਰਨਾ। ਤੇ ਗੁਰੂ ਸਾਹਿਬ ਕਹਿ ਰਹੇ ਹਨ ਦਰ ਕੀਰਤਨ ਕਰੇ, ਤੇਰੇ ਦਰ ਤੇ ਜੁੜੇ ਹੋਏ ਪਾਓ। ਸੁਰਤ ਤੇਰੇ ਦਰ ਨਾਲ ਜੁੜੀ ਹੈ। ਗਿਆਨ ਦੇ ਚਾਨਣ ਦੇ ਅੰਦਰ, ਸ਼ਬਦ ਦੀ ਰੋਸ਼ਨੀ ਦੇ ਵਿੱਚ ਕੀਰਤਨ ਕਰਦੇ ਹਨ, ਜ਼ਬਾਨੀ ਵੀ, ਮਨ ਦੇ ਵਿੱਚ ਵੀ, ਤਨ ਨਾਲ ਵੀ, ਮਨ ਨਾਲ ਵੀ ਤੇ ਕਰਮਾਂ ਦੇ ਨਾਲ ਵੀ। ਮਨ ਬਚ ਕਰਮ ਦੇ ਰਾਹੀਂ ਤੇਰੇ ਕੀਰਤਨ ਕਰਦੇ ਹਨ। ਗੁਰ ਸ਼ਬਦ ਸੁਹਾਏ, ਸ਼ਬਦ ਦੇ ਦੱਦੇ ਨੂੰ ਫਿਰ ਸਿਆਰੀਏ, ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਸੁਹਾਏ, ਸੋਹਣੇ ਜੀਵਨ ਵਾਲੇ ਬਣ ਗਏ। ਸੁਹਾਏ ਤੋਂ ਕੀ ਭਾਵੇਂ? ਜੀਵਨ ਸੋਹਣਾ ਬਣ ਗਿਆ, ਖੂਬਸੂਰਤ ਹੋ ਗਏ, ਉਹਨਾਂ ਦੇ ਅੰਦਰੋਂ ਸ਼ੁਭ ਗੁਣ ਪ੍ਰਗਟ ਹੋ ਗਏ। ਗੁਰ ਸ਼ਬਦ ਸੁਹਾਏ, ਸਾਚੀ ਬਾਣੀ ਅਨਦਿਨ ਗਾਵੇ। ਕਹਿੰਦੇ ਫਿਰ ਸਦਾ ਥਿਰ ਅਟਲ ਬਾਣੀ ਅਨਦਿਨ ਹਰ ਰੋਜ਼ ਗਾਵੇ, ਗਾਉਂਦੇ ਹਨ। ਨਿਰਧਨ ਕਾ ਨਾਮ ਵਿਸਾਹਾ ਹੈ। ਵਿਸਾਹਤ ਪਾਵੇ, ਆਸਰਾ ਕਹਿ ਲਈਏ, ਪੂੰਜੀ ਕਹਿ ਲਈਏ ਕਿ ਨਿਰਧਨ ਲਈ ਤੇਰਾ ਨਾਮ ਹੀ ਪੂੰਜੀ ਹੈ। ਹੁਣ ਨਿਰਧਨ ਅੱਖਰ ਵੀ ਨਾ ਬੜਾ ਖੂਬਸੂਰਤ ਅੱਖਰ ਹੈ। ਨਿਰਧਨ, ਅਸੀਂ ਅਮੂਮਨ ਨਿਰਧਨ ਉਹਨਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਕੋਲ ਸੰਸਾਰੀ ਤੌਰ ਤੇ ਪੂੰਜੀ ਨਾ ਹੋਏ, ਗਰੀਬ ਹੈ ਆਦਮੀ, ਗਰੀਬ ਹੈ। ਨਿਰਧਨ ਕੋ ਨਾਮ ਵਿਸਾਹਾ ਹੈ, ਨਿਰਧਨ ਕਾ ਨਾਮ ਵਿਸਾਹਾ ਹੈ। ਜਿਹਦੇ ਕੋਲ ਧਨ ਨਹੀਂ ਹੈ, ਉਹਦੇ ਕੋਲ ਉਹਨੂੰ ਤੇਰਾ ਨਾਮ ਹੀ ਉਹਦੇ ਲਈ ਧਨ ਹੈ, ਆਸਰਾ ਹੈ। ਗੁਰੂ ਸਾਹਿਬ ਕੀ ਸਮਝਾਣਾ ਕਰ ਰਹੇ ਨੇ ਇਸ ਪੰਕਤੀ ਦੇ ਰਾਹੀਂ? ਇੱਥੇ ਕੀ ਸਮਝਾਣਾ ਕਰ ਰਹੇ ਨੇ? ਇੱਕ ਤੇ ਉਹ ਨਿਰਧਨ ਹੈ ਜਿਹਦੇ ਕੋਲ ਧਨ ਨਹੀਂ ਹੈ, ਇੱਕ ਧਨ ਵਾਲਾ ਵੀ ਨਿਰਧਨ ਹੈ ਜਿਹਦੇ ਕੋਲ ਧਨ ਤੇ ਬਹੁਤ ਹੈ
ਇੱਕ ਉਹ ਵੀ ਨਿਰਧਨ ਹੈ, ਪਰ ਉਹ ਨਿਰਧਨ ਕਿਸ ਤਰ੍ਹਾਂ? ਉਹਦੇ ਕੋਲ ਤੇ ਧਨ ਬਹੁਤ ਹੈ, ਉਹਦੇ ਕੋਲ ਤੇ ਧਨ ਦੇ ਕੋਈ ਘਾਟ ਨਹੀਂ। ਪਰ ਗੁਰੂ ਦੇ ਕੋਲੋਂ ਪੁੱਛੀਏ ਨਾ, ਤੇ ਗੁਰੂ ਸਾਹਿਬ ਕਹਿ ਰਹੇ ਨੇ ਜੇ ਅੰਦਰ ਤ੍ਰਿਸ਼ਨਾ ਦੀ ਅੱਗ ਬੈਠੀ ਹੈ ਨਾ, ਤੇ ਤੂੰ ਵੀ ਨਿਰਧਨ ਹੀ ਹੈ, ਕਿਉਂਕਿ ਤੇਰੀ ਭੁੱਖ ਮਿਟਣੀ ਨਹੀਂ, ਭੁੱਖਿਆ ਭੁੱਖ ਨਾ ਉਤਰੇ। ਜੇ ਬੰਨਾ ਪੂਰੀਆਂ ਭਾਰ, ਜਿੰਨੀ ਮਰਜ਼ੀ ਧਨ ਦੌਲਤ ਇਕੱਠੀ ਕਰ ਲੈ, ਤੈਨੂੰ ਸ਼ਾਂਤੀ ਨਹੀਂ ਆਣੀ ਜਦੋਂ ਤੱਕ ਤੈਨੂੰ ਨਾਮ ਦਾ ਆਸਰਾ ਨਾ ਮਿਲ ਜਾਏ। ਤੇ ਇੱਕ ਉਹ ਨਿਰਧਨ ਹੈ ਜਿਹਦੇ ਕੋਲ ਧਨ ਨਹੀਂ ਹੈ, ਇੱਕ ਉਹ ਨਿਰਧਨ ਹੈ ਜਿਹੜਾ ਧਨ ਵਾਲਾ ਨਿਰਧਨ ਹੈ। ਭਾਵੇਂ ਦੁਨਿਆਵੀ ਤੌਰ ਤੇ ਧਨ ਦੌਲਤ ਹੋਵੇ ਜਾਂ ਨਾ ਹੋਵੇ, ਮਨ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਨਾਮ ਦੇ ਰਾਹੀਂ ਹੀ ਬੁਝਣੀ ਹੈ। ਮਨ ਸ਼ਾਂਤੀ ਵਿੱਚ ਨਾਮ ਦੇ ਰਾਹੀਂ ਮਨ ਨੂੰ ਸ਼ਾਂਤੀ ਨਾਮ ਦੇ ਰਾਹੀਂ ਪ੍ਰਾਪਤ ਹੋਣੀ ਹੈ। ਨਾਮ ਨੇ ਹੀ ਸ਼ਾਂਤੀ ਪ੍ਰਦਾਨ ਕਰਨੀ ਹੈ। ਹੋਰ ਜੇਕਰ ਨਾਮ ਦੀ ਠੰਡਕ ਨਹੀਂ ਹੈ, ਜੇਕਰ ਨਾਮ ਦਾ ਆਸਰਾ ਨਹੀਂ ਹੈ, ਜੇਕਰ ਹਿਰਦੇ ਵਿੱਚ ਨਾਮ ਨਹੀਂ ਵਸਿਆ, ਤੇ ਭਾਵੇਂ ਤੇਰੇ ਕੋਲ ਧਨ ਦੌਲਤ ਦੇ ਅੰਬਾਰ ਹਨ, ਭਾਵੇਂ ਤੂੰ ਧਨ ਦੌਲਤ ਤੇਰੇ ਕੋਲ ਨਹੀਂ ਹੈ, ਤੂੰ ਨਿਰਧਨ ਹੀ ਹੈ। ਤੇ ਨਾਮ ਹੀ ਤੇਰੇ ਲਈ ਨਿਰਧਨ, ਨਾਮ ਹੀ ਤੇਰੇ ਲਈ ਆਸਰਾ ਹੈ। ਹਰ ਇੱਕ ਲਈ ਨਾਮ ਹੀ ਆਸਰਾ ਹੈ। ਇੱਕ ਪੱਖ ਨਿਰਧਨ ਦਾ ਅਸੀਂ ਹੋਰ ਨਾਲ ਸਾਂਝ ਲੈ ਕੇ ਚੱਲੀਏ। ਦੁਨਿਆਵੀ ਪੱਖ ਤੇ ਅਸੀਂ ਦੇਖ ਲਿਆ, ਜਿਹਨੂੰ ਦੌਲਤ ਅਸੀਂ ਕਹਿੰਦੇ ਆ, ਦੁਨਿਆਵੀ ਪੱਖ ਤੇ ਅਸੀਂ ਸਾਂਝ ਪਾ ਲਈ। ਇੱਕ ਅੱਖਰ ਅਸੀਂ ਹੋਰ ਆਮ ਭਾਸ਼ਾ ਵਿੱਚ ਅਸੀਂ ਬੜਾ ਇਸਤੇਮਾਲ ਕਰਦੇ ਹਾਂ, ਜਿਹੜੀ ਅਸੀਂ ਆਮ ਸੁਣੀ ਹੋਣੀ ਹੈ, ਸਾਰਿਆਂ ਨੇ ਸੁਣੀ ਹੋਣੀ ਹੈ, ਕਿਉਂਕਿ ਇੰਗਲਿਸ਼ ਭਾਸ਼ਾ ਦਾ ਬਹੁਤ ਸਾਡਾ ਪ੍ਰਚਲਨ ਹੈ। ਜੋ ਇੰਗਲਿਸ਼ ਪੜ੍ਹਨਾ ਜਾਣਦਾ, ਬੋਲਣਾ ਜਾਣਦਾ, ਉਹ ਬੜਾ ਆਪਣੇ ਆਪ ਤੇ ਮਾਣ ਵੀ ਕਰਦਾ, ਗਰੂਰ ਵੀ ਕਰਦਾ। ਤੇ ਜਿਹਨੂੰ ਇੰਗਲਿਸ਼ ਭਾਸ਼ਾ ਬੋਲਣੀ ਨਾ ਹੋਏ, ਤੇ ਇੱਕ ਅੱਖਰ ਅਸੀਂ ਇਸਤੇਮਾਲ ਬੜੇ ਆਮ ਸੁਣਿਆ ਹੋਣਾ ਕਿ ਇੰਗਲਿਸ਼ ਵੱਲੋਂ ਮੇਰਾ ਹੱਥ ਟਾਈਟ ਹੈ। ਜੇ ਭਾਵ ਕੀ ਹੋਇਆ, ਮੈਨੂੰ ਇੰਗਲਿਸ਼ ਭਾਸ਼ਾ ਵੱਲੋਂ ਮੈਨੂੰ ਗਰੀਬੀ ਹੈ, ਤੇ ਗਰੀਬੀ ਭਾਸ਼ਾ ਲਈ ਅਸੀਂ ਇਸਤੇਮਾਲ ਕਰਦੇ ਹਾਂ। ਤੇ ਸਾਡੇ ਕੋਲ ਜਿਹੜਾ ਗੁਣ ਨਾ ਹੋਏ, ਉਸ ਪਾਸੋਂ ਵੀ ਅਸੀਂ ਇਹ ਇਸਤੇਮਾਲ ਕਰ ਸਕਦੇ ਹਾਂ ਕਿ ਉਸ ਪੱਖ ਤੋਂ ਸਾਡਾ ਹੱਥ ਟਾਈਟ ਹੈ, ਸਾਨੂੰ ਗਰੀਬੀ ਹੈ। ਨਿਰਧਨ ਤੋਂ ਭਾਵ ਗਰੀਬੀ, ਜਿਹਦੇ ਕੋਲ ਸੱਤ ਨਹੀਂ ਹੈ, ਸੱਤ ਵਾਲੇ ਪਾਸੋਂ ਹੱਥ ਟਾਈਟ ਹੈ, ਗਰੀਬ ਹੈ। ਜਿਹਦੇ ਕੋਲ ਸੰਤੋਖ ਨਹੀਂ ਹੈ, ਜਿਹਦੇ ਹਿਰਦੇ ਵਿੱਚ ਦਇਆ ਧਰਮ ਧੀਰਜ ਨਹੀਂ ਹੈ, ਗਰੀਬ ਹੈ। ਤੇ ਗੁਰੂ ਸਾਹਿਬ ਕਹਿੰਦੇ ਨਿਰਧਨ ਕੋ ਨਿਰਧਨ ਕਾ ਨਾਮ ਵਿਸਾਹਾ ਹੈ। ਤੂੰ ਜਿਹੜੇ ਪੱਖ ਤੋਂ ਵੀ ਤੂੰ ਨਿਰਧਨ ਹੈ, ਤੇ ਨਾਮ ਨਹੀਂ ਤੈਨੂੰ ਸੱਤ ਦੇਣਾ, ਨਾਮ ਨਹੀਂ ਤੈਨੂੰ ਸੰਤੋਖ ਦੇਣਾ, ਨਾਮ ਨਹੀਂ ਦਇਆ ਧਰਮ ਧੀਰਜ ਦੇਣਾ। ਤੇ ਜਦੋਂ ਤੱਕ ਤੇਰੇ ਕੋਲ ਸੱਤ ਸੰਤੋਖ ਦਇਆ ਧਰਮ ਧੀਰਜ ਨਹੀਂ ਆਣਗੇ, ਤਾਂ ਤੱਕ ਨਿਰਧਨ ਹੀ ਹੈ। ਤੇ ਨਿਰਧਨ ਕਾ ਨਾਮ ਵਿਸਾਹਾ ਹੈ। ਤੇ ਆ ਪੂੰਜੀ ਜਿਹੜੀ ਹੈ, ਅਸਲ ਪੂੰਜੀ ਨਾਮ ਹੀ ਹੈ। ਤੇ ਨਾਮ ਦੇ ਨਾਲ ਗੁਰੂ ਸਾਹਿਬ ਸਾਨੂੰ ਜੋੜ ਕੇ ਉਹ ਅਮੀਰੀ ਦੇ ਰਹੇ ਹਨ, ਉਹ ਪੱਖ ਦੇ ਰਹੇ ਹਨ ਜਿਸ ਤੋਂ ਅਸੀਂ ਅਕਸਰ ਵਾਂਝੇ ਰਹਿ ਜਾਂਦੇ ਹਾਂ। ਜੀ ਹਰਵਿੰਦਰ ਵੀਰ ਜੀ। ਅਸੀਂ ਨਾਰਮਲੀ ਕਈ ਵਾਰ ਗੱਲ ਕਰਨੇ ਆ ਨਾ ਵੀ ਧਰਮ ਦੀ ਦੁਨੀਆ ਦੇ ਪਿੱਛੇ ਧਾਰਮਿਕ ਜਿਤਨੀਆਂ ਵੀ ਕਿਰਿਆਵਾਂ ਨੇ ਬੰਦੇ ਦੇ ਵਿੱਚ, ਜੋ ਵੀ ਬੰਦਾ ਧਾਰਮਿਕ ਕਿਰਿਆਵਾਂ ਕਰਦਾ ਪਿਆ, ਭਾਵੇਂ ਜਿਸ ਮਰਜ਼ੀ ਫੇਥ ਨੂੰ ਬਿਲੋਂਗ ਕਰਦਾ ਹੈ, ਮਨ ਦੇ ਪਿੱਛੇ ਸੋਚ ਇੱਕੋ ਹੁੰਦੀ ਕਿ ਰੱਬ ਨੂੰ ਕਿਵੇਂ ਖੁਸ਼ ਕੀਤਾ ਜਾਏ। ਇੱਥੇ ਜਿਹੜਾ ਕਹਿੰਦੇ ਵੀ ਸੇ ਭਗਤ ਸੱਚੇ ਤੇਰੇ ਮਨ ਭਾਵੇਂ, ਆ ਇੱਕ ਹੋਰ ਸ਼ਬਦ ਆਉਂਦਾ ਹੈ, ਕਹਿੰਦਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੇ। ਅਸੀਂ ਉਹਨੇ ਤੀਰਥ ਨਹਾਵਾਂ ਜੇ ਤਿਸ ਭਾਵਾ। ਮੈਂ ਤੀਰਥਾਂ ਦੇ ਕਿਉਂ ਨਾ ਇਸ਼ਨਾਨ ਕਰਦਾ? ਜੇ ਮੇਰੇ ਰੱਬ ਨੂੰ ਮੇਰਾ ਤੀਰਥਾਂ ਤੇ ਇਸ਼ਨਾਨ ਕਰਨਾ ਚੰਗਾ ਲੱਗਦਾ ਹੈ, ਤੇ ਮੈਂ ਕਿਉਂ ਨਾ ਕਰਾਂ। ਔਰ ਜੇ ਨਹੀਂ ਚੰਗਾ ਲੱਗਦਾ, ਤੇ ਮੈਂ ਉੱਥੇ ਜਾ ਕੇ ਕੀ ਕਰਨਾ? ਤੇ ਇੱਥੇ ਗੁਰੂ ਕਹਿੰਦੇ ਵੀ ਉਹ ਭਗਤ, ਕਿਉਂਕਿ ਧਾਰਮਿਕ ਕਿਰਿਆ ਅਸੀਂ ਜੋ ਮਰਜ਼ੀ ਕਰਨੇ ਪਿਆ ਨਾ, ਬੰਦਾ ਸਵੇਰੇ ਉੱਠਦਾ ਪਿਆ, ਨੰਗੇ ਪੈਰੀ ਜਾਂਦਾ ਪਿਆ, ਉਹ ਭਾਵੇਂ ਉਹ ਗੁਰਮਤਿ ਦਾ ਹੈ ਜਾਂ ਨਹੀਂ ਹੈ ਮਾਰਗ, ਵੀ ਆ ਜਿਹੜਾ ਸਾਰਾ ਜਿਹੜਾ ਸੀ ਵਿਚਕਾਰ ਉਹ ਦੋ ਪੌੜੀਆਂ ਜਿਹੜੀ ਅਸੰਖ ਜਪ ਔਰ ਅਸੰਖ ਮੂਰਖ ਵਾਲੀਆਂ। ਜਿਹੜੀ ਪਹਿਲੀ ਪੌੜੀ ਹੈ ਨਾ, ਉਹ ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਤਾਓ। ਹੁਣ ਤਪ ਤਾਓ ਗੁਰਮਤਿ ਦਾ ਸਿਧਾਂਤ ਨਹੀਂ ਹੈ, ਲੇਕਿਨ ਸਾਰੀ ਲਿਸਟ ਕਿਹਨਾਂ ਬੰਦਿਆਂ ਦੀ ਹੈ ਜੋ ਆਪਣੇ ਵੱਲੋਂ ਤੇ ਧਰਮ ਦੇ ਰਸਤੇ ਉੱਤੇ ਹੀ ਟੁਰੇ ਹੋਏ ਨੇ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਤੂਰ ਮੂੰਹ ਪਕਸਾਰ, ਅਸੰਖ ਮੋਨ। ਹੁਣ ਮੋਨ ਰਹਿਣਾ ਗੁਰਮਤਿ ਦਾ ਸਿਧਾਂਤ ਨਹੀਂ ਹੈ, ਬਹੁਤ ਸਾਰੀ, ਲੇਕਿਨ ਲਿਸਟ ਕਿਹਨਾਂ ਦੀ ਹੈ? ਉਹ ਉਹਨਾਂ ਬੰਦਿਆਂ ਦੀ ਲਿਸਟ ਹੈ ਜੋ ਆਪਣੇ ਵੱਲੋਂ ਤੇ ਭਗਤੀ ਦੇ ਰਸਤੇ ਉੱਤੇ ਟੁਰੇ ਹੋਏ ਨੇ। ਸੈਕਿੰਡ ਜਿਹੜੀ ਪੌੜੀ ਆਉਂਦੀ ਹੈ ਨਾ, ਉਹ ਨਲਾਇਕਾਂ ਦੀ, ਵੀ ਉਹ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ।
ਅਮਰ ਕਰ ਜਾਏ ਭਾਵੇਂ ਆਪਣਾ ਆਪਣਾ ਰਾਜ ਚਲਾਉਂਦੇ ਨੇ, ਅਮਰ ਕਰ ਜਾਏ ਜੋਰ, असंग गलवट हत्या कमाए, असंग पापी पाप कर जाए, असंग कूड़ेयार कूड़े फिराए, असंग मलेच मल पग खाए। लेकिन गुरु देखो गुरु ने दोनों लिस्टां वखरियां वखरियां कीतियां। उधर ਜਿਹੜਾ ਜਿਹੜੇ ਮਾੜੇ ਵਾਲੇ ਨੂੰ ਲਾਸਟ ਤੱਕ ਕਹਿੰਦੇ ਨਾਨਕ ਨੀਚ ਕਹੇ ਵਿਚਾਰ, ਇਹ ਤੇ ਸਾਰੀ ਜਿਹੜੀ ਮੈਂ ਲਿਸਟ ਪੜ੍ਹੀ ਹੈ ਨਾ, ਇਹ ਸਾਰੀ ਨੀਚ ਇੱਕ ਉਹ ਨੇ ਵੀ ਦੇਖੋ ਨਾ, ਅੱਜ ਜੋ ਅਸੀਂ ਕਹਿੰਦੇ ਇੱਕ ਉਹ ਇੰਗਲਿਸ਼ ਪ੍ਰੋਵਰਬ ਜਾਂਦਾ ਕਹਿੰਦਾ ਇਵਨ ਗਿਵ ਦ ਡੇਵਲ ਇਜ਼ ਡਿਊ। ਬੰਦਾ ਕੋਈ ਮਾੜਾ ਹੈ ਠੀਕ ਹੈ ਚੰਗਾ, ਲੇਕਿਨ ਜੇ ਕੋਈ ਚੰਗਾ ਕੰਮ ਕੀਤਾ ਨਾ, ਉਹਨੇ ਜਿਤਨਾ ਚੰਗਾ ਕੀਤਾ ਨਾ, ਉਹਦੇ ਵਾਸਤੇ ਉਹਦਾ ਜਿਹੜਾ ਬਣਦਾ ਉਹਦਾ ਜੋ ਉਹ ਕਹਿ ਲਓ ਨਾ, ਅਸੀਂ ਚਲੋ ਕਿਸੇ ਬੰਦੇ ਨਾਲ ਸਾਡੀ ਇੱਕ ਵਿਚਾਰਧਾਰਾ ਨਹੀਂ ਮਿਲਦੀ ਜੇ ਉਹਨੇ, ਲੇਕਿਨ ਉਹਨੇ ਕੋਈ ਨਿਰੋਲ, ਹਰ ਇੱਕ ਬੰਦਾ ਕੋਈ ਪੂਰਾ ਮਾੜਾ ਨਹੀਂ ਹੁੰਦਾ, ਹਰ ਬੰਦਾ ਕੋਈ ਪੂਰਾ ਚੰਗਾ ਨਹੀਂ ਹੁੰਦਾ, ਤੇ ਜੇ ਉਹਨੇ ਕੋਈ ਚੰਗਾ ਕੰਮ ਕੀਤਾ ਨਾ, ਉਹਨੂੰ ਉਹਦਾ ਬਣਦਾ ਮਾਨ ਸਤਿਕਾਰ ਉਹਦੇ ਪ੍ਰਤੀ ਜਿਹੜਾ ਨਾ ਉਹ ਰੱਖਣਾ ਚਾਹੀਦਾ। ਤੇ ਗੁਰੂ ਜਦੋਂ ਦੋਨੋਂ ਲਿਸਟਾਂ ਬਣਾਉਂਦਾ ਪਿਆ ਨਾ, ਅਸੰਖ ਜਪ ਅਸੰਖ ਪਾਓ, ਪਹਿਲੀ ਲਿਸਟ ਵਿੱਚ ਐਸਾ ਜਪ ਤਪ ਜੇ ਉਹ ਗੁਰਮਤਿ ਦਾ ਸਿਧਾਂਤ ਨਹੀਂ ਹੈ, ਮੌਨ ਰਹਿਣਾ ਨਹੀਂ ਹੈ, ਤਪ ਤਾਓ ਨਹੀਂ ਹੈ, ਲੇਕਿਨ ਘੱਟੋ ਘੱਟ ਉਹ ਚੱਲੇ, ਉਹਨਾਂ ਦੀ ਮਨ ਦੀ ਸੋਚ ਕੀ ਸੀ, ਉਹ ਚੱਲੇ ਤੇ ਰੱਬ ਨੂੰ ਮਿਲਣ ਨੂੰ ਸਨ, ਚਾਲੇ ਤੇ ਹਰ ਮਿਲਣ ਕੋ। ਲੇਕਿਨ ਉਹ ਇੱਥੇ ਜਿਹੜਾ ਗੁਰੂ ਨੇ ਵੀ ਉਹ ਭਗਤ, ਦੇਖੋ ਅਸੀਂ ਲਾਸਟ ਟਾਈਮ ਵਿੱਚ ਵੀ ਅੱਛਾ ਭਗਤ ਬੋਲ ਦੋ ਕਿਸਮ ਦੇ ਹੁੰਦੇ ਰਹਾਂਗੇ, ਸੇ ਭਗਤ ਭਲੇ ਸੇ ਭਗਤ ਸੱਚੇ, ਬੋਲ ਕੋਈ ਝੂਠੇ ਭਗਤ ਵੀ ਹਨ। ਜੈਸੇ ਨਾ ਜਿਸ ਜਦੋਂ ਗੁਰੂ ਦੀ ਵੀ ਗੱਲ ਕਰਦਾ ਮੈਨੂੰ ਵੀ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਵੀ ਗੁਰੂ ਵੀ ਦੋ ਕਿਸਮ ਦੇ ਨੇ, ਜਾਂ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਠਾਓ, ਵੀ ਉਹ ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਵੀ ਦੋ ਕਿਸਮ ਦੇ ਨੇ, ਭਗਤ ਵੀ ਦੋ ਕਿਸਮ ਦੇ ਹੋ ਸਕਦੇ ਵੀ ਨਾ। ਇੱਕ ਉਹ ਕਹਿੰਦਾ ਮਨਮੁਖ ਭਗਤ ਕਰੇ, ਉਹ ਆਪਣੇ ਮਨ ਦੇ ਹਿਸਾਬ ਤੇ ਨਾ ਉਹ ਭਗਤੀ ਕਰੀ ਜਾਂਦਾ ਪਿਆ, ਕਹਿੰਦਾ ਵੀ ਸਤਿਗੁਰੂ ਪੁੱਛ ਨਾ ਮਾਰਗ ਚਾਲੀ, ਉਹ ਗੁਰੂ ਨੂੰ ਪੁੱਛਦਾ ਨਹੀਂ ਪਿਆ, ਜੀਵਨ ਦੇ ਰਸਤੇ ਦੇ ਉੱਤੇ ਉਹ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਔਖੇ ਕੰਮ ਕਰਦਾ ਪਿਆ, ਉਹਦਾ ਸਮਾਂ ਸਰਮਾਇਆ ਐਨਰਜੀ ਸ਼ਾਇਦ ਸਾਡੇ ਨਾਲੋਂ ਜਿਹੜਾ ਤੀਰਥਾਂ ਤੇ ਜਾ ਕੇ ਨਹਾ ਰਿਹਾ ਹੈ, ਜਿਹੜਾ ਮਨ ਕਾਮਨਾ ਕੀਰਤ ਜਾਏ ਬਸ ਸਿਰ ਕਰਵਤ ਧਰ ਆਏ। ਤੇ ਗੁਰੂ ਕਹਿੰਦਾ ਪਿਆ ਤੇ ਕਹਿੰਦੇ ਨੇ ਸੇ ਭਗਤ ਸੱਚੇ ਤੇਰੇ ਮਨ ਭਾਏ, ਉਹ ਹੀ ਭਗਤ ਚੰਗੇ ਨੇ ਜਿਨ੍ਹਾਂ ਨੂੰ ਜੋ ਜਿਨ੍ਹਾਂ ਨੂੰ ਤੂੰ ਪਸੰਦ ਕਰ ਲਵੇ। ਤੇ ਸਾਡਾ ਗੁਰੂ ਕੋਲ ਜਾਣ ਦਾ ਮਕਸਦ ਹੀ ਹੈ ਵੇ, ਉਹ ਕਹਿੰਦਾ ਜਬ ਲਗ ਹੁਕਮ ਨਾ ਪੁੱਛਦਾ ਤਬ ਹੀ ਲੋ ਦੁਖੀਆ। ਗੁਰੂ ਨੇ ਸਾਨੂੰ ਕਹਿੰਦੇ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਮ, ਸਤਿਗੁਰੂ ਹੈ ਹੀ ਉਹ ਜੋ ਸਤਿਪੁਰਖ ਨੂੰ ਚੰਗੀ ਤਰ੍ਹਾਂ ਜਾਣਦਾ, ਤੇ ਉਹ ਸਾਨੂੰ ਉਹ ਸਭ ਗੱਲਾਂ ਦੇ ਨਾਲ ਸਾਡੀ ਸਾਂਝ ਪਾਉਂਦਾ ਕਿ ਦੇਖੋ ਵੀ ਉਸ ਰੱਬ ਨੂੰ ਆਪਣਾ ਸਮਾਂ ਸਮਾਇਆ। ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀਆ ਪੂਜਾ ਸਭ ਸੰਸਾਰ, ਵੱਡੀ ਗਿਣਤੀ ਕਹਿੰਦੇ ਜੈ ਮਾਰਗ ਪੰਡਤ ਗਏ, ਕਹਿੰਦੇ ਪਾਛੇ ਪਈ ਬਹੀਰ, ਵੱਡੀ ਲਾਈਨ ਲਾ ਕੇ ਪੰਡਤਾਂ ਦੇ ਪਿੱਛੇ ਤੇ ਵੱਡੀ ਦੁਨੀਆ ਚੱਲੀ ਜਾਂਦੀ ਕੀ, ਕਹਿੰਦੇ ਔਖਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਉਹ ਵੀ ਭਗਤ ਨੇ ਜੋ ਆਪਣੇ ਮਨ ਦੇ ਹਿਸਾਬ ਤੇ ਜੋ ਸਤਿਗੁਰੂ ਪੁੱਛਣਾ ਮਾਰਗ ਚੱਲੇ ਦੇ ਹਿਸਾਬ ਤੇ ਭਗਤੀ ਕਰਦੇ ਪਏ ਨੇ। ਲੇਕਿਨ ਗੁਰੂ ਕੀ ਕਹਿੰਦਾ ਪਿਆ, ਕਹਿੰਦੇ ਵੀ ਉਹ ਜਿਹੜੇ ਪ੍ਰਵਾਨ ਭਗਤ ਕਿਹੜੇ ਨੇ, ਕਹਿੰਦਾ ਵੀ ਸੇ ਭਗਤ ਸੱਚੇ ਤੇਰਾ ਮਨ ਭਾਵੇਂ, ਜੋ ਤੇਰੇ ਮਨ ਨੂੰ ਭਾ ਜਾਣਗੇ। ਉਹਨਾਂ ਦੀ ਜੀਵਨ ਸਟਾਈਲ ਕੀ ਹੋ ਜਾਂਦੀ ਹੈ, ਕਹਿੰਦਾ ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ, ਉਹ ਪਰਮਾਤਮਾ ਦੀ ਉਹ ਕਹਿੰਦਾ ਰੱਬ ਦੀ ਸਿਫਤ ਸਲਾਹ ਸਤਿਗੁਰੂ ਜੀ ਕਹਿ ਰਹੇ ਹਨ, ਬੜਾ ਸਪਸ਼ਟ ਕਹਿੰਦੇ ਨੇ ਕੋਈ ਗਾਵੇ ਰਾਗੀ ਨਾਦੀ ਬੇਦੀ ਉਹ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਗਾਰ ਹੈ ਤਿੰਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀਜੈ। ਕੀਰਤਨ ਕਰਨ ਤੋਂ ਭਾਵੇਂ ਰੱਬ ਦੀ ਕੀਰਤੀ ਕਰਨੀ। ਅਸੀਂ ਥਾਂ ਦੇ ਉੱਤੇ ਆਪਣੀ ਕੀਰਤੀ ਕਰਵਾਉਣੇ ਪਏ ਹਾਂ, ਅਸੀਂ ਥਾਂ ਦੇ ਉੱਤੇ ਹਰ ਕੰਮ ਜੋ ਅਸੀਂ ਕਰਨੇ ਪਏ ਹਾਂ। ਉਹ ਜਿਹੜਾ ਜਸਮੀਤ ਵੀਰ ਜੀ 2-3 ਦਿਨ ਪਹਿਲਾਂ ਆਏ ਸਨ, ਉਹ ਇੱਕ ਲਾਈਨ ਕੋਟ ਕਰਦੇ ਨੇ, ਜਗ ਮੇਂ ਸਭਸੇ ਬੜਾ ਹੈ ਰੋਗ ਕਿਆ ਕਹੇਂਗੇ ਮੇਰੇ ਬਾਰੇ ਲੋਕ। ਅਸੀਂ ਸਭ ਕੁਝ ਜੋ ਕਰਨੇ ਪਏ ਹਨ, ਸਾਰਿਆਂ ਦੇ ਪਿੱਛੇ ਸੋਚ ਆਈ ਕਿ ਦੁਨੀਆ ਮੈਨੂੰ ਚੰਗਾ ਕਰੇ, ਦੁਨੀਆ ਮੇਰੀ ਸਿਫਤ ਕਰੇ। ਤੇ ਇਹ ਕਹਿੰਦੇ ਮੈਂ ਨਹੀਂ, ਤੇਰਾ ਜੀਵਨ ਦਾ ਸਟਾਈਲ ਕੀ ਹੋ ਜਾਂਦਾ ਹੈ ਵੀ ਉਹਨਾਂ ਦਾ, ਕਹਿੰਦੇ ਦਰ ਕੀਰਤਨ ਕਰੇ, ਦਰ ਕਦੋਂ ਤੇਰੇ ਦਰ ਤੇ ਖਲੋਤੇ ਹੋਏ ਪਾਓ, ਤੇਰੇ ਮੰਗਤੇ ਬਣ ਕੇ, ਵੀ ਇਹ ਨਹੀਂ ਕਿਸੇ ਅਭਿਮਾਨ ਵਿੱਚ ਨਹੀਂ, ਕਿਸੇ ਹੰਕਾਰ ਵਿੱਚ ਨਹੀਂ, ਅੱਛਾ ਮੈਂ ਕੀਤਾ ਸੀ ਮੈਨੂੰ ਮੇਰੇ ਬਦਲੇ ਦਾ ਦੇ, ਨਹੀਂ, ਤੇਰੇ ਦਰ ਦਾ ਮੰਗਤਾ ਬਣ ਕੇ ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ। ਉਹ ਗੁਰੂ ਦੇ ਸ਼ਬਦ ਦੇ ਰਾਹੀਂ, ਬਾਣੀ ਦੇ ਸਿਧਾਂਤਾਂ ਦੇ ਰਾਹੀਂ ਉਹਨਾਂ ਦਾ ਜੀਵਨ ਬੜਾ ਸੁਚੱਜਾ ਜੀਵਨ ਹੋ ਜਾਂਦਾ। ਵੀ ਉਹ ਕਈ ਬੰਦੇ ਹੁੰਦੇ ਨੇ ਇੱਥੇ ਦੀ ਗੱਲ ਉੱਥੇ ਕਰਨੀ, ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਨੂੰ ਮਿਲੇ ਨਾ ਮਿਲੇ, ਦੂਜੇ ਦੇ ਨੁਕਸਾਨ ਤੋਂ ਨਾ ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨੂੰ ਤਕਲੀਫ ਦੇ ਕੇ ਸੁੱਖ ਮਿਲਦਾ ਹੈ। ਇੱਕ ਬਿਮਾਰ ਮਨ ਜਿਹੜਾ ਹੈ ਨਾ, ਇੱਕ ਅੱਛਾ ਮਨ ਗੁਰੂ ਕੋਲੋਂ ਆਇਆ ਹੋਇਆ ਜਿਹੜਾ ਵੀ ਉਹ ਸੁਚੱਜਾ ਮਨ ਕੀ ਕਹਿੰਦਾ ਹੈ, ਕਹਿੰਦਾ ਕੋਈ ਗੱਲ ਨਹੀਂ, ਮੇਰਾ ਥੋੜਾ ਜਿਹਾ ਨੁਕਸਾਨ ਹੁੰਦਾ ਹੈ ਨਾ, ਕਿ ਅਗਲੇ ਦਾ ਫਾਇਦਾ ਹੁੰਦਾ ਹੈ, ਮੈਂ ਕਰ ਦੇਣਾ ਚਾਹੀਦਾ। ਇੱਕ ਬਿਮਾਰ ਜਿਹੜਾ ਦਿਮਾਗ ਹੈ ਉਹ ਕੀ ਕਹਿੰਦਾ, ਮੇਰਾ ਭਾਵੇਂ ਮੈਂ ਪੱਲਿਓਂ ਭਾਵੇਂ 5 ਪੈਸਾ ਖਰਚਾ ਕਰਾਂ, ਲੇਕਿਨ ਮੈਂ ਫਲਾਣੇ ਬੰਦੇ ਦਾ ਰੁਪਏ ਦਾ ਨੁਕਸਾਨ ਕਰਨਾ।
मेरा भावें 50 पैसा नुकसान हो जाए अगले का, तो वो सोच के तो उत्ते कली जीवन सोना नहीं है। ਤੇ ਗੁਰੂ ਕਹਿੰਦੇ ਨੇ ਵੀ ਉਹ ਰੱਬ ਦੀ ਸਿਫਤ ਸਲਾਹ ਉਹ ਆਪਣੀ ਵਡਿਆਈ ਕਰਵਾਉਣ ਦੇ ਚੱਕਰ ਵਿੱਚ ਨਹੀਂ ਰਹਿੰਦੇ, ਔਰ ਉਹ ਉਹਨਾਂ ਦਾ ਜੀਵਨ ਜਿਹੜਾ ਨਾ ਬੜਾ ਸੁਚੱਜਾ ਹੋ ਜਾਂਦਾ ਹੈ। ਕਹਿੰਦੇ ਸੱਚੀ ਬਾਣੀ ਅਨੰਦਨ ਗਾਵੇ, ਉਹ ਕੇਵਲ ਤੇ ਕੇਵਲ ਉਸ ਪਰਮਾਤਮਾ ਦੀ ਬਾਣੀ ਗਾਣੀ। ਕਹਿੰਦਾ ਆਇਓ ਸੁਣਨ ਪੜਨ ਕੋ ਬਾਣੀ, ਤੇਰੇ ਜੀਵਨ ਦਾ ਮਨੋਰਥ ਹੀ ਐ। ਤੂੰ ਰਾਜਾ ਦਾ ਪੁੱਤਰ, ਰਾਜੇ ਨੇ ਤੈਨੂੰ ਇੱਥੇ ਭੇਜਿਆ, ਲੇਕਿਨ ਤੂੰ ਹੈ ਅਣਜਾਣ, ਉਹਨੇ ਤੈਨੂੰ ਗੁਰੂ ਕੋਲ ਭੇਜਿਆ, ਨਾਲ ਤੇਰੇ ਟੈਸਟ ਚੱਲਦੇ ਪਏ ਨੇ, ਧਰਮਰਾਜ ਕਹਿ ਲੋ, ਤੇਰੇ ਟੈਸਟਾਂ ਦਾ ਰਿਜ਼ਲਟ ਨਾਲ ਨਾਲ ਤੈਨੂੰ ਦੇਈ ਜਾਂਦਾ ਪਿਆ, ਤੂੰ ਪਾਸ ਹੋਏਗਾ ਜਾਂ ਫੇਲ ਹੋਏਗਾ। ਤੇ ਉਹ ਕਹਿੰਦਾ ਵੀ ਤੂੰ ਆਇਆ ਵੀ ਬਾਣੀ ਸਾਡਾ ਗੁਰੂ ਹੈ, ਅਸੀਂ ਗੁਰੂ ਕੋਲੋਂ ਹੀ ਸਿੱਖਣਾ ਸੀ। ਕਹਿੰਦੇ ਵੀ ਕਹਿੰਦੇ ਦਿਨ ਭਰ ਪੜ੍ਹਾਈ, ਬੱਚਿਆਂ ਦਾ ਕੰਮ ਕਿੰਨਾ, ਪੜ੍ਹਾਈ ਕਰੋ ਪੜ੍ਹਾਈ ਕਰੋ। ਕਹਿੰਦਾ ਆਇਓ ਸੁਣਨ ਪੜਨ ਕੋ ਬਾਣੀ, ਤੇਰੇ ਜੀਵਨ ਦਾ ਮਕਸਦ ਹੀ ਸੀ ਤੂੰ ਬਾਣੀ ਆ ਕੇ ਪੜਦਾ ਵਿਚਾਰਦਾ, ਆਪਣੇ ਜੀਵਨ ਨੂੰ ਉਹਦੇ ਅਨੁਕੂਲ ਬਣਾ ਲੈਂਦਾ। ਕਹਿੰਦਾ ਸੱਚੀ ਬਾਣੀ ਅੰਦਰ ਗਾਵੇ, ਨਿਰਧਨ ਕਾ ਨਾਮ ਵਿਸਾਹਾ ਹੈ। ਉਹਦਾ ਮਨ ਕਿਤੇ ਟਿਕਿਆ ਹੋਇਆ ਹੈ, ਉਹਦਾ ਮਨ ਕਹਿੰਦਾ ਮੇਰੇ ਕੋਲ ਕੁਝ ਹੈ ਨਹੀਂ। ਇੱਕ ਬੰਦਾ ਆਪਣਾ ਮਾਨ ਨਾਲ, ਜਦੋਂ ਮੈਂ ਇਤਨਾ ਕੀਤਾ, ਮੈਂ ਜੀ ਸਵੇਰੇ ਉੱਠਣਾ ਤੇ ਮੈਨੂੰ ਇਤਨਾ ਕੁਝ ਹੋਣਾ ਚਾਹੀਦਾ, ਮੈਂ ਜੀ 5 ਬਾਣੀਆਂ ਦਾ ਨਿਤਨੇਮ ਕਰਨਾ, ਮੇਰਾ ਇਹ ਹੋਣਾ ਚਾਹੀਦਾ। ਇੱਕ ਸਿੱਖ ਦਾ ਮਨ ਕਿੱਥੇ ਹੋਣਾ ਚਾਹੀਦਾ? ਕਹਿੰਦਾ ਮੈਂ ਉਹ ਹਮ ਅੰਧਲੇ ਕੀ ਟੇਕ, ਤੇਰਾ ਨਾਮ ਕੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਦਾਰਾ। ਵੀ ਉਹ ਮੇਰੇ ਚ ਕੋਈ ਮਾਨ ਨਹੀਂ, ਮੈਂ ਨਿਰਧਨ ਹਾਂ। ਵੀ ਉਹ ਅਗਰ ਕਹਿੰਦਾ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਵੀ ਮੇਰੇ ਕੋਲ ਕੁਝ ਨਹੀਂ ਹੈ। ਮੇਰੇ ਕੋਲ ਜੇ ਮੈਂ ਕਿਸੇ ਕਈ ਬੰਦੇ ਨੇ ਕਹਿੰਦੇ ਬੰਦਾ ਕੋਈ ਪੇਮੈਂਟ ਮੰਗੇ, ਅਸੀਂ ਕੋਈ ਪੈਸਾ ਮੰਗੇ ਵੀ ਮੈਂ 2 ਦਿਨਾਂ ਬਾਅਦ ਲੌਟਾ ਦਾਂਗਾ, ਨਹੀਂ ਤੇਰਾ ਵਿਸਾ ਨਹੀਂ ਖਾ ਸਕਦਾ, ਬਈ ਮੈਨੂੰ ਭਰੋਸਾ ਨਹੀਂ ਤੂੰ 2 ਦਿਨਾਂ ਬਾਅਦ ਵਾਪਸ ਦੇਗਾ ਜਾਂ ਨਹੀਂ ਦੇਗਾ, ਮੈਨੂੰ ਤੇਰਾ ਵਿਸਾ ਨਹੀਂ। ਕਹਿੰਦਾ ਵੀ ਵਿਸਾ ਜੋ ਬੰਦਾ ਉਹ ਸਟੇਟ ਆਫ ਮਾਈਂਡ ਅੰਦਰ ਜਾਂਦਾ ਹੈ ਨਾ ਮੰਗਣ, ਉਹ ਕਹਿੰਦਾ ਮੇਰੇ ਵਾਸਤੇ ਮੈਂ ਕਿਸ ਚੀਜ਼ ਦਾ ਵਿਸਾ ਕਰ ਸਕਦਾ? ਕਹਿੰਦਾ ਕੇਵਲ ਤੇ ਕੇਵਲ ਤੇਰੇ ਨਾਮ। ਮੈਨੂੰ ਕਿਸੇ ਕਰਮ ਕਾਂਡ ਦੇ ਉੱਤੇ, ਮੈਨੂੰ ਕਿਸੇ ਹੋਰ ਕਹ ਲੋ ਚਤਰਾਈ ਦੇ ਉੱਤੇ, ਸਿਆਣਪਾਂ ਦੇ ਉੱਤੇ, ਕਰਮ ਕਾਂਡ ਦੇ, ਮੈਨੂੰ ਕੋਈ ਭਰੋਸਾ ਨਹੀਂ। ਮੈਨੂੰ ਕੇਵਲ ਤੇ ਕੇਵਲ ਤੇਰਾ ਨਾਮ, ਤੇਰਾ ਨਾਮ ਕੀ, ਤੇਰੇ ਹੁਕਮ, ਤੇਰੀ ਦੱਸੀ ਹੋਈ ਜੀਵਨ ਸ਼ੈਲੀ, ਮੈਨੂੰ ਤੇ ਕੇਵਲ ਇੱਕ ਮੈਨੂੰ ਨਿਰਧਨ ਨੂੰ ਜੇ ਵਿਸਾ ਹੈ ਤੇ ਕੇਵਲ ਤੇਰੀ ਅਗਵਾਈ ਦਾ ਵਿਸਾ ਜਿਹੜਾ ਹੈ ਨਾ, ਮੈਂ ਉਹ ਕਰ ਸਕਦਾ। ਹਾਂਜੀ ਜੀ ਜੀ ਵੀਰ ਜੀ। ਜੀ ਵਿੰਦਰੀ ਭੂਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੇ ਭਗਤ ਸੱਚੇ ਤੇਰੇ ਮਨ ਪਾਏ। ਕੌਣ ਪਾਉਂਦਾ ਹੈ ਔਰ ਕਿਸ ਨੂੰ ਪਾਉਂਦਾ ਹੈ? ਇਸ ਤੁਕ ਦੇ ਵਿੱਚ ਕਿਹਾ ਜਾਂਦਾ ਹੈ ਉਸ ਇੱਕ ਨੂੰ ਉਹੀ ਪਾਉਂਦਾ ਹੈ ਜਿਸ ਦਾ ਮਨ ਉਸ ਸੱਚੇ ਦੇ ਦੇਵੀ ਗੁਣਾਂ ਦੇ ਨਾਲ ਪੂਰੀ ਤਰ੍ਹਾਂ ਭਿੱਜਿਆ ਹੋਇਆ ਹੈ, ਉਸੇ ਨੂੰ ਪਾਏਗਾ। ਕਿਉਂਕਿ ਸੱਚੇ ਦਾ ਮਨ ਹੈ, ਅਰਥ ਹੈ ਕਿ ਭਈ ਜੋ ਇੱਕ ਹੈਗਾ, ਜੋ ਅਡੋਲ ਹੈ, ਜੋ ਪੂਰੀ ਤਰ੍ਹਾਂ ਗੁਣਾਂ ਨਾਲ ਭਰਿਆ ਹੋਇਆ ਹੈ। ਤੇ ਭਗਤ ਹੈ ਉਹ ਮਨ। ਇਹ ਕੋਈ ਭਗਤ ਦੀ ਗੱਲ ਨਹੀਂ ਕਰਨ ਕਿ ਬਈ ਜਿਹੜੇ ਚੋਲੇ ਵਾਲੇ, ਉਹ ਮਨ ਜਿਹੜਾ ਉਸ ਇੱਕ ਦੇ ਗੁਣਾਂ ਦੇ ਵਿੱਚ ਪੂਰੀ ਤਰ੍ਹਾਂ ਭਿੱਜਿਆ ਹੋਇਆ ਹੈ, ਉਹ ਉਸ ਇੱਕ ਨੂੰ ਪਾਉਂਦਾ ਹੈ। ਹੁਣ ਇੱਕ ਨੂੰ ਪਾਣਾ ਦਾ ਕੀ ਹੁੰਦਾ? ਉਹਦਾ ਤਾਂ ਸਰੀਰ ਹੈ ਨਹੀਂ, ਪਾਉਂਦਾ ਕਿੰਜੇ ਕਿ ਉਸ ਨੂੰ ਇਸ ਚੀਜ਼ ਨੂੰ he has accepted, ਉਹ accept ਉਹੀ ਕਰਦਾ ਹੈ ਜਿਨ੍ਹਾਂ ਦੇ ਅੰਦਰ ਮਨ ਪੂਰੀ ਤਰ੍ਹਾਂ ਭਿੱਜਿਆ ਹੁੰਦਾ ਹੈ। ਤੇਰੇ ਦਰ ਕੀਰਤਨ ਕਰੇ ਗੁਰ ਸ਼ਬਦ ਸਹਾਇ। ਦਰ ਕਿਹੜਾ ਹੈ, ਕੀਰਤਨ ਕਿਹੜਾ ਹੈ? ਹੁਣ ਇੱਕ ਤਾਂ ਹੁੰਦਾ ਸੀ ਗੁਰਦੁਆਰਿਆਂ ਦੇ ਵਿੱਚ ਜਾਂ ਅਸੀਂ ਕੋਈ ਘਰ ਦੇ ਵਿੱਚ ਸਭ ਦੇ ਸਾਹਮਣੇ ਅਸੀਂ ਕੀਰਤਨ ਕਰਦੇ ਹਾਂ, ਪਰ ਇਹ ਕੀਰਤਨ ਕਿਹੜਾ? ਕਿਰਤ ਤੇ ਤਨ। ਹੁਣ ਇਹ ਦਰ ਵੀ ਕਿਹੜਾ? ਇਹ ਦਰ ਸਾਡੇ ਅੰਦਰ ਦੀ ਗੱਲ ਕਰ ਰਹੇ ਨੇ ਕਿ ਸਾਡਾ ਦਰ ਜਿਹੜਾ ਅੰਦਰ ਹੀ ਹੈ, ਜਿੱਥੇ ਅਸੀਂ ਆਪਣੇ ਵੈਲਿਊਜ਼ ਔਰ ਵਰਚੂਜ਼ ਨੂੰ ਕੰਬਾਈਨ ਕਰਕੇ, ਵੈਲਿਊਜ਼ ਔਰ ਵਰਚੂ ਨੂੰ ਕੰਬਾਈਨ ਕਰਕੇ ਅਸੀਂ ਪਰਫਾਰਮ ਕਰਦੇ ਹਾਂ, ਇੰਪਲੀਮੈਂਟ ਕਰਦੇ ਹਾਂ। ਦਰ ਕੀਰਤਨ ਕਰੇ ਗੁਰ ਸ਼ਬਦ ਸਹਾਇ। ਸ਼ਬਦ ਕੀ ਹੈਗਾ? ਉਸ ਦੇ ਗੁਣਾਂ ਦਾ ਹੈ। ਜਦੋਂ ਅਸੀਂ ਇੱਕ ਵੈਲਿਊਜ਼ ਔਰ ਵਰਚੂ ਜੋ ਅਸੀਂ ਬੋਲਦੇ ਹਾਂ, ਸਾਡੇ ਅੰਦਰ ਵੀ ਉਹੀ ਦੇਵੀ ਗੁਣ ਹੋਣ, ਤਦ ਪ੍ਰਵਾਨ ਹੈ। ਕੋਈ ਚੀਜ਼ ਸਾਡੇ ਅੰਦਰ ਜਦੋਂ ਇੱਕ ਮਿੱਥ ਹੋ ਕੇ ਵੈਲਿਊਜ਼ ਔਰ ਵਰਚੂਜ਼ ਨਾਲ ਅਸੀਂ ਚੱਲਦੇ ਹਾਂ, ਇੱਕ ਆਤਮਿਕ ਜੀਵਨ ਬਣ ਜਾਂਦਾ ਹੈ, ਇੱਕ ਸੋਹਣਾ ਜੀਵਨ ਬਣ ਜਾਂਦਾ ਹੈ। ਇਟ ਇਜ਼ ਅ ਵੈਰੀ ਬਿਊਟੀਫੁਲ ਜਿਹੜਾ ਲਾਈਫ ਅੰਤਿਮ ਗਾਵੇ। ਨਿਰਧਨ ਕਾ ਨਾਮ ਵਿਸਾਹਾ ਹੈ। ਨਿਰਧਨ ਕੌਣ ਹੈ? ਨਿਰਧਨ ਉਹੀ ਹੈ, ਇਧਰ ਮਨ ਦੀ ਗੱਲ ਕਰ ਰਹੇ ਕਿ ਜਿਹੜਾ ਉਹ ਨਿਰਧਨ ਮਨ ਜਿਸਨੇ ਨਾਮ ਦੇ ਮਾਰਗ ਤੇ ਨਹੀਂ ਚੱਲਿਆ, ਜਿਸਨੇ ਦੇਵੀ ਗੁਣਾਂ ਨੂੰ ਨਹੀਂ ਸੰਭਾਲਿਆ, ਨਹੀਂ ਲਿੱਤਾ, ਜਦੋਂ ਉਹ ਸੱਚੀ ਬਾਣੀ ਅੰਤਿਮ ਗਾਉਂਦਾ ਹੈ, ਜਦੋਂ ਉਸਦੇ ਗੁਣਾਂ ਨੂੰ ਰੋਜ਼ ਇੰਪਲੀਮੈਂਟ ਕਰਦਾ ਹੈ, ਕਮਾਈ ਕਰਦਾ ਹੈ, ਉਹਦੇ ਗੁਣਾਂ ਦਾ ਪੂਰੀ ਆਪਣੇ ਜੀਵਨ ਵਿੱਚ ਉਤਾਰਦਾ ਹੈ, ਫਿਰ ਉਹ ਜਿਹੜਾ ਮਨ ਨਿਰਧਨ ਸੀ ਉਹ ਅੱਜ ਕੀ ਹੋ ਗਿਆ ਕਿ ਉਸਨੇ ਕਮਾਈ ਕਰਕੇ
ਉਸਦੇ ਵਾਸਤੇ ਉਹ ਜਿਹੜੇ ਨਾਮ ਦੀ ਜਿਹੜੀ ਪੂੰਜੀ ਹੁੰਦੀ ਹੈ ਨਾ, ਉਹ ਉਸ ਵਾਸਤੇ ਇੱਕ ਸਹਾਰਾ ਬਣ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬੜੇ ਅੱਛੇ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਬਿਲਕੁਲ ਠੀਕ ਆਪ ਜੀ ਕਹਿ ਰਹੇ ਹੋ। ਦਰ ਜਿਹੜਾ ਹੈ, ਅਕਸਰ ਅਸੀਂ ਦਰ ਨਾ ਬਿਲਡਿੰਗ, ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਅਸੀਂ ਬਿਲਡਿੰਗ ਨੂੰ ਦਰ ਬਣਾ ਲੈਂਦੇ ਹਾਂ, ਤੇ ਅਸੀਂ ਗੁਰਦੁਆਰੇ ਨੂੰ, ਮੰਦਿਰ ਨੂੰ, ਮਸਜਿਦ ਨੂੰ ਅਸੀਂ ਕੇਵਲ ਉਸ ਨੂੰ ਪ੍ਰਮਾਤਮਾ ਦਾ ਦਰ ਸਮਝਦੇ ਹਾਂ। ਫਿਰ ਉਹੀਓ ਦਰ ਅਸੀਂ ਇੱਕ ਸੂਰਤ ਦੇ ਅੰਦਰ ਅਸੀਂ ਇਹ ਸੋਚਦੇ ਹਾਂ ਸ਼ਾਇਦ ਪ੍ਰਮਾਤਮਾ ਦਾ ਦਰ ਕਿਸੇ ਹੋਰ ਥਾਂ ਤੇ ਇਸ ਤਰ੍ਹਾਂ ਹੀ ਬਣਿਆ ਹੋਇਆ ਹੈ, ਕੋਈ ਹੋਰ ਪਰਮਾਤਮਾ ਆਪਣਾ ਆਸਨ ਲਗਾ ਕੇ ਬੈਠਾ, ਉਹਦਾ ਦਰਬਾਰ ਲੱਗਿਆ ਤੇ ਉੱਥੇ ਸਾਡੀ ਪੇਸ਼ੀ ਹੋਣੀ ਹੈ ਤੇ ਉੱਥੇ ਉਹਨੇ ਫੈਸਲਾ ਕਰਨਾ। ਦਰ ਬਿਲਕੁਲ ਜਦੋਂ ਸੁਰਤ ਪ੍ਰਮਾਤਮਾ ਦੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਕਹਿ ਲਈਏ, ਜਾਂ ਸ਼ਬਦ ਵਿੱਚ ਜੁੜਨਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਹੈ, ਤੇ ਦਰ ਨਾਲ ਜੁੜ ਗਈ ਤੇ ਉਹੀਓ ਦਰ ਹੈ ਪ੍ਰਮਾਤਮਾ ਦਾ ਦਰ ਜਿਹੜਾ ਹੈ। ਜੀ ਸੁਖਿੰਦਰ ਵੀਰ ਜੀ। ਹਾਂਜੀ ਵੀਰ ਜੀ, ਇਹ ਬੰਦ ਵਿੱਚ ਨਾ ਆਪਾਂ ਬੰਦ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸ਼ਬਦ ਯੂਜ਼ ਕੀਤੇ ਨੇ, ਉਹ ਸ਼ਬਦਾਂ ਨੂੰ ਅਸੀਂ ਧਿਆਨ ਦੇ ਨਾਲ ਪਹਿਲਾਂ ਦੇਖੀਏ। ਇਸ ਸ਼ਬਦ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਵਰਤੀ ਸਤਿਗੁਰੂ ਨੇ ਯੂਜ਼ ਕੀਤਾ ਉਹ ਹੈ ਭਗਤ। ਭਗਤ ਦਾ ਤੱਤਾ ਵੀ ਮੁਕਤਾ ਹੈ, ਭਾਵ ਪਲੂਰਲ ਬਹੁਵਚਨ ਦੇ ਵਿੱਚ ਆਇਆ ਹੈ। ਇਹ ਇੱਕ ਕਿਸੇ ਇੱਕ ਦੀ ਗੱਲ ਨਹੀਂ ਚੱਲ ਰਹੀ ਇੱਥੇ। ਉਸੇ ਨੂੰ ਅਗਲੇ ਤੁਕ ਵਿੱਚ ਸਤਿਗੁਰੂ ਜੀ ਆਖਦੇ ਨੇ ਦਰ ਕੀਰਤਨ ਕਰੈ। ਕਰੈ ਵੀ ਜਿਹੜਾ ਹੈ ਨਾ, ਉਹ ਵੀ ਬਿੰਦੀ ਲਾ ਕੇ ਉਚਾਰਾਂਗੇ, ਉਹ ਵੀ ਪਲੂਰਲ ਫਾਰਮ ਵਿੱਚ ਹੈ, ਉਹ ਵੀ ਇੱਕ ਤੋਂ ਜ਼ਿਆਦਾ ਬੰਦਿਆਂ ਵਾਸਤੇ ਆਖਿਆ ਜਾ ਰਿਹਾ। ਉਸ ਤੋਂ ਬਾਅਦ ਅੱਗੇ ਆ ਜਾਂਦੀ ਤੁਕ ਵਿੱਚ ਸੱਚੀ ਬਾਣੀ ਆਂਦੇ ਨੇ ਗਾਵੈ, ਉਹ ਵੀ ਹਾਹੇ ਦੇ ਉੱਪਰ ਬਿੰਦੀ ਲਾ ਕੇ ਉਚਾਰਾਂਗੇ, ਇਹ ਵੀ ਪਲੂਰਲ ਫਾਰਮ ਵਿੱਚ ਆਇਆ ਹੈ, ਇਹ ਵੀ ਬਹੁਵਚਨ ਦੇ ਰੂਪ ਵਿੱਚ ਆਇਆ। ਫਿਰ ਅੱਗੇ ਨਿਰਧਨ ਆਇਆ, ਨਿਰਧਨ ਦਾ ਨਾਂ ਵੀ ਮੁਕਤਾ ਵੈ, ਉਹ ਵੀ ਇੱਕ ਕਿਸੇ ਇੱਕ ਦੀ ਗੱਲ ਨਹੀਂ ਚੱਲ ਰਹੀ ਵੀ ਕਿਸੇ ਇੱਕ ਦਾ ਜਿਹੜਾ ਨਾਮ ਹੁਣ ਵਿਸਾਹ ਨਾਮ ਦੀ ਰੂਪੀ ਪੂੰਜੀ ਉਸਨੂੰ ਪ੍ਰਾਪਤ, ਇਹ ਵੀ ਪਲੂਰਲ ਫਾਰਮ ਵਿੱਚ ਆਇਆ ਨਿਰਧਨ, ਇਹ ਵੀ ਇੱਕ ਤੋਂ ਜ਼ਿਆਦਾ ਵਾਲਿਆਂ ਵਾਸਤੇ ਆਇਆ। ਇਸ ਜਿਹੜੇ ਸਾਰੇ ਸ਼ਬਦ ਦੇ ਵਿੱਚ ਨਾ ਚਾਰ ਜਿਹੜੇ ਸ਼ਬਦ ਸਤਿਗੁਰੂ ਜੀ ਅਲੱਗ-ਅਲੱਗ ਸ਼ਬਦ ਯੂਜ਼ ਕਰ ਰਹੇ ਨੇ ਨਾ, ਇਹ ਉਹ ਇੱਕ ਤੋਂ ਜ਼ਿਆਦਾ ਵਾਸਤੇ ਆ ਰਿਹਾ। ਔਰ ਇਸ ਨੂੰ ਇੱਕ ਤੋਂ ਜ਼ਿਆਦਾ ਵਾਸਤੇ ਕਿਹੜਾ ਆ ਰਿਹਾ? ਪਿਛਲੇ ਬੰਦ ਵਿੱਚ ਅਖੀਰਲਾ ਸ਼ਬਦ ਜਿਹੜਾ ਆਇਆ ਸੀ ਨਾ ਸ਼ਾਹਾਂ, ਪੂਰੇ ਉਹ ਸ਼ਾਹਾਂ ਵੀ ਇੱਕ ਤੋਂ ਜ਼ਿਆਦਾ ਪਲੂਰਲ ਵਾਸਤੇ ਆ ਰਿਹਾ ਸੀ। ਉਸੇ ਅਸੀਂ ਉਹਦਾ ਉਚਾਰਨ ਕਰਾਂਗੇ ਸ਼ਾਹਾਂ, ਹਾਹੇ ਦੇ ਉੱਪਰ ਬਿੰਦੀ ਲਗਾ ਕੇ। ਉਹੀ ਸ਼ਾਹਾਂ ਨੂੰ ਉਰੇ ਭਗਤ ਆਖਿਆ ਜਾ ਰਿਹਾ। ਕਹਿੰਦੇ ਨੇ ਉਹ ਜਿਹੜੇ ਸ਼ਾਹਾਂ ਦੇ ਸਿਰ ਦੇ ਹੁਣ ਸੱਚਾ ਪਾਤਸ਼ਾਹ ਬੈਠ ਕੇ ਨਾ, ਪਹਿਲਾਂ ਦੇਖੋ ਮਨ ਸੀ ਲੱਭ ਰੂਪੀ ਰਾਜਾ ਬਣ ਕੇ ਬੈਠਾ ਸੀ, ਤੇ ਨਾਲ ਉਹਦੇ ਸ਼ਾਹ ਕਿਹੜੇ ਸਨ? ਪਾਪ, ਕੂੜ, ਜਿਸ ਨੂੰ ਆਖਦੇ ਨਾ ਲੱਭ ਪਾਪ ਦੋਏ ਰਾਜਾ ਮਹਿਤਾ। ਕੂੜ ਹੋਆ ਸਿਕਦਾਰ, ਕਾਮ ਨੇਬ, ਇਹ ਜਿਹੜੇ ਕੂੜ ਕਾਮ ਤੇ ਪਾਪ, ਇਹ ਜਿਹੜੇ ਉਹਦੇ ਸ਼ਾਹ ਸੀ ਨਾ ਰੱਬ ਦੇ ਅੰਦਰ। ਮਨ ਜਿਹੜਾ ਹੁਣ ਪਾਤਸ਼ਾਹ ਬੈਠਾ ਉਹਦੇ ਅੰਦਰ ਜਿਹੜੇ ਉਹਦੇ ਮੰਤਰੀ ਸਨ, ਜਿਸ ਨੂੰ ਆਖਦੇ ਨੇ ਇਹ ਸਾਰਾ ਸ਼ਾਹ ਆਖਦੇ ਨੇ ਗੁਰਬਾਣੀ ਵਿੱਚ। ਜਿਹੜੇ ਅੰਦਰਲੇ ਸਾਡੇ ਵਸਦੇ ਜੀ ਜੰਤ ਨੇ ਨਾ, ਜਿਹੜੇ ਅੰਦਰ ਵਸਦੇ ਨੇ, ਉਹਨਾਂ ਨੂੰ ਰਈਅਤ ਵੀ ਬੋਲਦੇ ਨੇ, ਮਨ ਦੀ ਪ੍ਰਜਾ ਵੀ ਬੋਲਦੇ ਨੇ। ਅੰਧੀ ਰਈਅਤ, ਦੇਖੋ ਕੱਲਾ ਮਨ ਅੰਧਾ ਨਹੀਂ ਹੁੰਦਾ, ਮਨ ਵੀ ਅੰਧਾ। ਗੁਰਬਾਣੀ ਆਖਦੀ ਹੈ ਕਿ ਮਨ ਅੰਧਾ ਹੈ, ਨਾ ਉਹ ਸੁਜਾਨ, ਨਾ ਪ੍ਰਮਾਤਮਾ ਦਾ ਨਾਮ ਹੈ ਉਹ ਸੁਜਾਨ ਹੈ। ਮਨ ਅੰਧਾ ਹੈ ਤੇ ਫਿਰ ਕਹਿੰਦੇ ਨੇ ਦੂਜੀ ਜਗ੍ਹਾ ਤੇ ਕਹਿੰਦੇ ਨੇ ਅੰਧੀ ਰਈਅਤ ਵੀ ਹੈ, ਗਿਆਨ ਵੀ ਹੋਣੀ। ਮਨ ਵੀ ਅੰਧਾ ਹੁੰਦਾ ਹੈ ਤੇ ਉਹਦੀ ਰਈਅਤ ਭਾਵ ਉਹਦੇ ਸਾਡੇ ਸਰੀਰ ਦੇ ਪੂਰੇ ਇੰਦਰੀ ਗਿਆਨ ਇੰਦਰ ਭਾਵ ਸਾਡਾ ਤਨ ਸਾਰੇ ਇੰਦਰੀ ਗਿਆਨ ਇੰਦਰੀਆਂ ਦਾ ਰੋਮ ਰੋਮ ਦਾ ਸਮੂਹ ਹੈ। ਇਹ ਸਾਰੇ ਜਿਹੜੇ ਸਾਡੇ ਅੰਦਰ ਸ਼ਾਹ ਬੈਠੇ ਨੇ ਨਾ, ਸ਼ਾਹ ਕਿੰਨੇ ਸਾਰੇ ਸ਼ਾਹ ਨੇ, ਅੱਖਾਂ, ਕੰਨ, ਨੱਕ, ਕਰਮ ਇੰਦਰੀ, ਗਿਆਨ ਇੰਦਰੀ, ਰੋਮ ਰੋਮ, ਇਹਨਾਂ ਨੂੰ ਸ਼ਾਹ ਆਖਦੇ ਨੇ ਗੁਰਬਾਣੀ। ਇਹਨਾਂ ਨੂੰ ਆਖਦੇ ਨੇ ਭਗਤ। ਕਿਉਂਕਿ ਇਹ ਵਾਲੀ ਜਿਹੜੀ ਅਵਸਥਾ ਇੱਥੇ ਬਿਆਨ ਕੀਤੀ ਜਾ ਰਹੀ ਹੈ, ਸਾਡਾ ਧਿਆਨ ਬਹੁਤ ਧਿਆਨ ਨਾਲ ਅਸੀਂ ਇਸ ਸ਼ਬਦ ਨੂੰ ਸਮਝਣਾ ਹੈ। ਇਹ ਕਰਮਖੰਡ ਦੀ ਵਾਲੀ ਉਹ ਵਾਲੀ ਅਵਸਥਾ ਬਿਆਨ ਕੀਤੀ ਜਾ ਰਹੀ ਹੈ ਜਿੱਥੇ ਮਨ ਦੇ ਵਿੱਚ ਰਾਮ ਵਸ ਗਿਆ ਹੈ, ਮਨ ਦੇ ਵਿੱਚ ਨਾਮ ਵਸ ਗਿਆ ਹੈ, ਜਿਸ ਨੂੰ ਆਖਦੇ ਨੇ ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਭਾਵ ਮਨ ਦੇ ਅੰਦਰ ਨਾਮ ਰੂਪੀ ਪ੍ਰਮਾਤਮਾ, ਨਾਮ ਰੂਪੀ ਸੱਚ ਰੂਪੀ ਖਸਮ ਮਨ ਦੇ ਵਿੱਚ ਵਸ ਗਿਆ ਹੈ। ਮਨ ਸੱਚ ਦੇ ਵਿੱਚ ਮਰਜ ਹੋ ਚੁੱਕਾ ਹੈ, ਮਨ ਸੱਚ ਵਿੱਚ ਸਮਾ ਚੁੱਕਾ ਹੋਇਆ ਹੈ। ਮਨ ਅੰਦਰਲੇ ਹੁਣ ਜਿਹੜਾ ਅੰਦਰ ਵਾਲਾ ਮਹਿਲ ਹੈ, ਅੰਦਰ ਵਾਲੀ ਸ੍ਰਿਸ਼ਟੀ ਹੈ, ਅੰਦਰ ਦਾ ਜਿਹੜਾ ਦਰਬਾਰ ਹੈ, ਅੰਦਰ ਦੇ ਦਰ ਦਾ ਪਾਤਸ਼ਾਹ ਸੱਚਾ ਪਾਤਸ਼ਾਹ ਬਣ ਚੁੱਕਾ ਹੈ। ਪਹਿਲਾਂ ਝੂਠਾ ਪਾਤਸ਼ਾਹ ਸੀ, ਪਹਿਲਾਂ ਇਹ ਕੂੜਿਆਰ ਹੋਣ ਕਰਕੇ ਕੂੜਾ ਪਾਤਸ਼ਾਹ ਸੀ, ਹੁਣ ਸੱਚਾ ਸਚਿਆਰ ਹੋਣ ਕਰਕੇ ਸੱਚਾ ਪਾਤਸ਼ਾਹ ਬਣ ਗਿਆ। ਅੱਗੇ ਹੁਣ ਕਹਿੰਦੇ ਜਿਹੜੇ ਇਹਦੇ ਅੰਦਰਲੇ ਜਿਹੜੇ ਸ਼ਾਹ ਸੀ ਨਾ, ਪਹਿਲਾਂ ਜਿਹੜੇ ਅੰਦਰਲੇ ਭਗਤ ਸੀ, ਉਹ ਇਹਦੀ ਗੱਲ ਨਹੀਂ ਸੀ ਮੰਨਦੇ ਕਿਉਂਕਿ ਉਹ ਵੀ ਅੰਧੇ ਸਨ। ਇਹ ਉਹਨਾਂ ਨੂੰ ਅਗਿਆਨ ਵੰਡਦਾ ਸੀ ਤੇ ਉਹ ਵੀ ਅਗਿਆਨੀ ਸਨ। ਉਹਨੂੰ ਹੀ ਗੁਰਬਾਣੀ ਵਿੱਚ ਇੱਕ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਖੋਲਿਆ, ਕਹਿੰਦੇ ਨੇ ਸ਼ਾਹਾਂ
ਸੁਰਤ ਗਵਾਈਐ ਰੰਗ ਤਮਾਸ਼ਾ ਚਾਏ। ਕਹਿੰਦੇ ਜਿਹੜੇ ਇਹ ਸ਼ਾਹ ਸੀ ਨਾ ਸਾਰੇ ਅੰਦਰਲੇ ਸਾਡੇ ਇੰਦਰੀ ਗਿਆਨ ਇੰਦਰੀ ਰੋਮ ਰੋਮ, ਕਹਿੰਦੇ ਇਹਨਾਂ ਨੇ ਨਾ ਆਪਣੀ ਸੁਰਤ ਚੋਂ ਗਵਾ ਦਿੱਤੀ ਹੋਈ। ਸੁਰਤ ਵਿੱਚ ਕੀ ਪ੍ਰਾਪਤ ਹੁੰਦਾ? ਤਿੱਥੈ ਘੜੀਐ ਸੁਰਤ ਮਤ। ਭਾਵ ਇਹ ਜਿਹੜੇ ਸਾਰੇ ਇੰਦਰੀ ਗਿਆਨ ਇੰਦਰੀ ਸਨ, ਇਹਨਾਂ ਨੇ ਸਤਿਗੁਰੂ ਦੀ ਮੱਤ ਵਿਸਾਰੀ ਹੋਈ ਸੀ। ਉਹਦੇ ਨਾਲ ਕੀ ਰੰਗ ਤਮਾਸ਼ਾ ਚਾਏ, ਦੂਜੀ ਦੁਰਮਤ ਦੇ ਰੰਗ ਦੇ ਵਿੱਚ, ਦੂਸਰੀ ਦੁਰਮਤ ਦੇ ਰੰਗ ਤਮਾਸ਼ੇ ਚਾਏ ਦੇ ਵਿੱਚ ਇਹਨਾਂ ਨੇ ਸ਼ਾਹਾਂ ਨੇ ਸੁਰਤ ਗਵਾਈ ਹੋਈ ਸੀ, ਕਿਉਂਕਿ ਇਹਨਾਂ ਦਾ ਪਾਤਸ਼ਾਹ ਵੀ ਪਹਿਲਾਂ ਅੰਨਾ ਸੀ ਮਨ। ਹੁਣ ਜਦੋਂ ਉਹ ਵੇਲਾ ਮਨ ਪਿਛਲੇ ਬੰਦ ਵਿੱਚ ਸਤਿਗੁਰੂ ਜਿਸ ਨੂੰ ਆਖ ਰਹੇ ਨੇ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਹੁਣ ਉਹ ਜਿਹੜਾ ਪਾਤਸ਼ਾਹ ਮਨ ਸੱਚ ਲੈਣ ਕਰਕੇ ਸੱਚਾ ਪਾਤਸ਼ਾਹ ਬਣਿਆ, ਭਾਵ ਸੱਚ ਵਿੱਚ ਲੀਨ ਹੋ ਗਿਆ, ਸੱਚ ਵਿੱਚ ਮਰਜ ਹੋ ਗਿਆ, ਤਾਂ ਉਹ ਅੰਦਰਲੇ ਵਾਲੇ ਦਰ ਦਾ ਸੱਚਾ ਪਾਤਸ਼ਾਹ ਬਣ ਗਿਆ। ਹੁਣ ਜਿਹੜੇ ਇਹ ਅੰਦਰ ਵਾਲੇ ਸ਼ਾਹਾਂ ਦੇ ਸਿਰ ਦਾ ਸੱਚਾ ਪਾਤਸ਼ਾਹ ਬਣ ਗਿਆ। ਹੁਣ ਜਿਹੜੇ ਅੰਦਰਲੇ ਸ਼ਾਹ ਸਨ ਸਾਰੇ ਕਰਮਖੰਡ ਵਿੱਚ ਜਿਸ ਨੂੰ ਆਖਦੇ ਨੇ ਤਿੱਥੈ ਭਗਤ ਵਸੈ ਕੇ ਲੋ। ਹੁਣ ਕਰੈ ਆਨੰਦ ਸੱਚਾ ਮਨ ਸੋਏ, ਉਹ ਦੇਖੋ ਉੱਥੇ ਵੀ ਇਹੀ ਲਫ਼ਜ਼ ਆ ਰਹੇ ਨੇ, ਕਰੈ ਆਨੰਦ ਸੱਚਾ ਮਨ ਸੋਏ, ਤਿੱਥੈ ਭਗਤ ਵਸੈ, ਕਰੈ ਆਨੰਦ ਸੱਚਾ ਮਨ ਸੋਏ। ਉਹਦੇ ਆਖਦੇ ਨੇ ਤੇਰਾ ਮਨ ਪਾਏ, ਸੇ ਭਗਤ ਸੱਚੇ ਤੇਰਾ ਮਨ ਪਾਏ। ਭਗਤ ਵੀ ਹੁਣ ਸੱਚੇ, ਭਗਤਾਂ ਨੂੰ ਸੱਚੇ ਕਿਵੇਂ ਬਣੇ ਹੁਣ ਭਗਤ? ਕਿਉਂਕਿ ਜਦੋਂ ਪਹਿਲਾਂ ਮਨ ਸੱਚ ਰੂਪੀ ਖਸਮ ਨੂੰ, ਸੱਚ ਰੂਪੀ ਧਰਮ ਨੂੰ ਪ੍ਰਾਪਤ ਕਰਕੇ ਧਰਮ ਰਾਜਾ ਬਣਿਆ, ਭਾਵ ਉਹ ਸੱਚ ਰੂਪੀ ਹੀ ਧਰਮ ਦਾ ਪਾਤਸ਼ਾਹ ਬਣ ਗਿਆ, ਅੰਦਰ ਬੈਠ ਗਿਆ। ਤੇ ਜਿਹੜੇ ਅੰਦਰਲੇ ਸ਼ਾਹ ਸਨ, ਅੰਦਰਲੇ ਭਗਤ ਸਨ, ਅੰਦਰਲੇ ਇੰਦਰੀ ਗਿਆਨ ਇੰਦਰੀ ਰੋਮ ਨੂੰ ਸਾਡਾ ਪੂਰੇ ਤਨ ਦੇ ਕਰਮ ਇੰਦਰੀ ਸਨ, ਉਹ ਵੀ ਸੱਚੇ। ਹੁਣ ਉਹਨਾਂ ਨੂੰ ਕੀ ਵੰਡਦਾ? ਹੁਣ ਉਹਨਾਂ ਨੂੰ ਇਹ ਅੱਗੇ ਜੋ ਇਹਦੇ ਕੋਲ ਸੱਚ ਹੈ ਉਹੀ ਦਿੰਦਾ ਹੈ। ਪਹਿਲਾਂ ਇਹ ਅੰਧਾ ਸੀ ਆਪਣੀ ਦੁਰਮਤ ਵਿੱਚ, ਇਹ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਅੰਦਰਲੇ ਸ਼ਾਹਾਂ ਨੂੰ ਦੁਰਮਤ ਦਿੰਦਾ ਸੀ, ਉਹਨਾਂ ਤੋਂ ਵੀ ਭੈੜੀ ਮੱਤ ਉਹਨਾਂ ਨਾਲ ਸਲਾਹ ਕਰ ਕਰਕੇ ਵੰਡਾ। ਹੁਣ ਇਹਨਾਂ ਦੇ ਕੋਲ ਇਹਦੇ ਮਨ ਦੇ ਕੋਲ ਸਤਿਗੁਰੂ ਜੀ ਦੀ ਸੱਚੀ ਮੱਤ ਹੈ, ਸਤਿਗੁਰੂ ਦੀ ਸੱਚੀ ਮੱਤ ਵਿੱਚ ਇਹ ਲੀਨ ਹੋ ਚੁੱਕਾ ਹੈ। ਹੁਣ ਆਪਣੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਵੀ ਇਹ ਸੱਚ ਵੰਡਦਾ ਹੈ। ਸੱਚ ਵੰਡਿਆ ਤੇ ਉਹਦੇ ਨਾਲ ਕੀ ਹੋਇਆ? ਉਹ ਸਾਰੇ ਅੰਦਰ ਵਾਲੇ ਜਿਹੜੇ ਪਹਿਲੀ ਅੰਧੀ ਰਈਅਤ ਸੀ ਨਾ, ਉਹ ਅੰਧੀ ਰਈਅਤ ਵੀ ਹੁਣ ਕੱਲਾ ਮਨ ਨਹੀਂ ਸੁਜਾਖਾ ਹੋਇਆ, ਅੰਧੀ ਰਈਅਤ ਵੀ ਸੁਜਾਖਾ ਹੋਇਆ। ਮਨ ਸੱਚਾ ਹੋਇਆ, ਕੂੜ ਤੋਂ ਝੂਠੇ ਤੋਂ ਸੱਚਾ ਬਣਿਆ। ਅੰਦਰਲੀ ਇਹਦੀ ਜਿਹੜੀ ਰਈਅਤ ਸੀ, ਪਰਜਾ ਸੀ, ਉਹ ਵੀ ਝੂਠ ਤੋਂ ਸੱਚੀ ਹੋ ਗਈ। ਕਿਉਂ? ਇਸਨੇ ਉਹਨਾਂ ਨੂੰ ਸੱਚ ਰੂਪੀ ਪਰਮਾਤਮਾ ਦਾ ਸ਼ਬਦ, ਪਰਮਾਤਮਾ ਦੀ ਸਿੱਖਿਆ ਵੰਡੀ, ਉਹ ਵੀ ਸੱਚੇ ਹੋ ਗਏ ਇਹਦੇ ਵਿੱਚ। ਫਿਰ ਹੁਣ ਇਹ ਸਾਰੇ ਮਿਲ ਕੇ ਦਰ ਕੀਰਤਨ ਕਰਦੇ ਨੇ। ਇਹਨੂੰ ਕਹਿੰਦੇ ਨੇ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ। ਉੱਥੇ ਬੋਲ ਰਿਹਾ ਕਰੈ ਆਨੰਦ, ਇੱਥੇ ਬੋਲ ਰਹੇ ਨੇ ਦਰ ਕੀਰਤਨ ਕਰੈ। ਦੇਖੋ ਸ਼ਬਦ ਸਤਿਗੁਰੂ ਜੀ ਬਿਲਕੁਲ ਉਹੀ ਯੂਜ਼ ਕਰ ਰਹੇ ਨੇ। ਉੱਥੇ ਕਹਿੰਦੇ ਨੇ ਕਰੈ ਆਨੰਦ, ਕਿਉਂਕਿ ਸੱਚਾ ਮਨ ਸੋਇਆ। ਹੁਣ ਕਹਿੰਦੇ ਨੇ ਇਹਨਾਂ ਸਾਰਿਆਂ ਦੇ ਮਨ ਵਿੱਚ ਵੀ ਸੱਚ ਵਸ ਗਿਆ, ਸੱਚੇ ਹੋ ਗਏ ਨੇ, ਇਹ ਹੁਣ ਦਰ ਤੇ ਕੀਰਤਨ ਕਰ ਰਹੇ ਨੇ। ਕਿਉਂ? ਉੱਥੇ ਕਹਿੰਦੇ ਨੇ ਸੱਚਾ ਮਨ ਸੋਏ, ਇੱਥੇ ਕਹਿੰਦੇ ਨੇ ਗੁਰ ਸ਼ਬਦ ਵਿੱਚ ਸੋਹਣੇ ਹੋ ਗਏ, ਗੁਰ ਸ਼ਬਦ ਸੁਹਾਏ। ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਇਹ ਨਾ ਸੋਹਣੇ ਬਣ ਗਏ ਨੇ, ਸ਼ੋਭਾ ਪਾ ਰਹੇ ਨੇ ਹੁਣ ਉੱਥੇ ਬੈਠ ਕੇ ਦਰ ਦੇ ਵਿੱਚ, ਕਿਉਂਕਿ ਕੀਰਤਨ ਕਰ ਰਹੇ ਨੇ। ਉਸੇ ਨੂੰ ਹੀ ਨਾਲ ਕਰਮਖੰਡ ਵਿੱਚ ਨਾਲ ਆਪਾਂ ਲੈ ਕੇ ਚੱਲ ਰਹੇ ਹਾਂ। ਕਰਮਖੰਡ ਸਤਿਗੁਰੂ ਜੀ ਆਖਦੇ ਨੇ ਕਿੱਥੇ ਭਗਤ ਵਸਿਆ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ। ਇੱਥੇ ਉਸੇ ਤੁਕ ਨੂੰ ਆਖ ਰਹੇ ਨੇ ਦਰ ਕੀਰਤਨ ਕਰੈ, ਉੱਚੇ ਕਰੇ ਸੱਚਾ ਮਨ ਸੋਏ, ਇੱਥੇ ਕਹਿੰਦੇ ਨੇ ਗੁਰ ਸ਼ਬਦ ਸੁਹਾਏ। ਇਹਨਾਂ ਦੇ ਅੰਦਰ ਗੁਰੂ ਸ਼ਬਦ ਟਿਕ ਗਿਆ, ਇਹਨਾਂ ਦੇ ਪਹਿਲਾਂ ਮਨ ਚ ਟਿਕਿਆ, ਮਨ ਨੇ ਇਹਨਾਂ ਦੇ ਅੰਦਰ ਵੀ ਟਿਕਾਇਆ। ਇਹ ਹੁਣ ਜਿਹੜੇ ਅੰਦਰਲੇ ਦਰ ਤੇ ਨਾ, ਇਹ ਹੁਣ ਸ਼ੋਭਾ ਪਾ ਰਹੇ ਨੇ, ਇਹ ਹੁਣ ਪਾਪ ਨਹੀਂ ਕਮਾ ਰਹੇ ਅੰਦਰ ਬੈਠ ਕੇ। ਜਿਹਨੂੰ ਪਹਿਲਾਂ ਕਹਿੰਦੇ ਸੀ ਨਾ ਲੱਭ ਇਹ ਰਾਜਾ ਸੀ, ਤੇ ਇਹਦੇ ਜਿਹੜੇ ਅੰਦਰਲੇ ਸ਼ਾਹ ਸਨ ਉਹ ਪਾਪ ਰੂਪ ਸਨ, ਕੂੜ ਰੂਪ ਸਨ, ਕਾਮ ਰੂਪ ਸਨ। ਕਹਿੰਦੇ ਉਹ ਸ਼ੋਭਾ ਨਹੀਂ ਸੀ ਪਾ ਰਹੇ, ਉਹ ਸਾਰੀ ਰਈਅਤ ਅੰਧੀ ਹੋ ਗਈ ਸੀ, ਤੇ ਕਹਿੰਦੇ ਉਹ ਪੂਰਾ ਜਿਹੜਾ ਕੀ ਕਹਿੰਦੇ ਉਹ ਜੰਮ ਕੀ ਸਰਕਾਰ ਬਣ ਗਿਆ ਸੀ। ਹੁਣ ਕਹਿੰਦੇ ਨਹੀਂ, ਇਹ ਜਿਹੜੇ ਦਰ ਤੇ ਹੁਣ ਕਹਿੰਦੇ ਨੇ ਸਾਰੇ ਮਿਲ ਕੇ ਕੀਰਤਨ ਕਰ ਰਹੇ ਨੇ, ਇਹਨਾਂ ਦੇ ਅੰਦਰ ਸ਼ਬਦ ਹੈ, ਇਹ ਸ਼ੋਭਾ ਪਾ ਰਹੇ ਨੇ ਅੰਦਰਲੇ ਦਰ ਤੇ। ਕਿਉਂ ਸ਼ੋਭਾ ਪਾ ਰਹੇ ਨੇ? ਕਹਿੰਦੇ ਜਿਹਨੂੰ ਉੱਪਰ ਕਹਿੰਦੇ ਨੇ ਦਰ ਕੀਰਤਨ ਕਰੇ, ਥੱਲੇ ਕਹਿੰਦੇ ਕਿਉਂਕਿ ਸਾਚੀ ਬਾਣੀ ਅਨਦਿਨ ਗਾਵਾ। ਇਹ ਸਾਰੇ ਹੁਣ ਮਿਲ ਕੇ ਮਨ ਵੀ, ਤੇ ਇਹ ਸਾਰੇ ਉਹਦੀ ਪਰਜਾ ਵੀ, ਇਹ ਸਾਰੇ ਮਿਲ ਕੇ ਹੁਣ ਅਨਦਿਨ 24 ਘੰਟੇ ਹਰ ਵਕਤ ਸੱਚੀ ਬਾਣੀ ਦੇ ਵਿੱਚ, ਭਾਵ ਜਦੋਂ ਪਹਿਲਾ ਮਨ ਸਤਿਗੁਰੂ ਦੇ ਭਾਣੇ ਵਿੱਚ ਨਹੀਂ ਚੱਲਦਾ ਸੀ, ਉਹਦੇ ਇੰਦਰੀ ਗਿਆਨ ਸਾਡਾ ਤਨ ਵੀ ਨਹੀਂ ਚੱਲਦਾ ਸੀ। ਹੁਣ ਕੀ ਹੋ ਗਿਆ? ਹੁਣ ਇਹ ਸਾਰੇ ਨਿਰਧਨ ਸਨ ਸਤਿਗੁਰੂ ਜੀ ਦੇ ਨਾਮ ਵੱਲੋਂ, ਸਤਿਗੁਰੂ ਜੀ ਦੇ ਸੱਚ ਵੱਲੋਂ ਇਹ ਨਿਰਧਨ ਸਨ।
ਇਹਨਾਂ ਨੂੰ ਸਤਿਗੁਰੂ ਜੀ ਦਾ ਨਾਮ, ਸਤਿਗੁਰੂ ਜੀ ਦੀ ਸੱਚ ਨਹੀਂ ਪ੍ਰਾਪਤ ਸੀ। ਹੁਣ ਇਹਨਾਂ ਨੂੰ ਨਿਰਧਨ ਕਾ ਨਾਮ ਵਿਸਾਹਾ, ਇਹਨਾਂ ਸਾਰਿਆਂ ਨੂੰ, ਇਹ ਸਾਰੇ ਨਿਰਧਨਾਂ ਨੂੰ ਸਤਿਗੁਰੂ ਜੀ ਦੇ ਨਾਮ ਦਾ, ਸਤਿਗੁਰੂ ਜੀ ਦੇ ਸੱਚ ਦੀ ਪੂੰਜੀ ਪ੍ਰਾਪਤ ਹੋ ਗਈ। ਇਹ ਹੁਣ ਉਸ ਨੂੰ ਗਾਉਂਦੇ ਨੇ, ਪਹਿਲਾਂ ਨਹੀਂ ਸੀ ਪ੍ਰਾਪਤ, ਇਸ ਲਈ ਇਹ ਸਾਰੇ ਅੰਧੇ ਸੀ। ਮਨ ਵੀ ਅੰਧਾ ਸੀ, ਇਹਦੀ ਰਈਅਤ ਵੀ ਅੰਧੀ ਸੀ। ਹੁਣ ਮਨ ਨੂੰ ਵੀ ਸੱਚ ਪ੍ਰਾਪਤ ਹੋ ਗਿਆ, ਨਾਮ ਮਿਲ ਗਿਆ, ਇਹਦੀ ਰਈਅਤ ਨੂੰ ਵੀ ਸੱਚ ਪ੍ਰਾਪਤ ਹੋ ਗਿਆ, ਰਈਅਤ ਵੀ ਅੰਧੀ ਤੋਂ ਸੁਜਾਖੀ ਹੋ ਗਈ। ਔਰ ਅੰਦਰਲੇ ਦਰ ਤੇ ਹੁਣ ਸਾਰੇ ਸ਼ੋਭਾ ਪਾ ਰਹੇ ਨੇ, ਇਹ ਸਾਰੇ ਮਿਲ ਕੇ ਕੀਰਤਨ ਕਰ ਰਹੇ ਨੇ। ਜਿਸ ਕਹਿੰਦੇ ਨੇ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਇਹ ਸਾਰੇ ਹੀ ਮਿਲ ਕੇ ਹੁਣ ਸ਼ਬਦ ਗਾ ਰਹੇ, ਕਿਉਂਕਿ ਸਤਿਗੁਰੂ ਪਾ ਲਿਆ ਇਹਨਾਂ ਸਾਰਿਆਂ ਨੇ, ਇਹ ਆਨੰਦ ਵਿੱਚ ਗਾ ਰਹੇ ਨੇ। ਇਹ ਅੰਦਰਲੇ ਵਾਲੇ ਜਿਹੜਾ ਦਰ ਹੁਣ ਸੱਚਖੰਡ ਬਣ ਚੁੱਕਾ ਹੈ, ਅੰਦਰ ਵਾਲਾ ਦਰ ਜਿਸ ਨੂੰ ਸਤਿਗੁਰੂ ਜੀ ਸੱਚਖੰਡ ਦਾ ਨਾਮ ਦਿੱਤਾ, ਜਿਸ ਨੇ, ਜਦੋਂ ਇਹ ਵਾਲੇ ਦਰ ਤੇ ਪਹੁੰਚਦੇ ਨੇ, ਇਹ ਹੁਣ ਜੰਮ ਕੀ ਸਰਕਾਰ ਨਹੀਂ ਚੱਲ ਰਹੀ, ਹੁਣ ਇੱਥੇ ਹਰਜੀਓ ਕੀ ਸਰਕਾਰ ਚੱਲ ਰਹੀ ਹੈ। ਤੇ ਇੱਕ ਬੰਦ ਤੋਂ ਪਹਿਲਾਂ ਜਿਸ ਨੂੰ ਸਤਿਗੁਰੂ ਆਖਦੇ ਨੇ ਮਨ ਤਨ ਹਰ ਰਵਿਆ ਘਟ ਅੰਤਰ, ਉਸ ਨੂੰ ਹੁਣ ਇਹ ਉਹ ਵਾਲੇ ਦਰ ਦੀ ਗੱਲ ਕਰ ਰਹੇ ਨੇ। ਕਹਿੰਦੇ ਹੁਣ ਮਨ ਵਿੱਚ ਵੀ ਤਨ ਵਿੱਚ ਵੀ ਉਹ ਪ੍ਰਮਾਤਮਾ ਰਵ ਰਿਹਾ, ਉਸ ਪ੍ਰਮਾਤਮਾ ਦਾ ਪ੍ਰਕਾਸ਼ ਹੋ ਚੁੱਕਾ ਹੈ। ਕਿਉਂ? ਨਿਰਧਨ ਕਾ ਨਾਮ ਵਿਸਾਹਾ, ਇਹਨਾਂ ਸਾਰਿਆਂ ਨੂੰ ਨਾਮ ਦੀ ਪੂੰਜੀ ਪ੍ਰਾਪਤ ਹੋ ਗਈ ਹੈ। ਹਾਂਜੀ ਜੀ ਸੁਖਵਿੰਦਰ ਵੀਰ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਸਮਝਾਉਣਾ ਕੀਤਾ, ਪੂਰੀ ਡਿਟੇਲ ਦੇ ਨਾਲ, ਬੜੀ ਖੂਬਸੂਰਤੀ ਦੇ ਨਾਲ। ਜਿਨ ਆਪੇ ਮੇਲੇ ਵਿਛੋੜੇ ਨਹੀਂ, ਗੁਰ ਕੈ ਸ਼ਬਦ ਸਦਾ ਸਾਲਾਹੀ, ਸਭਨਾ ਸਿਰ ਤੂੰ ਏਕੋ ਸਾਹਿਬ, ਸ਼ਬਦੇ ਨਾਮ ਸਲਾਹਾ ਹੈ। ਜਿਨ ਆਪੇ ਮੇਲ ਵਿਛੋੜੇ ਨਹੀਂ, ਜਿਨ ਆਪੇ ਮੇਲ, ਜਿਨ ਵੀ ਬਹੁਵਚਨ ਰੂਪ ਵਿੱਚ ਆਇਆ, ਨੰਨਾ ਮੁਕਤਾ ਹੈ। ਆਪੇ ਮੇਲ, ਲੱਲੇ ਨੂੰ ਸਿਆਰੀਏ, ਮੇਲ ਕੇ, हे परमात्मा, ਜਿਸ ਨੂੰ ਤੂੰ ਆਪੇ ਹੀ ਆਪਣੇ ਨਾਲ ਮੇਲ ਕੇ, ਹੁਣ ਆਪੇ ਹੀ ਆਪਣੇ ਨਾਲ ਮੇਲ ਕੇ, ਪਹਿਲਾਂ ਕਈ ਵਾਰੀ ਡਿਸਕਸ਼ਨ ਹੋ ਚੁੱਕੀ ਹੈ, ਜਦੋਂ ਸਾਡਾ ਮਨ ਉਸਦੇ ਹੁਕਮ ਨੂੰ ਮੰਨ ਕੇ ਸੱਚ ਦੀ ਰਾਹ ਤੇ ਟੁਰਨਾ ਕਰਦਾ ਹੈ, ਤੇ परमात्मा ਦੇ ਬਣਾਏ ਹੁਕਮ ਵਿੱਚ ਹੀ परमात्मा ਆਪਣੇ ਨਾਲ ਆਪ ਹੀ ਮੇਲ ਲੈਂਦਾ। ਤੇ हे परमात्मा, ਆਪਣੇ ਬਣਾਏ ਹੁਕਮ ਦੇ ਆਧਾਰ ਤੇ ਜਦੋਂ ਤੂੰ ਆਪ ਹੀ ਆਪਣੇ ਨਾਲ ਮੇਲ ਲੈਂਦਾ ਔਰ ਵਿਛੋੜੇ ਨਹੀਂ, ਔਰ ਆਪਣੇ ਨਾਲੋਂ ਦੂਰ ਨਹੀਂ ਹੋਣ ਦਿੰਦਾ, ਪਾਓ ਜਿਨ੍ਹਾਂ ਦੀ ਸੁਰਤ ਤੇਰੇ ਚਰਨਾਂ ਵਿੱਚ ਸਦੀਵ ਟਿਕੀ ਰਹਿੰਦੀ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਬਣਦਾ ਹੈ? ਗੁਰ ਕੇ ਸ਼ਬਦ ਸਦਾ ਸਾਲਾਹੀ, ਗੁਰੂ ਦੇ ਸ਼ਬਦ ਦੇ ਰਾਹੀਂ, ਸ਼ਬਦ ਦੇ ਨੂੰ ਸਿਹਾਰੀਏ, ਗੁਰ ਕੇ ਸ਼ਬਦ ਸਦਾ ਸਾਲਾਹੀ, ਸਾਲਾਹੀ ਤੇਰੀ ਸਿਫਤ ਸਲਾਹ ਕਰਦੇ ਰਹਿੰਦੇ, ਤੇਰੇ ਦੱਸੇ ਜੀਵਨ ਦੇ ਆਧਾਰ ਤੇ ਜੀਵਨ ਜਿਉਂਦੇ, ਸ਼ਬਦ ਦੇ ਗਿਆਨ ਦੇ ਚਾਨਣ ਦੇ ਆਧਾਰ ਤੇ ਜੀਵਨ ਜਿਉਣਾ ਕਰਦੇ। ਸਭਨਾ ਸਿਰ ਤੂੰ ਏਕੋ ਸਾਹਿਬ, ਸ਼ਬਦੇ ਨਾਮ ਸਲਾਹਾ ਹੈ। ਸਭਨਾ ਸਿਰ ਤੂੰ ਏਕੋ ਸਾਹਿਬ, हे परमात्मा, ਸਾਰਿਆਂ ਦੇ ਸਿਰ ਤੇ ਤੂੰ ਇੱਕੋ ਮਾਲਿਕ ਹੈ। ਸਭਨਾ ਸਿਰ ਤੂੰ ਏਕੋ ਸਾਹਿਬ, ਹੁਕਮ ਰੂਪੀ ਸਾਰਿਆਂ ਤੇ ਸਿਰ ਤੇ ਤੂੰ ਆਪ ਹੀ ਵਰਤ ਰਿਹਾ। ਸ਼ਬਦੇ ਨਾਮ ਸਲਾਹਾ ਹੈ, ਸ਼ਬਦੇ, ਸ਼ਬਦ ਦੇ ਰਾਹੀਂ ਹੀ ਨਾਮ ਜਪਿਆ ਜਾ ਸਕਦਾ ਹੈ, ਤੇਰੀ ਸਿਫਤ ਸਲਾਹ ਹੋ ਸਕਦੀ ਹੈ। ਸ਼ਬਦੇ, ਸ਼ਬਦ ਦੇ ਪਾਵੇ ਗਿਆਨ ਦੇ ਚਾਨਣ ਵਿੱਚ ਹੀ ਸੱਚ ਤੇ ਸੁਚ ਵਾਲਾ ਜੀਵਨ ਮਨੁੱਖ ਬਤੀਤ ਕਰ ਸਕਦਾ ਹੈ। ਜੀ ਜੀ ਹਰਵਿੰਦਰ ਵੀਰ ਜੀ। ਇੱਥੇ ਵੀ ਜਿਹੜੀ ਅਸੀਂ ਕਈ ਵਾਰ ਕੋਡ ਲਾਈਨ ਬੜੀ ਕਾਮਨ ਦੀ ਅਸੀਂ ਲੋਕ ਕੋਡ ਕਰਨੇ ਆ ਵੀ, ਉਹ ਕਹਿੰਦੇ ਆਪੇ ਕਰੇ ਕਰਾਏ ਆਪੇ, ਹੁਕਮੇ ਰਹਾ ਸਮਾਈ ਹੈ। ਰੱਬ ਕਿੱਥੋਂ ਵਰਤਦਾ? ਅਸੀਂ ਖੋੜ ਲਾਈਨ ਬਈ ਗੁਣਮੇ ਏਕੋ ਨਿਰਭਰ ਸਾਚਾ, ਵੀ ਰੱਬ ਕਿੱਥੇ ਹੈ? ਰੱਬ ਆਪਣੇ ਗੁਣਾਂ ਵਿੱਚ ਹੈ। ਰੱਬ ਕਿੱਥੇ ਵੇ? ਰੱਬ ਹੁਕਮਾਂ ਵਿੱਚ ਬੈਠਿਆ ਹੋਇਆ ਹੈ। ਵੀ ਕਹਿੰਦੇ ਜਿਨ ਆਪੇ ਮੇਲ, ਜਿਨ ਆਪੇ ਮੇਲ ਵਿਛੋੜੇ ਨਹੀਂ, ਜਿਸ ਨੂੰ ਉਹ ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖਵਾਇਆ। ਤਾਂ ਅਸੀਂ ਜਦੋਂ ਕਹਿੰਦੇ ਵੀ ਉਹ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਜਿਨ ਉਹਨੇ ਉਹਦੇ ਨਿਯਮ, ਉਹਨੇ ਜਦੋਂ ਸ੍ਰਿਸ਼ਟੀ ਪੈਦਾ ਕੀਤੀ, ਉਹਨੇ ਸ੍ਰਿਸ਼ਟੀ ਨੂੰ ਚਲਾਉਣ ਦੇ ਨਿਯਮ ਪੈਦਾ ਕਰ ਦਿੱਤੇ ਵੀ ਤੂੰ ਕਰਨਾ ਕੀ ਹੈ, ਵੀ ਜਿਸ ਅੰਤਰ ਤਾਤ ਪਰਾਈ ਹੋਵੇ ਉਸ ਦਾ ਕਦੇ ਨਾ ਹੋਈ ਭਲਾ। ਉਹਨੇ ਨਿਯਮ ਜਿਹੜੇ ਬਣਾ ਦਿੱਤੇ ਨੇ ਉਹ ਕਦੀ ਚੇਂਜ ਹੋਣ ਵਾਲੇ ਨਹੀਂ ਨੇ। ਤੇ ਜਿਨ੍ਹਾਂ ਨੂੰ ਆਪੇ ਮਿਲੇ, ਉਦੋਂ ਇੱਕ ਹੋਰ ਸ਼ਬਦ ਆਉਂਦਾ ਹੈ, ਕਹਿੰਦਾ ਵੀ ਆਪ ਕਮਾਨੇ ਵਿਛੜੀ। ਹੁਣ ਉਦੋਂ
ਰੱਬ ਨੇ ਜਿਹੜਾ ਹੈ ਨਾ, ਜਦੋਂ ਇੱਥੇ ਪਹਿਲਾਂ ਆਪ ਆਂਦਾ ਪਿਆ, ਰੱਬ ਦੇ ਪ੍ਰਥਾ ਹੀ ਆਂਦਾ ਪਿਆ ਵੀ ਉਹ ਜਿਨ ਆਪੇ ਮੇਲ ਵਿਛੋੜੇ ਨਾਹੀਂ, ਆਪੇ ਮੇਲ ਵਿਛੋੜੇ ਨਾਹੀਂ, ਜਿਨ੍ਹਾਂ ਨੂੰ ਤੂੰ ਆਪਣੇ ਤੋਂ ਰੱਬ ਦਾ ਜੇ ਹੁਕਮ ਸਰੂਪ ਹੋ ਕੇ ਵਰਤ ਰਿਹਾ ਹੈ, ਜਿਨ੍ਹਾਂ ਨੂੰ ਉਸਨੇ ਆਪਣੇ ਹੁਕਮਾਂ ਦੀ ਸੋਝੀ ਦੇ ਦਿੱਤੀ, ਜਿਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਜਿਹੜਾ ਗੁਰੂ ਨੇ ਦਿਖਾ ਦਿੱਤਾ ਨਾ, ਉਹ ਫਿਰ ਇੱਕ ਹੋਰ ਸ਼ਬਦ ਆਂਦੀ, ਕਹਿੰਦੇ ਵੀ ਉਹ ਕਹਿੰਦਾ ਸਖੀ ਵਸੇ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤੇ। ਇੱਕ ਵਾਰ ਜਿਹੜਾ ਜਿਸ ਬੰਦੇ ਦਾ ਮਨ ਜਿਹੜਾ ਹੈ ਨਾ, ਉਹ ਇਹ ਰੱਬੀ ਸਿਧਾਂਤਾਂ ਨੂੰ ਮੰਨਣਾ ਸ਼ੁਰੂ ਹੋ ਗਿਆ ਨਾ, ਫਿਰ ਰੱਬ ਆਪਣੇ ਵੱਲੋਂ ਕਦੀ ਛੱਡਦਾ ਨਹੀਂ ਉਹਨੂੰ। ਜੇ ਅਸੀਂ ਆਪ ਕਮਾਣੇ ਵਿਛੜੀ ਹੋ ਸਕਨੇ ਆ, ਉਸਦਾ ਅਸੀਂ ਅੱਛਾ ਸੁਚੱਜਾ ਜੀਵਨ ਜਿਉਂਦੇ ਹੋਈਏ, ਕਿਉਂਕਿ ਜਿਹੜਾ ਉਹ ਇੱਕ ਦੂਜਾ ਵੀ ਸ਼ਬਦ ਆਂਦਾ ਹੈ ਵੀ ਉਹ ਹੀਏ ਕੋ ਪ੍ਰੀਤਮ ਵਿਸਰ ਨਾ ਜਾਏ। ਲੇਕਿਨ ਅੱਗੇ ਕਹਿੰਦੇ ਨੇ ਮਨ ਤਨ ਗਲਤ ਭਏ ਤੈ ਸੰਗੇ, ਮੋਹਨੀ ਮੋਹ ਰਹੀ ਮੋਰੀ ਮਾਏ। ਵੀ ਅਸੀਂ ਗੁਰਮਤਿ ਦੇ ਸਿਧਾਂਤ ਸਾਨੂੰ ਚੰਗੇ ਲੱਗਣੇ ਸ਼ੁਰੂ ਵੀ ਹੋ ਗਏ। ਹੀਏ ਕੋ ਪ੍ਰੀਤਮ, ਅਸੀਂ ਸਾਡੀ ਅਰਦਾਸਾਂ ਵੀ ਨੇ ਕਿ ਹੀਏ ਕੋ ਪ੍ਰੀਤਮ ਵਿਸਰ ਨਾ ਜਾਏ, ਮੈਨੂੰ ਕਿਤੇ ਭੁੱਲ ਨਾ ਜਾਏ। ਹੀਏ ਕੋ ਪ੍ਰੀਤਮ ਕੀ, ਹੀਏ ਕੋ ਪ੍ਰੀਤਮ ਦੇ ਹੁਕਮ ਰੂਪ ਹੋ ਕੇ ਵਿਚਰ ਰਿਹਾ ਹੈ। ਅੱਗੇ ਕਹਿੰਦੇ ਵੀ ਹੀਏ ਕੋ ਪ੍ਰੀਤਮ ਵਿਸਰ ਨਾ ਜਾਏ। ਅੱਗੇ ਕਹਿੰਦੇ ਨੇ ਤਨ ਮਨ ਗਲਤ ਭਏ ਤਹਿ ਸੰਗੇ, ਵੀ ਮੇਰਾ ਮਨ ਤਨ ਉਹਦੇ ਨਾਲ ਹੁਣ ਗਲਤਾਨ ਹੋ ਗਿਆ ਹੈ, ਮੈਂ ਉਹਦੀ ਕਹਿ ਲੋ ਉਹਦੀ ਅਥਾਰਟੀ ਨੂੰ ਮੰਨਣਾ ਸ਼ੁਰੂ ਕਰਤਾ। ਕਹਿੰਦਾ ਲੇਕਿਨ ਮੋਹਨੀ ਮੋਹ ਰਹੀ ਮੋਰੀ ਮਾਏ, ਜਿਹੜੀ ਮਾਇਆ ਦਾ ਐਸਪੈਕਟ ਜਿਹੜਾ ਜੀਵਨ ਵਿੱਚ ਹੈ ਨਾ, ਉਹ ਜੋ ਇੱਕ ਸਟਰੋਂਗ ਤਾਕਤ, ਉਹਨੇ ਆਪਣਾ ਮੋਹਨ ਵਾਲਾ ਕੰਮ ਛੱਡਿਆ ਥੋੜੀ ਨਾ ਸਾਡੇ ਤੇ ਜੇ ਅਸੀਂ ਉਹਦੇ ਅਟਰੈਕਸ਼ਨ ਵਿੱਚ ਜਦੋਂ ਅਸੀਂ ਆ ਗਏ ਵੀ ਉਹ ਇੱਕ ਤਿਲ ਕਹਿੰਦੇ ਨਾਨਕ ਜਿਤ ਵੇਲਾ ਵਿਸਰੇ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਜਦੋਂ ਅਸੀਂ ਉਹਦੀ ਗ੍ਰਿਸ਼ਟ ਵਿੱਚ ਆ ਗਏ, ਸਾਡੀ ਆਤਮਕ ਮੌਤ ਜਿਹੜੀ ਹੈ ਨਾ, ਉਹ ਅੰਤਕਾਲ ਜੋ ਲੜਕੇ ਸਿਮਰਨ ਚ ਹੋ ਗਿਆ, ਸਾਡੀ ਕਹਿੰਦੇ ਬਿਸ ਖਾਦੀ ਤਤਕਾਲ ਮਰ ਜਾ। ਜਦੋਂ ਅਸੀਂ ਜਦੋਂ ਤੱਕ ਅਸੀਂ ਰੱਬੀ ਸਿਧਾਂਤਾਂ ਦੇ ਨਾਲ ਜੁੜੇ ਹੋਏ ਹਾਂ, ਜਦੋਂ ਆਪੇ ਮੇਲੇ ਤੋਂ ਪਾਵੇ ਤੇ ਹੈ ਕਿ ਜਦੋਂ ਉਹਨੇ, ਕਿਉਂਕਿ ਰੱਬ ਹੁਕਮ ਸਰੂਪ ਹੋ ਕੇ ਵਿਚਰ ਰਿਹਾ, ਤੇ ਜਦੋਂ ਉਹਨੇ ਸਾਡੇ ਨਾਲ ਹੁਕਮਾਂ ਦੇ ਨਾਲ ਸਾਡੀ ਸਾਂਝ ਬਣ ਗਈ, ਜਦੋਂ ਸਾਡੀ, ਫਿਰ ਕਹਿੰਦਾ ਅਸੀਂ ਕਦੀ ਉਸ ਤੋਂ ਟੁੱਟਾਂਗੇ ਨਹੀਂ। ਰੱਬ ਅਸੀਂ ਕਈ ਵਾਰ ਗੱਲ ਕਹਿੰਦੇ ਵੀ ਰੱਬ ਕੋਈ ਸਰੂਪ ਤੇ ਹੈ ਨਹੀਂ, ਇਹਨੂੰ ਅਵਗਤ ਕਹਿੰਦੇ ਆ ਵੀ ਉਹ ਕੋਈ ਵਿਅਕਤੀ ਤੇ ਹੈ ਨਹੀਂ। ਹੁਣ ਰੱਬ ਨੂੰ ਯਾਦ ਰੱਖਣਾ ਕਿ ਅੱਛਾ ਕਹਿੰਦੇ ਦੁੱਖ ਸੁੱਖ ਸਿਮਰੀ ਤੈ ਮੌਜੂਦ, ਤੁਸੀਂ ਰੱਬ ਨੂੰ ਚੇਤਾ ਕਰਨਾ ਬਸ ਰੱਬ ਕੀ ਹੈ, ਰੱਬੀ ਸਿਧਾਂਤ, ਰੱਬ ਦਾ ਹੁਕਮ। ਜੇ ਉਹਨਾਂ ਨਿਯਮਾਂ ਦੇ ਹਿਸਾਬ ਨਾਲ ਤੁਹਾਡਾ ਜੀਵਨ ਚੱਲਦਾ ਪਿਆ ਨਾ, ਤੇ ਮੰਨੋ ਤੁਸੀਂ ਰੱਬ ਦੇ ਨਾਲ ਮਿਲਾਪ ਵਾਲਾ ਜੀਵਨ ਬਤੀਤ ਕਰਨੇ ਪਏ। ਦੁੱਖ ਸੁੱਖ ਸਿਮਰੀ ਤੈ ਮੌਜੂਦ, ਤੂੰ ਰੱਬ ਨੂੰ ਯਾਦ, ਰੱਬ ਕਿਤੇ ਦੂਰ ਨਹੀਂ ਗਿਆ ਤੇਰੇ ਤੋਂ, ਉਹ ਤੇਰੇ ਅੰਦਰ ਹੈ, ਉਹ ਤੇ ਹਰ ਥਾਂ ਦੇ ਉੱਤੇ, ਬਸ ਤੈਨੂੰ ਉਹਨੂੰ ਚੇਤਾ ਕਰਨ ਦੀ ਲੋੜ। ਜਦੋਂ ਤੱਕ ਉਹਦੇ ਸਿਧਾਂਤ ਤੇਰੇ ਚੇਤੇ ਵਿੱਚ ਰਹਿਣਗੇ ਨਾ, ਉਹ ਤੇਰੇ ਤੋਂ ਕਦੀ ਦੂਰ ਨਹੀਂ ਜਾਏਗਾ। ਜਿਨ ਆਪੇ ਮੇਲ ਵਿਛੋੜੇ ਨਾਹੀਂ, ਗੁਰ ਕੈ ਸ਼ਬਦ ਸਦਾ ਸਾਲਾਹੀ। ਉਹ ਗੁਰੂ ਦੇ ਸ਼ਬਦ ਦੀ ਸਲਾਹ ਵੀ ਉਹ ਗੁਰੂ ਦੇ ਸ਼ਬਦ ਕੋ ਹਰ ਕੁਝ ਪੁੱਛ ਕੇ ਚੱਲਦਾ, ਇਹ ਕੰਮ ਕਰਾਂ ਨਾ ਕਰਾਂ, ਮੇਰਾ ਮਨ ਤੇ ਕਰਦਾ ਪਿਆ, ਜਿਹੜਾ ਵੀ ਕਹਿ ਲੋ ਝੂਠ ਬੋਲਣ ਨੂੰ ਮੇਰਾ ਮਨ ਕਰਦਾ ਹੈ, ਜਾਂ ਕਹਿ ਲੋ ਵੀ ਠੱਗੀ ਮਾਰਨ ਨੂੰ ਮੇਰਾ ਮਨ ਕਰਦਾ ਹੈ, ਉਹ ਪਰਤਰਿਆ ਰੂਪ ਵਾਸਤੇ ਮੇਰਾ ਜਿਹੜਾ ਨਾ ਉਹ ਬੜਾ ਮਨ ਉਸ ਪਾਸੇ ਖਿੱਚਿਆ ਜਾਂਦਾ ਹੈ। ਕਹਿੰਦਾ ਲੇਕਿਨ ਜੇ ਗੁਰੂ ਦੇ ਸ਼ਬਦ ਦੀ ਸਲਾਹ ਲੈ ਲੇਗਾ ਨਾ, ਗੁਰੂ ਦਾ ਸ਼ਬਦ ਤੈਨੂੰ ਕਹਿ ਦੇਗਾ ਵੀ ਨਿਮਕ ਕਾਮ ਸਵਾਦ ਕਾਰਨੇ ਕੋਟ ਜਨਮ ਦੁੱਖ ਪਾਏ, ਕੂੜ ਬੋਲ ਮੁਰਦਾਰ ਖਾਏ, ਫਰੀਦਾ ਬੁਰੇ ਦਾ ਭਲਾ ਕਰ। ਸਾਰੇ ਨਾਲ ਜੇ ਤੂੰ ਸਿਰਫ ਜਿਹੜੀ ਸਲਾਹ ਜਿਹੜੀ ਹੈ ਨਾ, ਜੇ ਗੁਰੂ ਦੇ ਸ਼ਬਦ ਕੋਲੋਂ ਲੈ ਲੇਗਾ ਨਾ, ਗੁਰੂ ਦਾ ਸ਼ਬਦ ਤੈਨੂੰ ਤੈਨੂੰ ਰੱਬ ਕੋਲੋਂ ਟੁੱਟਣ ਨਹੀਂ ਦੇਗਾ। ਉਹ ਜੋ ਤੇਰੀ ਰੱਬ ਦੇ ਨਾਲ ਸਾਂਝ ਬੰਨੀ ਪਈ ਨਾ, ਉਧਰੀ ਹਮੇਸ਼ਾ ਬਰਕਰਾਰ ਰੱਖੇਗਾ। ਕਹਿੰਦੇ ਸਭਨਾ ਸਿਰ ਤੂੰ ਏਕੋ ਸਾਹਿਬ, ਸ਼ਬਦੇ ਨਾ ਸਭਨਾ ਸਿਰ ਤੂੰ ਏਕੋ ਸਾਹਿਬ, ਉਹ ਸਾਰਿਆਂ ਉੱਤੇ ਮਾਲਕ ਜਿਹੜਾ ਹੈ ਨਾ ਉਹ ਇੱਕੋ ਹੈ। ਹੋਰ ਉਹ ਕਹਿੰਦਾ ਵੀ ਜਰਾ ਮਰਾ ਤਾਪ ਔਰ ਸਰੀਰ ਸਭ ਸਾਪ, ਕਹਿੰਦਾ ਕੋ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਸਾਰਿਆਂ ਉੱਤੇ ਮਾਲਕ ਜਿਹੜਾ ਹੈ ਨਾ ਉਹ ਇੱਕੋ ਹੈ, ਹੋਰ ਕੋਈ ਦੂਜਾ ਹੈ ਨਹੀਂ। ਹਰ ਇੱਕੋ ਦਾਤਾ ਸੇਵੀ, ਹਰ ਇੱਕ ਆਈ ਵੀ ਉਹ ਸਭ ਦੇ ਉੱਤੇ ਇੱਕੋ ਇੱਕ ਮਾਲਕ ਹੈ। ਕਹਿੰਦਾ ਸ਼ਬਦੇ ਨਾਮ ਸਲਾਹ ਹੈ। ਸ਼ਬਦ ਕਹਿੰਦੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ। ਉਹ ਬਾਣੀ ਤੋਂ ਨਾਮ ਨੂੰ, ਵੀ ਸ਼ਬਦ ਤੋਂ ਜਾਂ ਬਾਣੀ ਤੋਂ ਨਾਮ ਬਾਰੇ ਸਲਾਹ ਪੁੱਛ ਲੈ। ਅੱਜ ਕਹਿੰਦੇ ਨਾਮ ਦੇ ਨਾਲ ਜੁੜਿਆ, ਸਾਨੂੰ ਨਾਮ ਦੇ ਉੱਤੇ ਭੁਲੇਖਾ ਪਿਆ ਹੀ ਹੋਇਆ ਨਾ। ਅਸੀਂ ਅੱਜ ਬੋਤਾਬ ਜਿਹੜਾ ਅੱਜ ਕੱਲ੍ਹ ਜਿਹੜਾ ਸਾਡਾ ਜਗਤ ਹੈ, ਜਿਹਨੂੰ ਅਸੀਂ ਵੀ ਉਹ ਸਿੱਖ ਪਰਿਵਾਰ ਕਹਿ ਲਓ, ਅੱਜ ਅਸੀਂ ਨਾਮ ਦੇ ਪ੍ਰਥਾਈ ਕਿਸੇ ਅੱਖਰ ਦੇ ਰੱਟਣ ਨੂੰ ਨਾਮ ਬਣਾ ਕੇ ਰੱਟੀ ਜਾ ਰਹੇ ਹਾਂ। ਕਹਿੰਦੇ ਲੇਕਿਨ ਜਦੋਂ ਸ਼ਬਦ ਕੋਲ ਪੁੱਛ ਲੈਂਦਾ ਨਾ ਕਿ ਨਾਮ ਕੀ ਹੈ, ਸ਼ਬਦ ਕੋਲੋਂ ਨਾਮ ਦੀ ਸਲਾਹ ਲੈ ਲੈਂਦਾ ਨਾ, ਤੇ ਫਿਰ ਤੂੰ ਸ਼ਾਇਦ ਸਿੱਧੇ ਰਸਤੇ ਤੇ ਹੁੰਦਾ। ਤੂੰ ਆਪਣੇ ਉਹ ਜਿਸ ਨੂੰ ਤੂੰ ਧਰਮ ਸਮਝਣਾ ਪਿਆ, ਉਹ ਨਾ ਕਰਦਿਆਂ ਹੋਇਆ ਤੂੰ ਗੁਰੂ ਕੋਲੋਂ, ਕਹਿੰਦਾ ਵੀ ਸ਼ਬਦੇ ਨਾਮ ਸਲਾਹ ਹੈ। ਸ਼ਬਦ ਤੋਂ ਪਾਓ, ਬਾਣੀ ਤੋਂ ਜਿਹੜਾ ਹੈ ਨਾ, ਨਾਮ ਕੀ ਹੁੰਦਾ ਹੈ।
ਨਾਮ ਦੀ ਸਲਾਹ ਜਿਹੜੀ ਨਾ, तो बानी कोलों लेता। हाँ जी जी वीर जी, बिल्कुल ठीक आप जी समझाना कर रहे हो। जिन आपे मेल शब्द दे नाल मिलना ही, हुक्म नाल मिलना ही, अपने नाल मिलाना है। हुक्म नाल मिल गए, शब्द दे नाल सांझ बन गई ते परमात्मा दे नाल सांझ बन गई। एक पक्ष वल मैं थोड़ा जा और ध्यान दिवाना चाह रहा हैगा। जिन आपे मेल विछोड़े नहीं, इत्थे अखर बिना बिंदी दे आया। विछोड़े या विछोड़े उच्चारण दोनों ही बनते हैं, दोनों ही उच्चारण बन सकते हैं, पर दोनों दे अर्थां विच भी फर्क आंदा है ते दोनों दे अर्थां विच की फर्क आंदा है वो समझण दी लोड़ है। दोनों पक्ष ठीक हैं, लेकिन अर्थां विच की फर्क आंदा है। जदों असीं जिन आपे मेल विछोड़े नहीं पढ़ांगे ते एज अ थर्ड पर्सन असीं रब नूं लै रहे हां कि जिन्हां नूं परमात्मा तू आपे मेल के अपने तो दूर नहीं करता है। थर्ड एज अ थर्ड पर्सन। ਤੇ ਜਦੋਂ ਅਸੀਂ ਬਿੰਦੀ ਲਾ ਕੇ ਇੱਥੇ ਉਚਾਰਨ ਕਰਾਂਗੇ ਤਾਂ ਅਰਥ ਬਣਨਗੇ ਜਿਨ ਆਪੇ ਮੇਲ ਵਿਛੋੜੇ ਨਹੀਂ। ਇਹ ਪਰਮਾਤਮਾ ਐਜ਼ ਅ ਸੈਕਿੰਡ ਪਰਸਨ ਗੱਲ ਕਰ ਰਿਹਾ। ਇਹ ਪਰਮਾਤਮਾ ਜਿਨ੍ਹਾਂ ਨੂੰ ਤੂੰ ਆਪੇ ਆਪਣੇ ਨਾਲ ਮੇਲ ਕੇ ਪਾਉ, ਸ਼ਬਦ ਨਾਲ ਮੇਲ ਕੇ ਆਪਣੇ ਤੋਂ ਦੂਰ ਨਹੀਂ ਕਰਦਾ। ਤੇ ਵਿਛੋੜੇ ਜਦੋਂ ਬਿੰਦੀ ਲਗਾ ਕੇ ਕਰਾਂਗੇ ਤੇ ਐਜ਼ ਅ ਸੈਕਿੰਡ ਪਰਸਨ ਗੱਲ ਕਰ ਰਿਹਾ, ਵਿਛੋੜੇ ਐਜ਼ ਅ ਥਰਡ ਪਰਸਨ ਗੱਲ ਕਰ ਰਿਹਾ। ਦੋਨੋਂ ਰੂਪਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਤੇ ਅੱਖਰ ਆਉਂਦੇ ਹਨ। दोनों रूपों विच ही जेड़े थोड़ा बरीक जा अर्थ का फर्क आ जाता है, पर सिद्धांतिक तौर पे दोनों ही गल्लां एज अ थर्ड पर्सन और सेकंड पर्सन का फर्क आ जाता है। गुर के शब्द सदा सालाही, क्योंकि जिन अखर आया है, जिन बहुवचन आया है, ते इसलिए सालाही जड़ा आया है बिंदी लगा के उच्चारण करना है। बहुवचन का जड़ा उच्चारण है सालाही, वो बहुवचन ही होएगा, सालाही आ जाएगा। जी विंद्री भुआ जी। हाँ जी। जिन आपे मेल विछोड़े नाई। जिन आपे मेल कोई शरीरक रूप ते है नहीं है। द मीनिंग ऑफ जिन आपे मेल, जिस दिन साडा मन उस दे गुणा दे नाल ट्यून्ड हो जाता है तो समझो साडा मेल हो जाता है। और एक बार वो ट्यून्ड हो गया फिर विछड़दा नहीं है। इस चीज की बहुत गलती होती है कि असं देखते हैं कि एक भरम है, इट्स एन इल्यूजन। तकरीबन ਅਸੀਂ ਜਦੋਂ ਦੇਖਦੇ ਹਾਂ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਔਰਤਾਂ ਜਦੋਂ ਇੱਕ ਨਾਲ ਮਿਲ ਜਾਂਦੇ ਤਾਂ ਅਸੀਂ ਬੜੇ ਵਾਰ ਕਹਿੰਦੇ ਆ ਕਿ ਇਹਨਾਂ ਦੀ ਲਿਵ ਲੱਗ ਗਈ, ਉਹਨਾਂ ਦੇ ਨਾਲ ਮੇਲ ਹੋ ਗਿਆ। ਔਰ ਜਦੋਂ ਉਹ ਬਾਹਰ ਨਿਕਲਦੇ ਨੇ ਤੇ ਜਦੋਂ ਉਹ ਫਿਰ ਉਸੇ ਕਹਾਣੀਆਂ ਤੇ ਨਿੰਦਾ ਚੁਗਲੀ ਵਿੱਚ ਪੈ ਜਾਂਦੇ ਨੇ ਤੇ ਇਹ ਤੇ ਵਿਛੋੜਾ ਹੋ ਗਿਆ। ਇਹਦਾ ਮਤਲਬ ਜਿਹੜਾ ਅੰਦਰ ਮੇਲ ਹੋਇਆ ਸੀ ਉਹ ਮੇਲ ਨਹੀਂ ਹੋਇਆ ਸੀ। ਇਟ ਵਾਸ ਜਸਟ ਟੈਂਪਰੇਰੀ, ਜੋ ਇੱਕ ਸਰੀਰਕ ਦੇ ਹੋਇਆ ਸੀ, ਅੰਦਰੋਂ ਮਨ ਦਾ ਮੇਲ ਨਹੀਂ ਹੋਇਆ। ਬਿਕੋਜ਼ ਇਹਦਾ ਬੜਾ ਵੱਡਾ ਭੁਲੇਖਾ ਹੈਗਾ। तकरीबन जो सिमरन ते बैठी ते बड़ी बार लोग कहते हैं कि जी इन्हां दा एकदम मिलन हो गया जी, ये तो एकदम जुड़ गए जी, उन्हां दी चित लग गई है, वाहिगुरू दे नाल मिल गए। तो वो जदों उठ के बाहर निकलदे ते 2 घंटियां बाद देखदे फिर वो उसी चीज विच ही होंदे। इहदा मतलब वो मेल नहीं होया। मेल ओही हुंदा जदों साडी अंदर दा मन इज टोटली इन ट्यून्ड विद द हुक्म एंड द गुण। और एक बार वो ट्यून्ड हो गया फिर वो विछड़दा नहीं है। गुर के शब्द सदा सलाही। गुर के शब्द, गुर मीन्स टेक्निक्स, कंसेप्ट्स, सिद्धांत। कै शब्द, शब्द भी अच्छे शब्द दे द्वारा की कह सकते हो, शब्द दे राय गुणा दे नाल ये जितने भी हैं ਅਸੀਂ ਉਹਦੀ ਸਿਰਫ ਸਲਾਹ ਕਰਦੇ ਹਾਂ। ਸਲਾਹ what do you say, ਸਿਰਫ ਸਲਾਹ ਕਿੰਜ ਕਰਾਂਗੇ? how do we praise? ਕੀ ਅਸੀਂ ਕੀ ਕਵਾਂਗੇ? ਪ੍ਰੇਮ ਪ੍ਰੇਮ ਪ੍ਰੇਮ, ਖਿਮਾ 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 ਨਹੀਂ। ਜਦੋਂ ਅਸੀਂ ਉਸਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲੈਂਦੇ ਆ, ਇੰਪਲੀਮੈਂਟ ਕਰ ਲੈਂਦੇ, ਕਮਾਈ ਕਰ ਲੈਂਦੇ, ਉਸੇ ਨੂੰ ਅਸੀਂ ਸਲਾਹ ਕਹਿੰਦੇ ਹਾਂ। ਸਭਨਾ ਸਿਰ ਤੂੰ ਏਕੋ ਸਾਹਿਬ। ਹੁਣ ਅਗਰ ਉਹ ਇੱਕ ਜਿਹੜਾ ਸਾਡੇ ਅੰਦਰ ਹੀ ਬੈਠਾ ਹੈ तो ਸਾਡੇ ਸਿਰ ਉੱਪਰ ਕਿੰਜ ਹੈ? ਉਹੀ ਤੇ ਰਾਜਾ, ਉਹੀ ਤੇ ਸਭ ਕੁਝ ਹੈਗਾ। ਉਹ ਤਾਂ ਇੱਕੋ ਸਾਹਿਬ ਉਹੀ ਹੈ। This shows that ਉਹ ਸਭ ਦੇ ਅੰਦਰ ਉਹ ਸਾਡੇ ਸਿਰ ਤੇ ਹੱਥ ਰੱਖਿਆ ਹੈ। ਸਭ ਦੇ ਨਾਲ ਸਲਾਹ ਹੈ ਕਿ ਅਸੀਂ ਜਦੋਂ ਉਸ ਦੇ ਗੁਣਾ ਮਨ ਨੇ ਜਦੋਂ ਉਸ ਇੱਕ ਦੇ ਗੁਣਾ ਦੇ ਨਾਲ ਉਸ ਦੇ ਪੂਰੀ ਇੰਪਲੀਮੈਂਟੇਸ਼ਨ ਆਪਣੀ ਪੂਰੇ ਜੀਵਨ ਵਿੱਚ ਅਸੀਂ ਉਤਾਰ ਲਿੱਤਾ ਹੈ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ 24 ਆਵਰਸ ਅਸੀਂ ਉਸ ਨੂੰ ਗਾ एक सागर है, समुंदर है। इट्स अ पार्ट ऑफ द विजडम जिसमें से कहते हुक्म है, एक को नाम है। वो कहते ना कि वो किथे बैठा है, वो नाम किथे है
ਤੇ ਅਸੀਂ ਕਹਿੰਦੇ ਕਿ ਨौ निध ਅੰਮ੍ਰਿਤ ਪ੍ਰਭ ਕਾ ਨਾਮ ਦੇਈ में इसका विश्राम। ਇਹ ਜਿਹੜਾ ਨਾਮ ਅੰਦਰ ਬੈਠਾ ਹੈ ਨਾ, ਜਿਹੜਾ ਇੱਕੋ ਸਾਹਿਬ ਬੈਠਾ ਹੈ ਨਾ, ਇਹਦੇ ਗੁਣਾਂ ਦੀ ਪੋਟਲੀ ਅੰਦਰ ਬੈਠੀ ਨੇ, ਪੂਰਾ ਸਾਗਰ ਹੈ। ਜਦੋਂ ਅਸੀਂ ਉਸ ਆਪਣੇ ਮਨ ਨੂੰ ਉਸ ਨਾਲ ਟਿਊਨ ਕਰ ਲੈਂਦੇ, ਇਸੇ ਨੂੰ ਅਸੀਂ ਸ਼ਬਦ ਕਹਿੰਦੇ, ਇਸੇ ਨੂੰ ਅਸੀਂ ਨਾਮ ਕਹਿੰਦੇ, ਇਹੀ ਇੱਕੋ ਸਾਹਿਬ ਹੈ। ਜਦੋਂ ਅਸੀਂ ਟਿਊਨ ਕਰ ਲੈਂਦੇ ਹਾਂ ਤੇ ਅਸੀਂ ਸੋਚ ਲਓ ਕਿ ਅਸੀਂ ਉਸ ਦੀ ਸਲਾਹ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी हाँ, बड़ी खूबसूरती नाल आप जी ने समझाना किया। भूपिंदर वीर जी ने भी ज्वाइन कर लिया है। भूपिंदर वीर जी प्लीज अपनी ऑडियो ऑन करके विचार सांझ पा लो। वाह जी खालसा, वाह जी फतेह जी। जी अनुवीर ਜਿਹੜਾ ਪਿੱਛੋਂ ਲਿੰਕ ਚੱਲਦਾ ਆ ਰਿਹਾ ਨਾ, ਉਹ ਪਿਛਲੇ ਪਦ ਦੇ ਵਿੱਚ ਉਹ ਆਪਣੇ ਜਦੋਂ ਭਗਤ ਅਵਸਥਾ ਚ ਹੁੰਦਾ ਹੈ ਨਾ, ਤਾਂ ਆਪਣੇ ਸਾਰੇ ਅੰਗਾਂ ਨੂੰ ਵੀ ਜਦੋਂ ਟਿਊਨ ਕਰ ਲੈਂਦਾ ਵਿਜ਼ਡਮ ਦੇ ਨਾਲ, ਉਹਨੂੰ ਕਹਿੰਦੇ ਨੇ ਸੇ ਭਗਤ ਸੱਚੇ ਤੇਰੇ ਮਨ ਪਾਏ। ਜਦੋਂ ਮਨ ਨੇ ਨਿਜਕਾਰ ਦੀ ਮਤ ਨੂੰ ਪਸੰਦ ਕੀਤਾ ਸੀ, ਉਹ ਲੈ ਕੇ ਉਹ ਵਾਲੀ ਮਤ ਉਹਨੂੰ ਪਸੰਦ ਆਈ, ਉਹਨੇ ਫਿਰ ਆਪਣੇ ਸਾਰੇ ਅੰਗਾਂ ਨੂੰ ਉਸ ਤਰ੍ਹਾਂ ਟਿਊਨ ਕੀਤਾ। ਦਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ। ਕਰਹਿ ਦਾ ਮਤਲਬ ਹੈ ਉਹਦੇ ਸਾਰੇ ਅੰਗ ਜਿਹੜੇ ਭਗਤ ਬਣ ਗਏ ਨੇ, ਜਿਹੜੇ ਟਿਊਨਡ ਨੇ ਵਿਜ਼ਡਮ ਦੇ ਨਾਲ, ਉਹ ਹਮੇਸ਼ਾ ਸੱਚ ਦੀ ਕੀਰਤੀ ਕਰਦੇ ਹੋਏ ਭਾਵ ਸਪਿਰਿਚੁਅਲ ਲਾਈਫ ਦਾ ਜੀਵਨ ਜੀਂਦੇ ਨੇ, ਵਿਜ਼ਡਮ ਨੂੰ ਫੋਲੋ ਕਰਦੇ ਨੇ, ਗੁਰ ਸ਼ਬਦ ਸੁਹਾਏ ਉਹਨੂੰ ਫੋਲੋ ਕਰਦੇ ਨੇ ਔਰ ਆਪਣਾ ਜੀਵਨ ਸੋਹਣਾ ਬਣਾਉਂਦੇ ਨੇ। ਸਾਚੀ ਬਾਣੀ ਅਨ ਦਿਨ ਗਾਮ ਹੈ, ਉਹ ਦਿਨ ਰਾਤ ਟਿਊਨਡ ਰਹਿੰਦੇ ਨੇ ਵਿਜ਼ਡਮ ਦੇ ਨਾਲ। ਨਿਰਧਨ ਕਾ ਨਾਮ ਬੇਸਾਹਾ ਹੈ, ਜਿਹੜਾ ਉਹਨਾਂ ਚੋਂ ਨਿਰਧਨ ਹੁੰਦਾ ਨਾ, ਉਹ ਵੀ ਚੰਗੇ ਗੁਣ ਲੈਣੇ ਸ਼ੁਰੂ ਕਰ ਦਿੰਦਾ ਹੈ। ਉਹ ਉਸ ਨੂੰ ਫਿਰ ਉਹਨੂੰ ਪ੍ਰਤੀਤੀ ਨਾਮ ਤੇ ਆ ਜਾਂਦੀ ਹੈ। ਜਿਹੜਾ ਵਿਦਆਊਟ ਵਿਜ਼ਡਮ ਅੰਗ ਸੀ ਨਾ, ਰੋਮ ਸੀ ਜਾਂ ਸਾਡੇ ਖਿਆਲ ਵੀ, ਜਿਤਨੇ ਸਾਡੇ ਖਿਆਲ ਨੇ ਉਹ ਸਾਰੀ ਮੇਰੀ ਸ੍ਰਿਸ਼ਟੀ ਹੈ, ਜਿਤਨੇ ਮੇਰੇ ਸਾਰੇ ਖਿਆਲ ਨੇ ਉਹ ਮੇਰਾ ਜੱਗ ਹੈ। ਉਹ ਸਾਰੇ ਹੀ ਸਾਰੇ ਦੇ ਸਾਰੇ ਟਿਊਨਡ ਹੋ ਜਾਂਦੇ। ਉਹਨਾਂ ਚੋਂ ਜਿੱਥੇ ਵੀ ਸਤਿਗੁਰ ਦੀ ਮਾਦੀ ਗੁਰਪ੍ਰਸਾਦ ਦੀ ਬਾਰਿਸ਼ ਨਹੀਂ ਪਈ ਹੈ, ਸਭ ਜਗ੍ਹਾ ਪੈਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਮੌਲੀ ਧਰਤੀ ਮੌਲਿਆ ਆਕਾਸ਼ ਤਨ ਮਨ ਮੌਲਿਆ, ਸਾਰਾ ਕੁਛ ਉਹਦੀ ਸ੍ਰਿਸ਼ਟੀ ਮੌਲ ਜਾਂਦੀ ਹੈ। ਜਿਨ ਆਪੇ ਮੇਲ ਵਿਛੋੜੇ ਨਹੀਂ। ਸੋ ਜਿਹੜੇ ਸਾਰੇ ਇਸ ਸ੍ਰਿਸ਼ਟੀ 'ਚ ਸਾਰੇ ਟਿਊਨਡ ਹੋ ਜਾਂਦੇ ਨੇ। ਉਹਨੂੰ ਅਸੀਂ ਪੜ੍ਹਦੇ ਹਾਂ ਨਾ, ਜਦੋਂ ਸਗਲ ਸਮੁੰਦਰੀ ਤੁਮਰੇ ਸੂਤਰ ਧਾਰੀ, ਸਾਰਿਆਂ ਵਿੱਚ ਉਹਦੀ ਵਿਜ਼ਡਮ ਦਾ ਜਿਸ ਨਾਲ ਮਾਲਾ 'ਚ ਧਾਗਾ ਪਰੋਤਾ ਜਾਂਦਾ ਨਾ, ਇਸ ਤਰ੍ਹਾਂ ਸਾਰੇ ਟਿਊਨਡ ਹੋ ਜਾਂਦੇ ਨੇ, ਸਾਰਿਆਂ ਨੂੰ ਸਪਿਰਿਚੁਅਲ ਲਾਈਫ ਨਾਲ ਜੋੜ ਦਿੱਤਾ ਜਾਂਦਾ ਹੈ। ਇਹ ਮੇਲਿਆ ਕਿਹਦੇ ਨਾਲ ਹੈ? ਨਿਜ ਘਰ ਦੀ ਮੱਤ ਮਨ ਨੇ ਲਈ ਸੀ। ਮਨ ਨਿਜ ਘਰ ਅੰਦਰ ਮਰ ਜੋ ਚੁੱਕਾ ਹੋਇਆ ਹੈ। ਮਨ ਹੀ ਸਤਿਗੁਰ ਬਣ ਕੇ, ਦਾਤਾ ਬਣ ਕੇ ਉਹਨਾਂ ਨੂੰ ਸੁਮਤ ਬਖਸ਼ ਰਿਹਾ ਸੀ। ਹੁਣ ਇਹਨਾਂ ਚੋਂ ਸਾਰਿਆਂ ਨੂੰ ਜਦੋਂ ਇਹ ਗੱਲ ਹੀ ਪਸੰਦ ਆ ਗਈ ਹੈ, they don't want to depart from this wisdom ਵਾਲਾ ਹਾਈਵੇ। ਉਹ ਸਾਰੇ ਫਿਰ ਜੁੜੇ ਹੀ ਰਹਿੰਦੇ ਨੇ, ਇਹ ਉਹਨਾਂ ਨੂੰ ਵਿਛੋੜਦਾ ਨਹੀਂ ਹੈ, ਕਿਉਂਕਿ ਇਹਨੇ ਤਾਂ ਮਿਲਣ ਵਾਸਤੇ ਤਾਂ ਉਹਨਾਂ ਨੂੰ ਸੁਮਤ ਬਖਸ਼ੀ ਸੀ। ਇਹਨੇ ਮਿਲਣ ਵਾਸਤੇ ਹੀ ਅੱਖਾਂ ਨੂੰ, ਨੱਕ ਨੂੰ, ਕੰਨ ਨੂੰ, ਸੰਸਾਰ ਸਾਰਿਆਂ ਨੂੰ ਕਿਹਾ ਸੀ ਨਾ, ਇਹ ਸਾਰਿਆਂ ਨੂੰ ਕਿਹਾ ਸੀ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਤਾਂ ਹੁਣ ਸਾਰਿਆਂ ਨੇ ਵਿਸ ਰੂਪੀ ਜ਼ਹਿਰ ਛੋੜ ਦਿੱਤਾ ਨਾ। ਦੇਖ ਫਰੀਦਾ ਜੋਥੀਆ ਸ਼ੱਕਰ ਹੋਈ ਵਿਸ। ਇਹਦੇ ਆਮ ਤੌਰ ਤੇ ਅਰਥ ਪਤਾ ਕੀ ਕੀਤੇ ਜਾਂਦੇ ਨੇ ਕਿ ਜ਼ਿੰਦਗੀ ਸਾਰੀ ਜ਼ਹਿਰ ਹੋ ਗਈ ਹੈ। ਫਰੀਦ ਜੀ ਕਹਿ ਰਹੇ ਨੇ, ਦੇਖ ਫਰੀਦਾ ਜੋਥੀਆ ਸ਼ੱਕਰ ਹੋਈ ਵਿਸ। ਜੋ ਮੈਂ ਜ਼ਹਿਰੀਲਾ ਜੀਵਨ ਜੀਂਦਾ ਸੀ ਨਾ, ਉਹ ਸਾਰਾ ਸ਼ੱਕਰ ਮਿੱਠਾ ਹੋ ਗਿਆ ਹੈ। ਹੁਣ ਕੌਣ ਮਿੱਠਾ ਜੀਵਨ ਛੋੜਨਾ ਚਾਹੇਗਾ? ਮਿੱਠਾ ਛੱਡ ਕੇ ਕੌਣ ਕੋੜਾ ਖਾਣਾ ਚਾਹੇਗਾ? ਸਾਕਤ ਹੋਏਗਾ ਤਾਂ ਹੀ ਸਾਕਤ ਕੀ ਅੰਮ੍ਰਿਤ ਕੋੜਾ ਵਿਖਿਆ ਮਿੱਠੀ ਵਾਲੀ ਸਾਕਤ ਦੀ ਜੀਵਨੀ ਹੁੰਦੀ ਹੈ। ਸਾਕਤ ਖਿਆਲ ਅੰਦਰ ਹੁੰਦੀ ਹੈ। ਸਾਰੇ ਖਿਆਲਾਂ ਨੂੰ ਤਾਂ ਉਹਨੇ ਵਿਜ਼ਡਮ ਦੀ ਬਾਰਿਸ਼ ਪਾ ਦਿੱਤੀ ਹੈ। ਹੁਣ ਕੋਈ ਵਿਛੜਨਾ ਚਾਹੁੰਦਾ ਹੀ ਨਹੀਂ ਹੈ। ਜਦੋਂ ਅਸੀਂ ਫਰੀਦ ਜੀ ਦੇ ਸ਼ਲੋਕ ਪੜ੍ਹਦੇ ਹਾਂ ਤਾਂ ਫਰੀਦ ਜੀ ਕਹਿੰਦੇ ਨੇ, ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ। ਇਹਦੇ ਵੀ ਅਰਥ ਹੀ ਕੀਤੇ ਜਾਂਦੇ ਨੇ, ਸਾਰੀ ਜ਼ਿੰਦਗੀ ਬੀਤ ਗਈ ਹੈ, ਦਾੜੀ ਚਿੱਟੀ ਹੋ ਗਈ ਹੈ, ਬੁੱਢੇ ਹੋ ਗਏ, ਹੁਣ ਮਰਨ ਦਾ ਵੇਲਾ ਆ ਗਿਆ। ਇਹ ਹਮੇਸ਼ਾ ਪੈਸੀਮਿਸਟਿਕ ਅਰਥ ਸਾਡੇ ਸਾਹਮਣੇ ਰੱਖੇ ਗਏ ਨੇ। ਫਰੀਦ ਜੀ ਦਾੜੀ ਪੂਰ ਦਾ ਮਤਲਬ ਵਿਜ਼ਡਮ ਕਹਿ ਰਹੇ ਨੇ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ। ਦਾੜੀ ਇਸਤਰੀਆਂ ਦੀ ਤਾਂ ਨਹੀਂ ਹੁੰਦੀ, ਇਸਤਰੀਆਂ ਵੀ ਵਿਜ਼ਡਮ ਪ੍ਰਾਪਤ ਕਰਦੀਆਂ ਨੇ। ਸੋ ਦਾੜੀ ਪੂਰ ਦਾ ਮਤਲਬ ਹੈ ਵਿਜ਼ਡਮ ਪ੍ਰਾਪਤ ਕਰਨ ਦੀ ਅਕਲ ਆ ਗਈ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅੱਗਾ ਨੇੜਾ ਆਇਆ। ਅੱਗਾ ਦਾ ਮਤਲਬ ਰੱਬੀ ਮਿਲਨ ਦਾ ਸਮਾਂ ਆ ਗਿਆ। सद्दन आरा सिमरिए नानक से दे आवन, वो दिन आ ही जाते हैं। अल्टीमेटली मेल हो ही जाता है। जित दिहाड़े धनवरी साहे ले लिखाए, मेल हो ही जाता है।
ਸੋ ਉਹਨੂੰ ਫਰੀਦ ਜੀ ਜਦੋਂ ਇਹ ਕਹਿੰਦੇ ਨੇ ਨਾ ਤਾਂ ਪੋਜ਼ਿਟਿਵ ਸੈਂਸ ਵਿੱਚ ਕਹਿ ਰਹੇ ਨੇ। ਫਰੀਦ ਜੀ ਇੱਕ ਬੜੀ ਸਪਿਰਚੁਅਲ ਉੱਚੀ ਅਵਸਥਾ ਦੀ ਗੱਲ ਕਰ ਰਹੇ ਨੇ। ਦੇਖ ਫਰੀਦਾ ਜੋਤੀਆ ਦਾ ਦੂਰ ਅੱਗਾ ਨੇੜਾ ਆਇਆ, ਪਿੱਛਾ ਰਿਹਾ ਦੂਰ, ਉਹ ਅਵਗਣੀ ਪੋਇਜ਼ਨਸ ਜ਼ਹਿਰੀਲੇ ਸੁਭਾਅ ਖਤਮ। ਦੇਖ ਫਰੀਦਾ ਜੋਤੀਆ ਸ਼ੱਕਰ ਹੋਈ ਵੀ ਮੇਰਾ ਜੀਵਨ ਜਿਹੜਾ ਵਿਸ ਰੂਪੀ ਸੀ ਉਹ ਸ਼ੱਕਰ ਹੋ ਗਿਆ। ਸਾਈਂ ਬਾਜੋ ਆਪਣੇ ਵੇਦਨ ਕਹੀ ਹੈ ਕਿ ਹੁਣ ਉਹ ਬੰਦਾ ਕਿਸੇ ਨੂੰ ਦੱਸ ਹੀ ਨਹੀਂ ਸਕਦਾ, ਉਹ ਕਹਿ ਹੀ ਨਹੀਂ ਸਕਦਾ। ਉਹ ਗੂੰਗੇ ਕੀ ਮਠਿਆਈ ਵਾਲਾ ਜੋ ਹੋ ਜਾਂਦਾ ਹੈ, ਉਹ ਕਿਸੇ ਨੂੰ ਕਹਿ ਨਹੀਂ ਸਕਦਾ, ਅੰਦਰ ਮਾਣਦਾ ਬਸ। ਉਹਦੇ ਅੰਦਰ ਮਾਣਨ ਦੀ ਅਵਸਥਾ ਬਾਕੀਆਂ ਨੂੰ ਪਤਾ ਨਹੀਂ ਹੈ। ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਸੋ ਜਿਨ ਆਪੇ ਮੇਲ ਵਿਛੋੜੈ ਨਹੀਂ, ਉਹਦਾ ਮਤਲਬ ਹੀ ਇਹੋ ਹੈ। ਇਹ ਵਿਛੋੜੈ ਨਾ, ਇਹ ਵਿਛੋੜੈ ਉਹੀ ਮਨ ਹੈ ਜਿਹਦਾ ਇਸ ਪਦੇ ਦੇ ਅਖੀਰ ਤੇ ਜਿਹਨੂੰ ਤੂੰ ਕਿਹਾ ਹੈ, ਜਿਹੜਾ ਪਿੱਛੇ ਸ਼ਾਹਾਂ ਦਾ, ਸਾਰੇ ਸ਼ਾਹਾਂ ਦਾ ਪਾਤਸ਼ਾਹ ਹੈ, ਜਿਹਨੇ ਖਜ਼ਾਨੇ ਚ ਰਲਾ ਲਿਆ ਹੈ, ਜਿਹਨੇ ਗੱਲ ਲਾ ਲਿਆ ਹੈ। ਦੇਖੋ ਇੱਕ ਛੋਟੀ ਜੀ ਸਟੋਰੀ ਮੇਰੇ ਮਦਰ ਸੁਣਾਉਂਦੇ ਸਨ ਕਿ ਦੋ ਭਰਾ ਨੇ, ਦੋ ਭਰਾ ਚੋਂ ਇੱਕ ਭਰਾ ਕਹਿਣਾ ਮੰਨਦਾ, ਉਹ ਘਰ ਹੀ ਰਹਿੰਦਾ, ਪਿਓ ਦੇ ਨਾਲ ਸਾਰੇ ਕੰਮ ਕਾਜ ਕਰਾਉਂਦਾ ਹੈ। ਪਰ ਇੱਕ ਭਰਾ ਰੁੱਸ ਕੇ ਚਲਾ ਗਿਆ। 2 ਸਾਲਾਂ ਬਾਅਦ ਆਇਆ ਤਾਂ ਪਿਓ ਨੇ ਉਹਦੇ ਵਾਸਤੇ ਬੜੀ ਵੱਡੀ ਪਾਰਟੀ ਦਿੱਤੀ, ਸਾਰੇ ਲੋਕਾਂ ਦੇ ਸਾਹਮਣੇ ਉਹਦੀ ਵਡਿਆਈ ਕੀਤੀ, ਉਹਨੂੰ ਜੱਫੀ ਪਾਈ। ਤਾਂ ਜਿਹੜਾ ਭਰਾ ਘਰ ਸੀ ਨਾ, ਉਹ ਕਹਿੰਦਾ ਮੈਂ ਸਾਰਾ ਦਿਨ ਤੁਹਾਡੇ ਨਾਲ ਰਿਹਾ, 2 ਸਾਲ ਤੁਹਾਡੇ ਨਾਲ ਰਿਹਾ, ਮੈਂ ਤੇ ਕਿਧਰੇ ਨਹੀਂ ਗਿਆ, ਮੈਨੂੰ ਤੇ ਤੁਸੀਂ ਇਸ ਤਰ੍ਹਾਂ ਨਹੀਂ ਵਡਿਆਇਆ, ਵੀ ਪਿਆਰ ਨਹੀਂ ਕੀਤਾ, ਜੱਫੀ ਨਹੀਂ ਪਾਈ, ਲੋਕਾਂ ਸਾਹਮਣੇ ਦੱਸਿਆ ਨਹੀਂ, ਇਹਦੀ ਬੜੀ ਵਡਿਆਈ ਕੀਤੀ ਤਾਂ 2 ਸਾਲ ਰੁੱਸ ਕੇ ਚਲਾ ਗਿਆ ਸੀ। ਕਹਿੰਦਾ ਇਹ ਹੁਣ ਸ਼ੁਕਰ ਹੈ, ਹੁਣ ਇਹ ਆ ਗਿਆ ਨਾ, ਸੂਬੇ ਕਾ ਬੂਲਾ ਘਰ ਤੋਂ ਆ ਗਿਆ ਨਾ, ਹੁਣ ਕੋਈ ਦੱਸੇ ਉਹ ਪਿਓ ਉਸ ਪੁੱਤਰ ਨੂੰ ਬਾਹਰ ਕੱਢੇਗਾ ਮੁੜ ਕੇ? ਉਹ ਤੇ ਜਾਣ ਹੀ ਨਹੀਂ ਦੇਗਾ। ਜਿਨ ਆਪੇ ਮੇਲ ਵਿਛੋੜੇ ਨਹੀਂ। ਇੱਕ ਵਾਰ ਇਹ ਗੁਰ ਤੇ ਮਹਿਲ ਪ੍ਰਾਪਤ ਹੋ ਜਾਣਾ, ਕੋਈ ਉਸ ਤੋਂ ਬਾਹਰ ਜਾਂਦਾ ਨਹੀਂ ਹੈ। ਫਿਰ ਗੁਰ ਕੇ ਸ਼ਬਦ ਸਦਾ ਸਾਲਾਹੀ, ਇਹ ਤੁਸੀਂ ਸਤਵੀਰ ਜੀ ਵਿਛੋੜਿਆ ਦੀ ਗ੍ਰਾਮਰ ਪੁੱਛੀ ਹੈ ਨਾ, ਤਾਂ ਇਹ ਵਿਛੋੜ ਹੈ ਉਸੀ ਨੂੰ ਕਹਿ ਰਹੇ ਨੇ ਕਿ ਤੂੰ, ਓਏ ਮੇਰੇ ਮਨ, ਸਾਰੇ ਅੰਗ ਸੁਰਤ ਮਤਬੁੱਧ ਸਾਰੇ ਕਹਿ ਰਹੇ ਨੇ ਤੁਸੀਂ ਸਾਨੂੰ ਟਿਊਨਡ ਕੀਤਾ ਹੈ, ਸ਼ੁਕਰ ਤੁਹਾਡੀ ਮਿਹਰਬਾਨੀ। ਤੁਸੀਂ ਹੁਣ ਸਾਨੂੰ ਸੁਰ ਕਰ ਦਿੱਤਾ ਹੈ। ਸੁਰ ਤੋਂ ਆਸੁਰ ਨਾ ਕਰਨਾ, ਸੁਰ ਤੋਂ ਬੇਸੁਰਾ ਨਾ ਕਰਨਾ। ਮੈਂ ਮਿਊਜ਼ੀਸ਼ੀਅਨਸ ਕੋਲ ਬੈਠਦਾ ਰਿਹਾ ਨਾ, ਤਾਂ ਮਿਊਜ਼ੀਸ਼ੀਅਨਸ ਮੈਨੂੰ ਕਹਿੰਦੇ ਨੇ ਭੁਪਿੰਦਰ ਸਿੰਘ ਜੀ ਤੁਸੀਂ ਇੱਥੋਂ ਬੇਸੁਰਾ ਗਾਇਆ, ਇੱਥੋਂ ਬੇਸੁਰਾ ਗਾਇਆ। ਮੈਂ ਕਿਹਾ ਅੱਛਾ ਤੁਸੀਂ ਜਰਾ ਬੇਸੁਰਾ ਗਾ ਕੇ ਦੱਸ ਦਿਓ। ਕਹਿੰਦਾ ਇੱਕ ਵਾਰੀ ਸੁਰ ਆ ਜਾਏ ਨਾ, ਫਿਰ ਬੇਸੁਰਾ ਗਾਣਾ ਔਖਾ ਹੋ ਜਾਂਦਾ ਹੈ ਸਾਡੇ ਕੋਲੋਂ। ਵੀ ਕੈਨ ਨੋਟ ਪ੍ਰੀਟੈਂਡ ਈਵਨ, ਬੇਸੁਰਾ ਗਾਇਆ ਨਹੀਂ ਜਾਂਦਾ। ਜਿਹੜੇ ਸੁਰ ਹੋ ਜਾਣ ਨਾ, ਜੇ ਘਰ ਸਾਧਨਾ ਸੇਵਿਓ ਹਰ ਕੀ ਸੇਵਾ ਨਾ, ਤੇ ਘਰ ਮਰਗਟ ਸਾਰਖੇ ਭੂਤ ਵਸਿਆ ਤੀਨ ਮਾਏ। ਜਿਹੜੇ ਅਸੁਰ ਹੋ ਜਾਂਦੇ ਨੇ ਉਹ ਭੂਤਾ ਪ੍ਰੇਤਾ ਵਾਲਾ ਜੀਵਨ ਜੀਂਦੇ। ਪਰ ਜਿਹੜੇ ਇੱਕ ਵਾਰੀ ਜਿਨ ਮਾਨਸ ਤੇ ਦੇਤੇ ਕੀ ਹੋ ਗਏ ਨਾ, ਹੋ ਗਏ, ਉਹ ਜਪੀ ਚ ਆ ਗਏ ਨੇ, ਉਹ ਗੁਰ ਤੇ ਮਹਿਲ ਪ੍ਰਾਪਤ ਹੋ ਗਏ ਨੇ। ਉਹ ਗੁਰ ਕਾ ਸ਼ਬਦ ਸਦਾ ਸਲਾਹੀ, ਇਸੀ ਨੂੰ ਜੀਂਦੇ ਨੇ। ਕਿਉਂਕਿ ਸਭ ਨਾ ਸਿਰ ਤੂੰ ਏਕੋ ਸਾਹਿਬ, ਇਹ ਸਾਹਿਬ ਹੈ ਮਨ। ਇਹ ਤੂੰ ਕੌਣ ਹੈ? ਉਹ ਮਨ, ਜਿਹੜਾ ਮਨ ਪਾਤਸ਼ਾਹ ਬਣ ਗਿਆ ਹੈ। ਸਭਨਾ ਸਿਰ ਤੂੰ, ਇੱਕ ਇੱਕ ਈਚ ਰੋਮ ਰੋਮ ਇੰਦਰੇ ਗਿਆਨ ਇੰਦਰੇ, ਸਾਰਿਆਂ ਦੇ ਸਿਰ ਤੇ ਤੂੰ ਹੈ। ਸ਼ਬਦੇ ਨਾਮ ਸਲਾਹਾ ਹੈ, ਤੂੰ ਸਾਨੂੰ ਉਸੀ ਰੱਬੀ ਸਿਫਤਾਂ ਚ ਪਾਉਂਦਾ ਹੈ ਤੇ ਰੱਬੀ ਸਿਫਤਾਂ ਵਾਲੀ ਸਲਾਹ ਦਿੰਦਾ ਹੈ। ਤੇਰੀ ਮਿਹਰਬਾਨੀ। ਹਾਂਜੀ जी भी जी, बड़े खूबसूरत तरीके नाल आप जी ने समझाना किया है जी। सुखविंदर भी जी। ਹਾਂਜੀ ਵੀਰ ਜੀ, ਅਸੀਂ ਨਾ ਜਦੋਂ ਸ਼ਬਦ ਦੀ ਵਿਚਾਰ ਕਰਦੇ ਜਾਂਦੇ ਆ ਤਾਂ ਅਸੀਂ ਸਾਰੇ ਕੋਸ਼ਿਸ਼ ਇਹ ਕਰਿਆ ਕਰੀਏ ਕਿ ਸ਼ਬਦ ਦੇ ਕੰਟੀਨਿਊਟੀ ਨੂੰ ਨਾ ਅਸੀਂ ਬਰਕਰਾਰ ਰੱਖਿਆ ਕਰੀਏ। ਕਿਉਂਕਿ ਸਤਿਗੁਰੂ ਜੀ ਜਿਸ ਕੰਟੀਨਿਊਟੀ ਦੇ ਵਿੱਚ ਸ਼ਬਦ ਦੱਸਦੇ ਆ ਰਹੇ ਹੁੰਦੇ ਨਾ, ਅਸੀਂ ਉਹਨਾਂ ਅਰਥਾਂ ਤੋਂ ਇੱਕ ਤਾਂ ਬਾਹਰਲੀ ਵਾਲੀ ਸ੍ਰਿਸ਼ਟੀ ਦੇ ਅਰਥ ਕਰਨ ਵਾਲੇ ਪਾਸੇ ਨਾ ਜਾਇਆ ਕਰੀਏ। ਸਾਨੂੰ ਇਹ ਬਹੁਤ ਧਿਆਨ ਰੱਖਣਾ, ਕਿਉਂਕਿ ਸਤਿਗੁਰੂ ਜੀ ਜਿਸ ਕੰਟੀਨਿਊਟੀ ਵਿੱਚ ਸਾਨੂੰ ਸਮਝਾ ਰਹੇ ਹੁੰਦੇ ਆ ਨਾ, ਜੋ ਸਾਡਾ ਬਾਂਹ ਫੜ ਕੇ ਸਤਿਗੁਰੂ ਜੀ ਸਾਨੂੰ ਲਿਜਾ ਰਹੇ ਇਸ ਯਾਤਰਾ ਤੇ, ਯਾਤਰਾ ਕਰਵਾ ਰਹੇ ਆ, ਅਸੀਂ ਉਹ ਕਨਸੈਪਟ ਦੇ ਨਾਲ ਚੱਲਣਾ ਚਾਹੀਦਾ ਹੈ। ਜਿਸ ਨੂੰ ਸਤਿਗੁਰੂ ਜੀ ਉੱਪਰ ਦੇਖੋ ਆਪ ਬੋਲ ਕੇ ਗਏ ਨੇ ਕਿ ਤੂੰ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸ਼ਾਹਾਂ ਪਾਤਸ਼ਾਹ ਹੈ। ਜਿਹਨੂੰ ਆਖਰੇ ਨਾ ਉੱਪਰ ਸਿਰ ਸ਼ਾਹ ਕਹਿੰਦੇ ਤੂੰ ਪਾਤਸ਼ਾਹ, ਸਾਚਾ ਪਾਤਸ਼ਾਹ ਮੇਰਾ ਬਣੇ, ਉਸੇ ਨੂੰ ਥੱਲੇ ਆਖਰੇ ਨੇ ਕਹਿੰਦੇ ਹੁਣ ਸਭਨਾ ਸਿਰ ਤੂੰ ਏਕੋ ਸਾਹਿਬ। ਉੱਪਰ ਜਿਸੋ ਕਹਿੰਦੇ ਨੇ
सच्चा सब सिर शाहा पातशाह है उरे बोलने ने पातशाह दी जबत उरे उरे शब्द वरत रहे ने तू एको साहिब। ਹੁਣ ਜਿਹੜਾ ਲਫ਼ਜ਼ ਆ ਰਿਹਾ ਇਸ ਬੰਦ ਦੇ ਵਿੱਚ ਵਿਛੋੜਾ ਹੈ, ਵਿਛੋੜੇ ਨੂੰ ਆਪਾਂ ਨਾਲ ਮਿਲਾਵਾਂਗੇ ਸਭਨਾ ਦੇ ਨਾਲ। ਜਿਹੜਾ ਮਨ ਪਹਿਲਾਂ ਦੇਖੋ ਸਾਡਾ ਗੁਰੂ ਹੈ ਨਾਮ, ਸਾਡਾ ਗੁਰੂ ਹੈ ਸੱਚ, ਸਾਡਾ ਪ੍ਰਮਾਤਮਾ ਹੈ ਨਾਮ, ਸਾਡਾ ਪ੍ਰਮਾਤਮਾ ਹੈ ਸੱਚ, ਸਾਡਾ ਪ੍ਰਮਾਤਮਾ ਹੈ ਹੁਕਮ। ਤੇ ਹੁਕਮਾਂ ਵਿੱਚ ਕੌਣ ਨਹੀਂ ਸੀ ਮਿਲਿਆ ਹੋਇਆ ਪਹਿਲਾਂ। ਅਸੀਂ ਫਿਰ ਦੁਬਾਰਾ ਉਸ ਨੂੰ ਪਿੱਛੇ ਜਾਈਏ। ਸਤਿਗੁਰੂ ਜੀ ਕਹਿੰਦੇ ਨੇ ਮਨ ਨਹੀਂ ਸਿਰਫ ਹੁਕਮਾਂ ਦੇ ਵਿੱਚ ਚੱਲਦਾ, ਮਨ ਹੁਕਮ ਦੇ ਨਾਲ ਨਹੀਂ ਮਿਲਿਆ ਹੋਇਆ, ਬਾਕੀ ਸ੍ਰਿਸ਼ਟੀ ਦਾ ਇੱਕ ਕਣ ਹੁਕਮਾਂ ਵਿੱਚ ਚੱਲ ਰਿਹਾ ਹੈ। ਸਿਰਫ ਮਨ ਹੁਕਮ ਦੇ ਨਾਲ, ਨਾਮ ਦੇ ਨਾਲ, ਸੱਚ ਦੇ ਨਾਲ ਮਿਲਿਆ ਹੋਇਆ ਨਹੀਂ ਸੀ। ਇਹ ਤਾਂ ਹੀ ਇਸ ਨੂੰ ਸੱਚਾ ਨਹੀਂ ਸੀ ਬਣਿਆ। ਇਹ ਕਹਿੰਦੇ ਜਦੋਂ ਮਨ ਸੱਚ ਦੇ ਨਾਲ ਮਿਲ ਗਿਆ, ਹੁਕਮਾਂ ਦੇ ਨਾਲ ਮਿਲਿਆ, ਭਾਵ ਇਹਨੇ ਆਪਣਾ ਜੀਵਨ, ਜਦੋਂ ਮਨ ਦਾ ਜੀਵਨ ਹੁਕਮਾਂ ਦੇ ਵਿੱਚ ਆ ਜਾਂਦਾ ਹੈ, ਸੱਚ ਦੇ ਅਕੋਰਡਿੰਗ ਅਸੀਂ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦਾ, ਇਹਦੇ ਖਿਆਲ ਵੀ ਸੱਚੇ ਹੋ ਜਾਂਦੇ ਨੇ, ਤਾਂ ਜਿਹੜਾ ਇਹ ਅੰਦਰ ਵਾਲੀ ਜਿਸਨੂੰ ਆਖਦੇ ਨਾ, ਹੁਣ ਅੰਦਰ ਜਿਹੜੀ ਸਾਡੀ ਅੰਦਰ ਵਾਲੀ ਕੁਦਰਤ ਹੈ ਨਾ ਜਿਹੜੀ, ਉਹਦੇ ਵਿੱਚ ਹੁਣ ਮਨ ਮਿਲ ਚੁੱਕਾ ਹੋਇਆ ਹੈ ਨਾਮ ਦੇ ਨਾਲ, ਸੱਚ ਦੇ ਨਾਲ। ਸਤਿਗੁਰੂ ਜੀ ਇੱਥੇ ਤੱਕ ਸਾਨੂੰ ਲਿਆਂਦੇ ਆ ਸਮਝਾ ਕੇ ਲਿਆ ਰਹੇ ਨੇ ਕਿ ਮਨ ਨਾ, ਹੁਣ ਜਿਹੜਾ ਪਾਤਸ਼ਾਹ ਹੈ ਹੁਕਮ ਸੱਚ, ਉਸ ਪਾਤਸ਼ਾਹ ਨੂੰ ਆਪਣੇ ਮਨ ਵਿੱਚ ਵਸਾ ਚੁੱਕਾ ਹੋਇਆ, ਉਹਨਾਂ ਨਾਲ ਮੇਲ ਚੁੱਕਾ ਹੋ ਗਿਆ ਤੇ ਉਹਦੇ ਵਿੱਚ ਮਰਜ ਹੋ ਚੁੱਕਾ ਹੋਇਆ ਹੋ ਗਿਆ। ਪਹਿਲਾਂ ਕੀ ਸੀ ਕਰਦਾ, ਮਨ ਆਪ ਮਿਲਿਆ ਨਹੀਂ ਸੀ ਹੋਇਆ, ਤੇ ਜੋ ਮਨ ਦੀ ਆਪਣੀ ਮੱਤ ਸੀ ਉਹੀ ਬਾਕੀਆਂ ਨੂੰ ਵੀ ਅੱਗੇ ਆਪਣੇ ਇੰਦਰੀਆਂ ਨੂੰ ਸਮਝਾਉਂਦਾ ਸੀ। ਇੰਦਰੀ ਕਰਮ ਇੰਦਰੀ ਪੂਰੇ ਬਾਡੀ ਦੇ ਇੱਕ ਅੰਗ ਨੂੰ ਸਮਝਾਉਂਦਾ ਸੀ, ਉਹਨਾਂ ਨੂੰ ਵੀ ਵਿਛੋੜ ਕੇ ਰੱਖਦਾ ਸੀ ਨਾਮ ਦੇ ਨਾਲੋਂ, ਮਨ ਵਿਛੋੜ ਕੇ ਰੱਖਦਾ ਸੀ। ਜੇ ਅਸੀਂ ਇਹਦੇ ਅਰਥ ਬਾਹਰਲੇ ਵਾਲੇ ਰੱਬ ਦੇ ਕਰਾਂਗੇ ਨਾ, ਫਿਰ ਬਹੁਤ ਗੜਬੜ ਹੋ ਜਾਏਗੀ। ਫਿਰ ਤਾਂ ਅਸੀਂ ਇਹ ਕਹਾਂਗੇ ਵੀ ਜੇ ਉਹ ਵਿਛੋੜਦਾ ਫਿਰ ਆਪਣੇ ਆਪ ਮੇਲ ਵੀ ਲਵੇਗਾ, ਨਹੀਂ, ਅਸੀਂ ਅੰਦਰ ਹੀ ਰੱਖਣਾ ਹੈ ਇਹ ਅਰਥਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਮਨ ਵਿਛੋੜਦਾ ਹੈ। ਸਤਿਗੁਰੂ ਜੀ ਕੋ ਮਨ ਕੋਲ ਨਾਮ ਨਹੀਂ ਸੀ, ਮਨ ਕੋਲ ਸੱਚ ਨਹੀਂ ਸੀ, ਇਸ ਲਈ ਮਨ ਨੇ ਇੰਦਰੀ ਗਿਆਨ ਇੰਦਰੀਆਂ ਨੂੰ ਵੀ ਕਦੀ ਸੱਚ ਨਹੀਂ ਸੀ ਦਿੱਤਾ, ਉਹਨਾਂ ਨੂੰ ਵੀ ਕਦੀ ਸੱਚ ਨਾਲ ਨਹੀਂ ਸੀ ਮਿਲਾਇਆ, ਕਿਉਂਕਿ ਮਨ ਕੋਲ ਹੈ ਹੀ ਨਹੀਂ ਸੀ ਸੱਚ। ਮਨ ਆਪ ਨਾਮ ਦੇ ਨਾਲ ਨਹੀਂ ਮਿਲਿਆ ਸੀ, ਤਾਂ ਇੰਦਰੀ ਗਿਆਨ ਇੰਦਰੀ ਭਾਵ ਸਾਰੇ ਅੰਗਾਂ ਨੂੰ ਵੀ ਇਹਨੇ ਵਿਛੋੜ ਕੇ ਰੱਖਿਆ ਹੋਇਆ ਸੀ। ਹੁਣ ਜਦੋਂ ਮਨ ਆਪ ਗੁਰੂ ਦਾ ਸ਼ਬਦ ਸਲਾਹਣ ਲੱਗ ਗਿਆ, ਗੁਰੂ ਦੇ ਸ਼ਬਦ ਦੇ ਨਾਲ ਮੇਲ ਹੋ ਗਿਆ, ਇਹ ਸਾਰਿਆਂ ਦੇ ਉੱਪਰ ਸੱਚਾ ਸਾਹਿਬ ਬਣ ਗਿਆ। ਅੰਦਰ ਬੈਠਾ ਹੈ ਪਹਿਲਾਂ ਵੀ ਸੀ, ਪਹਿਲਾਂ ਪਰ ਇਹ ਕੂੜਾ ਸਾਹਿਬ ਸੀ, ਝੂਠਾ ਸਾਹਿਬ ਸੀ, ਹੁਣ ਸੱਚਾ ਸਾਹਿਬ ਇੱਕੋ ਬਣ ਗਿਆ। ਹੁਣ ਇਹ ਸਾਰਿਆਂ ਨੂੰ ਆਪ ਮੇਲ ਕੇ, ਫਿਰ ਹੁਣ ਪਹਿਲਾਂ ਇਹ ਆਪ ਮਿਲਿਆ, ਆਪ ਜਪਿਆ, ਇਸ ਨੂੰ ਜਿਸਨੂੰ ਕਹਿੰਦੇ ਨੇ ਆਪ ਜਪੋ, ਸਾਨੂੰ ਵੀ ਕਹਿੰਦੇ ਨੇ, ਇਹਨੇ ਆਪ ਜਪਿਆ, ਮਿਲਾਪ ਹੋ ਗਿਆ। ਫਿਰ ਹੁਣ ਦੂਜਿਆਂ ਨੂੰ ਵੀ ਜਪਾ ਰਿਹਾ ਹੈ, ਦੂਜਿਆਂ ਨੂੰ ਵੀ ਸਤਿਗੁਰੂ ਜੀ ਦੇ ਨਾਮ ਦੇ ਨਾਲ ਜੋੜ ਰਿਹਾ, ਤੇ ਹੁਣ ਵਿਛੋੜ ਨਹੀਂ ਦਿੰਦਾ, ਭਾਵ ਉਹਨਾਂ ਨੂੰ ਕਦੀ ਵੀ ਹੁਣ ਇਹ ਗਲਤ ਮੱਤ ਦਿੰਦਾ ਹੀ ਨਹੀਂ, ਵਿਛੋੜਨ ਵਾਲੀ ਵਿਛੋੜਾ ਨਾ, ਉਹਨਾਂ ਨੂੰ ਗਲਤ ਮੱਤ ਦੇ ਕੇ ਸੱਚ ਤੋਂ ਵਿਛੋੜਦਾ ਹੀ ਨਹੀਂ ਕਈ ਹੁਣ, ਕਿਉਂਕਿ ਹੁਣ ਗੁਰੂ ਕੇ ਸ਼ਬਦ ਸਦਾ ਸਲਾਹੀ, ਆਪ ਵੀ ਸਲਾਹਦਾ ਤੇ ਉਹਨਾਂ ਨੂੰ ਵੀ ਇਹ ਸਲਾਹਣਾ ਕਰਵਾਉਂਦਾ, ਤੇ ਉਹ ਵੀ ਸਲਾਹਣ ਕਰਨ ਲੱਗ ਗਏ ਨੇ। ਸ਼ਬਦ ਦੇ ਨਾਮ ਸਲਾਹ ਹੈ, ਗੁਰੂ ਦਾ ਸ਼ਬਦ, ਗੁਰੂ ਦੇ ਨਾਮ ਦੁਆਰਾ ਹੀ ਇਹ ਸਲਾਹ ਕਰ ਰਹੇ ਨੇ। ਇਹ ਸਾਰਿਆਂ ਦੇ ਸਿਰ ਤੇ ਏਕੋ ਸਾਹਿਬ, ਜਿਸ ਨੂੰ ਪਿੱਛੇ ਕਹਿ ਰਹੇ ਸਭਨਾ ਸਿਰ ਸ਼ਾਹਾਂ ਪਾਤਸ਼ਾਹ ਹੈ। ਔਰ ਹੁਕਮ ਹੀ ਹੁਕਮ, ਉਹ ਪਿਛਲੇ ਬੰਦਾ ਵਿੱਚ ਆ ਕੇ ਆਇਆ ਸੀ, ਹੁਕਮ ਮੰਨੇ ਸੋ ਸੁਖ ਪਾਏ, ਹੁਕਮ ਸਿਰ ਸ਼ਾਹਾਂ ਪਾਤਸ਼ਾਹ ਹੈ। ਹੁਕਮ ਰੂਪ ਨੂੰ ਹੀ ਇੱਥੇ ਆਖਦੇ ਨੇ ਏਕੋ ਸਾਹਿਬ, ਹੁਕਮ ਨੂੰ ਹੀ ਪਿੱਛੇ ਪਾਤਸ਼ਾਹ ਆਖਦੇ ਨੇ। ਕਹਿੰਦੇ ਜਦੋਂ ਮਨ ਆਪ ਰੱਬੀ ਹੁਕਮਾਂ ਵਿੱਚ ਚੱਲਣ ਲੱਗ ਜਾਂਦਾ ਹੈ, ਜੋ ਜਿਸਨੂੰ ਆਖਦੇ ਨੇ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਇਹ ਹੁਣ ਚੱਲਣ ਲੱਗ ਜਾਂਦਾ ਹੈ, ਭਾਵ ਇਹਦਾ ਮਨ ਦਾ ਹੁਕਮਾਂ ਨਾਲ ਮਿਲਾਪ ਹੋ ਗਿਆ, ਤੇ ਬਾਕੀ ਸਾਰੇ ਅੰਗਾਂ ਨੂੰ ਵੀ ਹੁਣ ਹੁਕਮਾਂ ਦੇ ਨਾਲ ਮਿਲਾ ਲੈਂਦਾ, ਫਿਰ ਵਿਛੋੜਦਾ ਨਹੀਂ, ਉਹਨਾਂ ਨੂੰ ਕਦੀ ਵੀ ਇਸ ਤਰ੍ਹਾਂ ਦੀ ਮੱਤ ਨਹੀਂ ਦਿੰਦਾ ਜਿਹਦੇ ਨਾਲ ਉਹ ਅੰਗ ਵੀ ਫਿਰ ਵਿਕਾਰੀ ਕਰਮ ਕਰਨ ਲੱਗ ਜਾਣ ਜਾਂ ਵਿਕਾਰਾਂ ਵੱਲ ਚਲੇ ਜਾਂਦੇ। ਨਹੀਂ, ਹੁਣ ਇਹ ਆਪ ਨਾਮ ਦੀ ਸਲਾਹ ਕਰਦਾ, ਸ਼ਬਦ ਦੀ ਸਲਾਹ ਕਰਦਾ, ਤੇ ਉਹਨਾਂ ਨੂੰ ਵੀ ਸ਼ਬਦ ਦੀ ਸਲਾਹ ਕਰਾ ਕੇ ਹਮੇਸ਼ਾ ਨਾਮ ਨਾਲ ਜੋੜੀ ਰੱਖਦਾ। ਹਾਂਜੀ ਜੀ ਵੀਰ ਜੀ, ਬੜੇ ਅੱਛੇ ਤਰੀਕੇ ਨਾਲ ਆਪ ਜੀ ਸਮਝਾਣਾ ਕਰ ਰਹੇ ਹੋ। ਅੱਜ 2 ਪਦਿਆਂ ਦਾ ਪਾਠ ਹੋਇਆ, ਤੇ 2 ਪਦਿਆਂ ਦਾ ਅਸੀਂ ਰਲ ਮਿਲ ਕੇ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ, ਉਪਰੰਤ ਫਿਰ ਸਵਾਲ ਜਵਾਬ ਦਾ ਸੈਸ਼ਨ ਆਰੰਭ ਹੋਣਾ। से भगत सच्चे तेरे मन पाए, दर कीर्तन करें गुर शब्द सुहाए, साची वाणी अंदिन गावे, निर्धन का नाम विसाहाए, जिन आपे मेल विछोड़े नाही, गुर के शब्द सदा सालाही, सबना सिर तू एको साहिब, शब्दे नाम सलाहा है, सबना सिर तू एको साहिब,
ਸ਼ਬਦੇ ਨਾਮ ਸਲਾਹਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੀਤ ਤਜਿੰਦਰ ਵੀਰ ਜੀ। ਵੀਰ ਜੀ ਹਰਵਿੰਦਰ ਸਿੰਘ ਕੈਨੇਡਾ ਵਾਲੇ ਅੰਕਲ ਜੀ ਦਾ ਅੱਜ ਫਸਟ ਕੁਐਸਚਨ ਹੈਗਾ। ਵੀਰ ਜੀ ਮੈਂ ਆਪਣੀ ਤੁਹਾਡੀ ਆਡੀਓ ਔਨ ਕਰਤੀ ਹੈ। ਹਰਵਿੰਦਰ ਅੰਕਲ ਇੱਕ ਵਾਰੀ ਪਰਮਿਸ਼ਨ ਦਿਓ ਆਡੀਓ ਔਨ ਕਰਨ ਦੀ ਤੇ ਆਪਣਾ ਸਵਾਲ ਰੱਖਿਓ। ਹਰਵਿੰਦਰ ਅੰਕਲ ਆਡੀਓ ਔਨ ਨਹੀਂ ਹੋਈ। ਹਰਵਿੰਦਰ ਅੰਕਲ हरविंदर अंकल ऑडियो ऑन करके प्लीज अपना क्वेश्चन रखियो। समा हो रही है जी। ऑन अंकल ऑन होगी सी तुसी फिर म्यूट कर दी गल जी। अंकल ऑन है जी अंकल। हाँ जी वाई खालसा वाई फतेह सारिਆਂ ਨੂੰ। वाहिगुरू जी की फतेह। ਵੀ ਜੀ ਇਹ ਇੱਕ ਮਿੰਟ ਜਿਹੜਾ ਹੁਣ ਸ਼ਬਦ ਪੜ੍ਹ ਰਹੇ ਸੀ ਸਲਾਹਾ ਤੇ ਸਲਾਹੀ ਦੋ ਵਾਰੀ ਵਰਡ ਆਇਆ ਹੈ जी। ਇਹ ਸਲਾਹਾ ਕੀ प्रेज है या कॉन्सेंट है? सुखविंदर वीर जी। हाँ जी वीर जी। सुखविंदर वीर जी ਇਹ ਵਰਡ ਸਲਾਹੀ ਤੇ ਸਲਾਹ ਦੋ ਵਾਰੀ ਆਇਆ ਨਾ। हाँ जी हाँ जी। ਇਹਦਾ ਮੀਨਿੰਗ ਪ੍ਰੇਜ਼ ਹੈ ਜਾਂ ਕਨਸੈਂਟ ਹੈ? ਸਲਾਹ ਕਰ ਰਹੇ ਸਾਰੇ, ਸਲਾਹ ਲੈਂਦਾ ਹੈ, ਸਲਾਹ ਕਰਦਾ ਹੈ। ਵੀਰ ਜੀ ਸਲਾਹ ਲੈ ਕੇ ਐਪਰੀਸ਼ੀਏਟ ਹੋਇਆ ਨਾ। ਵੀਰ ਜੀ ਜਦੋਂ ਸਤਿਗੁਰੂ ਜੀ ਤੋਂ ਅਸੀਂ ਸਤਿਗੁਰੂ ਜੀ ਸਾਨੂੰ ਸਲਾਹ ਦਿੰਦੇ ਨੇ, ਮਨ ਨੇ ਉਹ ਸਲਾਹ ਆਪਣੇ ਅੰਦਰ ਵਸਾ ਲਈ ਤੇ ਹੁਣ ਉਹ ਸਲਾਹ ਦੇ ਅਨੁਸਾਰ ਹੀ ਮਨ ਵੀ ਸਲਾਹ ਕਰ ਰਿਹਾ, ਭਾਵ ਆਪਣਾ ਜੀਵਨ ਵੀ ਸਤਿਗੁਰੂ ਜੀ ਦੀ ਸਲਾਹ ਦੇ ਮੁਤਾਬਕ, ਸਤਿਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਚਲਾ ਰਿਹਾ ਹੈ। ਜੋ ਗੁਰ ਕਹੈ ਸੋਈ ਭਲ ਕੇ ਮਾਨੋ, ਉਹ ਕੰਮ ਕਰਦੇ ਨੇ, ਉਹ ਕੰਮ ਆਪ ਵੀ ਕਰਦਾ ਹੈ। ਉਹ ਹੁਣ ਕਰਦਾ ਤਾਂ ਹੀ ਹੈ ਨਾ ਜਦੋਂ ਸਤਿਗੁਰੂ ਜੀ ਨੇ ਇੱਕ ਵਾਰ ਸਲਾਹ ਦਿੱਤੀ, ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ, ਮਨ ਨੇ ਮੰਨ ਲਈ। ਪਹਿਲਾਂ ਮਨ ਨਹੀਂ ਮੰਨਦਾ ਸੀ, ਜਦੋਂ ਮਨ ਨੇ ਸਿੱਖਿਆ ਮੰਨ ਲਈ, ਮਨ ਨੇ ਸਤਿਗੁਰੂ ਜੀ ਦੀ ਸਲਾਹ ਮੰਨ ਲਈ। ਹੁਣ ਮਨ ਆਪ ਉਹ ਸਲਾਹ ਨੂੰ ਸਲਾਹੀ ਭਾਵ ਉਸ ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਆਪ ਵੀ ਬਤੀਤ ਕਰਦਾ ਤੇ ਆਪਣੇ ਅੰਗਾਂ ਨੂੰ ਵੀ ਉਹੀ ਸਲਾਹ ਦੇ ਕੇ ਉਹਨਾਂ ਨੂੰ ਵੀ ਉਹ ਸਿੱਖਿਆ ਵਿੱਚ ਚਲਾਉਂਦਾ। ਠੀਕ। ਅੱਛਾ, ਇੱਕ ਤੁਹਾਡਾ ਦਿਹਾੜੀ ਮੈਂ ਸ਼ਬਦ ਪੜ੍ਹ ਰਿਹਾ ਸੀ ਉਹਦੇ ਚ, ਹੈਲੋ ਤੇਂਦਰ ਵੀਰ ਜੀ ਅੰਕਲ ਜੀ, ਜੀ ਅੰਕਲ ਜੀ, ਅੰਕਲ ਜੀ। ਹਾਂਜੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ। ਹੈਲੋ ਸਭ ਕੁਛ ਪਾਏ। ਜੀ ਵੀਰ ਜੀ ਆਵਾਜ਼ ਆ ਰਹੀ, ਕੈਰੀ ਔਨ। ਹਾਂਜੀ, ਪੱਲੇ ਸਭ ਕੁਛ ਪਾਏ। ਦੂਜਾ ਸ਼ਬਦ ਹੈ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਦੋਨਾਂ ਵਿੱਚ ਬੁਰਾ ਦਾ ਮਤਲਬ ਕਿਸ ਦਾ ਕੱਢਾਂਗੇ? ਜੀ ਵੀਰ ਜੀ। ਵੀਰ ਜੀ ਜਿਹੜਾ ਹਮ ਤਜ ਲਫ਼ਜ਼ ਆਇਆ ਨਾ, ਕਬੀਰ ਸਭ ਤੇ ਹਮ ਬੁਰੇ, ਉਹਦੇ ਵਿੱਚ ਹੈਗਾ ਕੀ ਕਹਿੰਦੇ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਨਾ, ਹੋ ਮੈਂ ਵਿੱਚੋਂ ਖੋਏ। ਹਮ ਭਾਵ ਹਮ ਵਾਲੇ ਖਿਆਲ, ਭਾਵ ਈਗੋਇਸਟੀ, ਮੇਰੇ ਖਿਆਲ। ਹਮ ਬੁਰੇ ਕਹਿੰਦੇ ਨੇ ਜਿਹੜੇ ਤੇਰੇ ਅੰਦਰ, ਤੂੰ ਨਹੀਂ ਬੁਰਾ, ਅਸੀਂ ਨਹੀਂ ਬੁਰੇ, ਸਾਡੇ ਅੰਦਰ ਜਿਹੜੇ ਹਉਮੈ ਵਾਲੇ ਹੋ ਮੈਂ ਹਮ ਵਾਲੇ ਖਿਆਲ ਨੇ, ਕਹਿੰਦੇ ਉਹ ਉਹਨਾਂ ਨੂੰ ਬੁਰੇ ਆਖਿਆ ਜਾ ਰਿਹਾ। ਸਾਨੂੰ ਸਾਡੀ ਬੋਡੀ ਪ੍ਰਮਾਤਮਾ ਨੇ ਬਣਾਈ ਹੈ, ਇਹ ਸੱਚੇ ਦੀ ਕੋਠੜੀ ਹੈ ਤੇ ਇਹ ਬਿਲਕੁਲ ਸੱਚੀ ਹੈ, ਬਹੁਤ ਵਧੀਆ ਬੋਡੀ ਹੈ, ਇਹ ਸੱਚੀ ਬੋਡੀ ਹੈ, ਇਹ ਸਭ ਕੁਝ ਸਭ ਸੱਚਾ। ਲੇਕਿਨ ਇਹਦੇ ਵਿੱਚ ਜਿਹੜੇ ਸਾਡਾ ਮਨ ਵਸ ਰਿਹਾ ਹੈ, ਮਨ ਦੇ ਜਿਹੜੇ ਖਿਆਲ ਹੈ ਨਾ, ਹਮਤਾ ਵਾਲੇ ਖਿਆਲ, ਹੋ ਵਾਲੇ ਖਿਆਲ, ਹਉਮੈ ਵਾਲੇ ਖਿਆਲ, ਈਗੋਇਸਟਿਕ ਖਿਆਲ, ਕਹਿੰਦੇ ਉਹ ਬੁਰੇ ਹੈ। ਇਹ ਸਭ ਤੇ ਹਮ ਬੁਰੇ। ਕਹਿੰਦੇ ਤੂੰ ਕੀ ਕਰ, ਕਹਿੰਦੇ ਹਮ ਤਜ, ਤੂੰ ਸਿਰਫ ਹਮ ਵਾਲੇ ਖਿਆਲ, ਹਉਮੈ ਵਾਲੇ ਖਿਆਲ ਤਜ ਕਰਨਾ, ਭਲੋ ਸਭ ਕੋਈ, ਕਹਿੰਦੇ ਭਲੇ ਖਿਆਲ ਰਹਿ ਜਾਣਗੇ ਸਿਰਫ। ਕਿਉਂਕਿ ਹਮ ਤੇ ਹਉਮੈ ਤੇ ਨਾਵਾਂ ਨਾਲ ਵਿਰੋਧ ਹੈ। ਨਾਮ ਵਾਲੇ ਖਿਆਲ ਭਲੇ ਖਿਆਲ ਹੈ, ਪਰ ਉਹ ਉੱਥੇ ਨਹੀਂ ਰਹਿ ਸਕਦੇ ਜਦੋਂ ਤੱਕ ਅੰਦਰ ਹਮ ਵਾਲੇ ਖਿਆਲ ਹੈ, ਭਾਵ ਹਉਮੈ ਵਾਲੇ ਖਿਆਲ। ਹਉਮੈ ਵਾਲੇ ਖਿਆਲ ਗਏ, ਇਹਨੂੰ ਕਹਿੰਦੇ ਨੇ ਹਮ ਤਜ। ਕੀ ਆ ਗਿਆ? ਨਾਮ ਵਾਲੇ ਖਿਆਲ, ਭਾਵ ਭਲੇ ਖਿਆਲ ਅੰਦਰ ਆ ਗਏ, ਭਲੇ ਹੀ ਰਹਿ ਗਿਆ ਉੱਥੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਹਾਂ, ਬੁਰੇ ਖਿਆਲਾਂ ਸਾਨੂੰ ਕਹਿੰਦੇ ਨੇ ਤੂੰ ਸਮਝ, ਤੂੰ ਬੁਰੇ ਖਿਆਲਾਂ ਦੇ ਨਾਲ ਤੇਰਾ ਜੀਵਨ ਬਰਬਾਦ ਹੋ ਰਿਹਾ ਹੈ, ਤੂੰ ਨਾ ਬੁਰੇ ਖਿਆਲਾਂ ਤੋਂ ਨਾ ਬੁਰੇ ਖਿਆਲਾਂ ਨੂੰ ਛੱਡ ਦੇ, ਭਾਵ ਹਮ ਵਾਲੇ ਹਉਮੈ ਵਾਲੇ ਖਿਆਲ ਛੋੜ ਦੇ, ਆਪਣੀ ਹਉਮੈ ਦੀ ਮੱਤ ਛੱਡ ਦੇ, ਬੁਰੇ ਤੋਂ ਭਲਾ ਕਰ ਲੈ, ਭਾਵ ਆਪਣੇ ਖਿਆਲ ਭਲੇ ਕਰ ਲੈ, ਭਾਵ ਨਾਮ ਨੂੰ ਆਪਣੇ ਅੰਦਰ ਵਸਾ ਲੈ। ਵਾਹਿਗੁਰੂ ਵਾਹਿਗੁਰੂ।
ਚਲੋ ਜੀ ਅੱਗੇ ਚਲੋ ਜੀ, ਸ਼ੁਕਰ ਜੀ, ਜੀ ਵਾਹਿ ਵੀਰ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤਜਿੰਦਰ ਸਿੰਘ ਵੀਰ ਜੀ ਹੈਗੇ ਨੇ, ਉਹਨਾਂ ਦਾ ਨੈਕਸਟ ਕੁਐਸਚਨ ਹੈਗਾ ਹੈ। ਤਜਿੰਦਰ ਸਿੰਘ ਵੀਰ ਜੀ, ਕੱਲ ਤੁਸੀਂ ਇੱਕ ਕੁਐਸਚਨ ਵਿਚਾਰ ਚਾਹ ਰਹੇ ਸੀਗੇ, ਉਹ ਸ਼ਬਦ ਇੱਕ ਵਾਰੀ ਆਡੀਓ ਔਨ ਕਰਕੇ ਵਿਚਾਰ ਕਰ ਲਿਓ ਵੀਰ ਜੀ। ਤਜਿੰਦਰ ਸਿੰਘ ਵੀਰ ਜੀ। ਵਾਹਿਗੁਰੂ ਜੀ ਕੀ ਫਤਿਹ ਵੀਰ। ਵੀਰ ਜੀ ਮਹਿਲਾ ਨੋਵਾ ਜੀ ਦਾ ਸ਼ਬਦ ਹੈਗਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, अपने ही सुख स्यो सब लाग्यो, क्या दारा क्या उम्मीद। समझाना करियो वीर जी, अंदरली गल गुरु साहब कर रहे ने ना, अंदरली गल करदे पे ना। या बीर जी, या हरविंदर बीर जी समझाना करियो वीर जी। वाहिगुरु जी का खालसा, वाहिगुरु जी की फतेह। हेलो जी बीर जी कैरी ऑन। आवाज आ रही है थोड़ी। ਜਿਹੜਾ ਅਭੀ ਇੱਕ ਹੋਰ ਸ਼ਬਦ ਆਂਦਾ ਵੀ ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੋੜੇਨ ਸੋ ਖਾਦਾਤਾ, ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਪੁਰ ਬਾਦਾਤਾ। ਵੀ ਜਿਹੜਾ ਹਰ ਬੰਦਾ ਜਿਹੜਾ ਹੈ ਨਾ, ਉਹਦਾ ਇੰਟੈਂਸ਼ਨ ਜਿਹੜਾ ਹੈ ਨਾ, ਉਹ ਆਪਣੇ ਹੀ ਸੈਲਫ ਸੈਂਟਰਡ, ਭਾਵੇਂ ਜਿਤਨੇ ਵੀ ਸਾਰੇ ਸੰਬੰਧ ਨੇ ਉਹਨਾਂ ਅੰਦਰ ਉਹ ਹਰ ਬੰਦਾ ਸੈਲਫ ਸੈਂਟਰਿਕ ਹੈ। ਕਾਮਨ ਲੋੜੇ ਸੋਇਨਾ ਰੂਪਾ, ਜਨਾਨੀ ਨੂੰ ਕੀ ਚਾਹੀਦਾ ਹੈ ਵੀ ਮੈਨੂੰ ਹੋਰ ਸੋਨਾ ਰੂਪਾ ਤੋਂ ਪਾਓ, ਸੋਨਾ ਚਾਂਦੀ ਹੋਰ ਮਿਲ ਜਾਵੇ। ਮਿੱਤਰ ਲੋੜੇਨ ਸੋ ਖਾਦਾਤਾ, ਜਿਹੜੇ ਦੋਸਤ ਯਾਰ ਨੇ ਉਹਨਾਂ ਨੂੰ ਕੀ ਚਾਹੀਦਾ ਪਾਰਟੀ, ਵੀ ਮੈਂ ਉਹ ਤੋਂ ਜਿੱਥੇ ਜਾ ਕੇ ਜੇ ਖਾਣ ਪੀਣ ਦਾ ਕੰਮ ਨਹੀਂ ਹੋਏਗਾ ਤੇ ਉੱਥੇ ਉਹ ਤੇ ਵੇਲੇ ਬੋਲਣ ਗੰਦ। ਤੇ ਵੀ ਉਹ ਕਹਿੰਦਾ ਨਾਨਕ ਪਾਪ ਕਰੇ ਤਿੰਨ ਕਾਰਨ, ਜਗਤ ਮੈਂ ਝੂਠੀ ਦੇ ਕੀ ਪਾਓ, ਕਿਸੇ ਨੇ ਤੇਰੇ ਨਾਲ ਨਿਭਣਾ ਨਹੀਂ। ਇਹ ਹਰ ਚੀਜ਼ ਜਿਹੜੀ ਹੈ ਨਾ, ਉਹ ਕਹਿੰਦਾ ਵੀ ਉਹ ਕੋਈ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ। ਤੇ ਉਹਨਾਂ ਦੇ ਕਾਰਨ ਕਹਿੰਦੇ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਜੇ ਤੂੰ ਉਹਨਾਂ ਦੇ ਇਹ ਨਹੀਂ ਕਿ ਉਹਨਾਂ ਦੀ ਅਸੀਂ ਉਹਨਾਂ ਦੇ ਨਾਲ ਰਹਿਣਾ ਵੀ ਹੈ, ਉਹ ਉਹਨਾਂ ਦੀ ਦੇਖਭਾਲ ਜਿਹੜੀ ਹੈ ਨਾ, ਜੋ ਸਾਡੀ ਹਰ ਇੱਕ ਦੀ ਜ਼ਿੰਮੇਵਾਰੀ ਹੈ। ਵੀ ਜੇ ਉਹ ਕਮਾਨ ਦੀ ਕਿਤੇ ਜ਼ਿੰਮੇਵਾਰੀ ਹੈ, ਘਰ ਸਾਂਭਣ ਦੀ ਕਿਤੇ ਜ਼ਿੰਮੇਵਾਰੀ ਹੈ, ਜੋ ਬੱਚਾ ਪੜ੍ਹਦਾ ਪਿਆ, ਲੇਕਿਨ ਕੋਈ ਤੁਹਾਡਾ ਐਂਡ ਵਿੱਚ ਸਾਥ ਨਹੀਂ ਦੇਣ ਵਾਲਾ, ਜਿੱਥੇ ਯੂ ਵਿਲ ਹੈਵ ਟੂ ਪੇ ਫॉर योर ओन ਡੀਡਸ। ਹਾਂਜੀ ਵੀਰ ਜੀ। ਭੁਪਿੰਦਰ ਵੀਰ ਜੀ ਪਲੀਜ਼ ਇੱਕ ਵਾਰੀ ਸ਼ਬਦ ਦੀ ਵਿਚਾਰ ਤੁਸੀਂ ਵੀ ਇਹ ਵਾਲੇ ਦੀ ਸਾਂਝ ਪਾਇਓ। ਤੁਹਾਡੀ ਆਡੀਓ ਆਫ ਹੈ ਭੁਪਿੰਦਰ ਵੀਰ ਜੀ। ਹਾਂਜੀ ਮੈਂ ਆਡੀਓ ਔਨ ਕੀਤਾ ਜੀ ਵੀਰ ਜੀ। ਪ੍ਰਦੀਪ ਵੀਰ ਜੀ ਸ਼ਬਦ ਵੀ ਇੱਕ ਵਾਰੀ ਸਕਰੀਨ ਤੇ ਸ਼ੇਅਰ ਕਰ ਦਿਓ ਜੀ। ਭੁਪਿੰਦਰ ਵੀਰ ਜੀ। ਹੈਲੋ ਜੀ ਭੁਪਿੰਦਰ ਵੀਰ ਜੀ ਪਲੀਜ਼ ਕੈਰੀ ਔਨ। ਦੇਖੋ ਅਸੀਂ ਸ਼ਬਦ ਦੇ ਅੰਦਰਲੇ मीनिंग ਇਸ ਕਰਕੇ ਕਰਦੇ ਹਾਂ ਤਾਂ ਕਿ ਮੈਂ ਫਿਕਸਅਪ ਹੋ ਜਾ ਔਰ ਮੇਰੇ ਕਾਰਨ ਫਿਰ ਮੇਰਾ ਸਮਾਜ ਫਿਕਸਅਪ ਹੋਏਗਾ। ਅਲਟੀਮੇਟਲੀ ਅਸੀਂ ਆਪਣੀ ਇਹ ਸਾਰੀ ਦੁਨੀਆ ਦਾ ਨਵਾਂ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਚੈਰਿਟੀ ਬਿਗਨਸ ਐਟ ਹੋਮ। ਜਦੋਂ ਅਸੀਂ ਇਸ ਨੂੰ ਡਿਸਕਸ ਕੀਤਾ ਸੀ ਨਾ, ਤਾਂ ਅਸੀਂ ਪਹਿਲੀ ਗੱਲ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਗੁਰੂ ਸਾਹਿਬ ਸਾਨੂੰ ਸਾਰਿਆਂ ਨਾਲ ਪ੍ਰੀਤ ਕਰਨਾ ਸਿਖਾਉਂਦੇ ਨੇ। ਗੁਰੂ ਸਾਹਿਬ ਨਹੀਂ ਕਹਿੰਦੇ ਨੇ ਕਿ ਤੂੰ ਲੋਕਾਂ ਨਾਲ ਪ੍ਰੀਤ ਨਾ ਕਰ, ਪਰ ਅਸੀਂ ਲੋਕਾਂ ਦੇ ਨਾਲ ਰੂਡ ਹੋ ਗਏ ਵੀ ਮੈਂ ਤੇ ਧਰਮੀ ਹੋ ਗਿਆ, ਤੁਸੀਂ ਸਾਰੇ ਝੂਠੇ ਹੋ ਤੇ ਝੂਠੀ ਪ੍ਰੀਤ ਕਰਦੇ ਹੋ ਤੇ ਕਿਸੇ ਤੇ ਪਤੀ ਪਤਨੀ ਮਾਂ ਪਿਓ ਵੋਟੀ ਬੱਚਿਆਂ ਤੇ ਟੇਕ ਰੱਖਣੀ ਨਹੀਂ ਚਾਹੀਦੀ, ਨਾ ਉਹਨਾਂ ਨਾਲ ਪ੍ਰੀਤ ਕਰਨੀ ਚਾਹੀਦੀ ਹੈ। ਇਸ ਤਰੀਕੇ ਦਾ ਕਨਸੈਪਟ ਪਬਲਿਕ ਵਿੱਚ ਫੈਲ ਗਿਆ। ਇਹ ਵਾਲਾ ਕਨਸੈਪਟ ਤਾਂ ਫੈਲਦਾ ਹੈ ਜਦੋਂ ਸੋ ਕਾਲਡ ਸੰਤ ਬਾਬੇ ਜਿਹੜੇ ਸੋ ਕਾਲਡ ਬ੍ਰਹਮਚਾਰੀ ਬ੍ਰਹਮ ਗਿਆਨੀ ਹੁੰਦੇ ਨੇ, ਉਹ ਸਾਡੇ ਸਾਰੇ ਟੱਬਰ ਦੀ ਨਿੰਦਾ ਕਰਦੇ ਨੇ। ਗੁਰਮਤ ਅਨੁਸਾਰ ਉਸ ਦਿਨ ਭੂਆ ਜੀ ਵੀ ਬੋਲੇ ਸੀ ਕਿ ਮਦਰ ਦਾ ਜਿਹੜਾ ਮੋਹ ਹੈ ਨਾ, ਉਹ ਝੂਠਾ ਨਹੀਂ ਹੈ ਬੱਚੇ ਦੇ ਨਾਲ। ਸਾਡਾ ਮੋਹ ਤੇ ਮੇਰੀ ਮਨ ਕੀ ਮਤ ਦੇ ਨਾਲ, ਜਿਹੜੀ ਝੂਠੀ ਮਤ ਦੇ ਨਾਲ ਮੇਰਾ ਮੋਹ ਹੈ, ਉਹਨੂੰ ਮਾਇਆ ਕਹਿੰਦੇ ਨੇ। ਉਸ ਅਟੈਚਮੈਂਟ ਦੀ ਗੱਲ ਗੁਰੂ ਸਾਹਿਬ ਨੇ ਨੇਗੇਟ ਕੀਤੀ ਹੈ। ਸੋ ਜਦੋਂ ਅਸੀਂ ਹਰ ਪਹਿਲੇ ਢੀਲਾ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਵਾਲਾ ਸਿੱਖਦੇ ਹਾਂ ਤਾਂ ਆਪਣੀ ਵਨਨੈਸ ਵਿਦ ਗੋਡ ਰੱਬ ਜੀ ਦੇ ਨਾਲ ਸਿੱਖਦੇ ਹਾਂ। ਅਤੇ ਇਸ ਤੋਂ ਇਲਾਵਾ ਸਾਨੂੰ ਗ੍ਰਸਤੀ ਜੀਵਨ ਸਿਖਾਇਆ ਗਿਆ। ਗ੍ਰਸਤੀ ਜੀਵਨ ਵਿੱਚ ਅਸੀਂ ਆਪਣੇ ਮਾਪਿਓ ਭੈਣ ਭਰਾ ਟੱਬਰ ਨਾਲ ਪਿਆਰ ਕਰਨਾ ਹੈ। ਪਰ ਅਸੀਂ ਉਹਦੇ 'ਚ ਨਾ ਇੱਕ ਐਂਗਲ ਡਿਸਕਸ ਕੀਤਾ ਸੀ ਕਿ ਇਸ ਜਗਤ ਵਿੱਚ ਲੋਕੀ ਜਦੋਂ ਆਪਣੇ ਵੈਸਟਿਡ ਇੰਟਰਸਟ ਪਿੱਛੇ ਕਿਸੇ ਨਾਲ ਪ੍ਰੀਤ ਪਾਉਂਦੇ ਨੇ ਤਾਂ ਲੋਕਾਂ ਤੋਂ ਲੈ ਕੇ ਮੈਂ ਆਪਣੇ ਤੇ ਆਵਾਂਗਾ। ਜੇ ਮੈਂ ਸੈਲਫਿਸ਼ ਹਾਂ,
मैं मौका प्रस्ताव भी इस बंदे नाल दोस्ती कर लो कल काम आएगा, वो प्रीत झूठी है। सो हुण जदों शब्द नूं असीं अंदर लैके आवांगे तां पता लगेगा मेरे अंदर भी सुत दारा नीत संबंधी हन। ये सारे जिहड़े मेरे नैगेटिव थॉट प्रोसैस दा टब्बर है, इहनूं कहंदे ने ये मन प्यारा तू सदा सच संभाले। ए जिहड़ा नैगेटिव थॉट प्रोसैस दा टब्बर है ना, ये कुटुंब इहनूं कहंदे ने। ये कुटुंब साथ तेरा चले नहीं, ये कुटुंब तुझे देखदा चले नहीं तेरे नाले, साथ तेरे चले नहीं तिस नाल क्यों चितलाई है। मेरा मन इस सारे टब्बर नूं पाल के रखदा है, अपनी कुमत रूपी माता नूं, अपने असंतोख रूपी पिता नूं, अपने अज्ञानता वाले धियां पुत्र भैन भरावां नूं। ए टब्बर गुरमत इस नूं अंदर दा नैगेटिव टब्बर कहंदी है। और इहदे कारण मेरा मन सारे पासे झूठी प्रीत करदा है, क्योंकि मन शरीर नूं दे अध्यास दे स्वाद दे चक्करां च रहिंदा है और उहदे कारण सैल्फिश हो जाता है। सो ये सारा टॉपिक इस पक्षों असी समझांगे तो समाज फिक्सअप करन वास्ते असी इहदी आउटलाइन इंज करांगे कि लोकां नाल सैल्फिश रीजन वास्ते प्रीत पाना झूठी प्रीत होंदी है। गुरु साहब ये नहीं कह रहे ने कि जगत की सारी प्रीत झूठी है। तू जे सैल्फिश रीजन्स पीछे पांदा है तां तेरी प्रीत झूठी है, वरना सारे लोकां नाल प्रेम प्यार करना चाहिए है, हारमनी बनानी चाहिए है। मिठ बोलड़ा तो लैके उन्होंने कहते ने भाख्या पाओ अपार बोलनी चाहिए है। अपने बोलन दे ढंग अपने व्यवहार नूं मृतक लाशां वाला नहीं बनाना चाहिए। सब दे नाल व्यवहार सब कुछ जीवत को व्यवहार वाला जीवन करना चाहिए, वरना तन ते प्राण होत जब न्यारे टेरत पे पुकार। जदों असीं विजडम नूं त्याग दिंदे हां तां साडा जीवन मृतक लाशां वाला भूत प्रेत वाला बन जाता है। हाँ जी जी वी जी, थैंक यू वी जी। नेक्स्ट क्वेश्चन वी जी, मैं एक शब्द दी विचार ਤਜਿੰਦਰ ਵੀਰ ਜੀ ਥੋੜੀ ਹੋਰ ਗੱਲ ਕਰਨੀ ਸੀ ਇਸੇ ਸ਼ਬਦ ਬਾਰੇ। जी वी जी प्लीज वी जी, सॉरी ਵੀਰ ਜੀ ਅਸੀਂ ਇਸ ਸ਼ਬਦ ਦੇ ਵਿੱਚ ਜਗਤ ਮੈਂ ਝੂਠੀ ਦੇਖੀ ਪਈ ਅੰਦਰਲੇ ਜਗਤ ਦੀ ਗੱਲ ਕਿਉਂ ਕਰ ਰਹੇ ਹਾਂ ਨਾ। ਸਾਨੂੰ ਕੁਐਸਚਨ ਵੀ ਸਾਡੇ ਉੱਠਦਾ ਹੋਏਗਾ ਯਾਰ ਇੱਥੇ ਤਾਂ ਬਿਲਕੁਲ ਜਗਤ ਮੈਂ ਝੂਠੀ ਦੇਖੀ ਪਈ, ਲੇਕਿਨ ਅਸੀਂ ਫੇਰ ਇਸ ਸ਼ਬਦ ਨੂੰ ਵੀ ਅੰਦਰ ਲੈ ਗਏ ਵੀ ਇਸ ਸ਼ਬਦ ਨੂੰ ਅਸੀਂ ਅੰਦਰ ਕਿਵੇਂ ਲੈ ਜਾ ਸਕਦੇ ਵੀ ਦੇਖੋ ਬਾਹਰ ਤਾਂ ਹਰ ਇੱਕ ਬੰਦੇ ਦੀ ਸਭ ਝੂਠੀਆਂ ਆਪਣੇ ਆਪਣੇ ਪ੍ਰੀਤਾਂ ਕਰਕੇ ਸਾਰੇ ਲੱਗੇ ਹੋਣ, ਆਪਣੇ ਆਪਣੇ ਮਤਲਬ ਕਰਕੇ ਇੱਕ ਦੂਜੇ ਨਾਲ ਬਤੀਤ ਕਰਨ। ਨਹੀਂ, ਇਹਦੇ ਵਿੱਚ ਨਾ ਵੀਰ ਜੀ ਐਸੇ ਸ਼ਬਦ ਵਿੱਚ ਸਾਨੂੰ ਅੱਗੇ ਜਾਣਾ ਪਏਗਾ। ਇਸੇ ਸ਼ਬਦ ਵਿੱਚ ਅੱਗੇ ਜਾ ਕੇ ਸਤਿਗੁਰੂ ਜੀ ਆਖਦੇ ਨੇ ਮਨ ਮੂਰਖ ਅੱਜ ਹੁਣ ਨਾ ਸਮਝਤ ਸਿੱਖ ਦੈ ਹਾਰਿਓ ਨੀਤ। ਮਨ ਜਿਹੜੇ ਅੰਦਰ ਵਸਦੇ ਸਾਡੇ ਸਤਿਗੁਰੂ ਜੀ ਦੇ ਨਾਲ ਉਹ ਸਾਨੂੰ ਅੰਦਰੋਂ ਆਪਣੀ ਸਲਾਹ ਦਿੰਦੇ ਰਹਿੰਦੇ ਨੇ, ਆਪਣੀ ਸਿੱਖਿਆ ਦਿੰਦੇ ਰਹਿੰਦੇ, ਲੇਕਿਨ ਮਨ ਸੁਣਦਾ ਹੀ ਨਹੀਂ ਪਿਆ। ਮਨ ਮੂਰਖ ਹੈ, ਮਨ ਸੁਣ ਨਹੀਂ ਰਿਹਾ। ਮਨ ਨੇ ਆਪਣਾ ਮੂੰਹ ਰੱਖਿਆ ਹੋਇਆ ਅੱਗੇ, ਸਤਿਗੁਰੂ ਵੱਲ ਆਪਣਾ ਮੂੰਹ ਨਹੀਂ ਕੀਤਾ ਹੋਇਆ। ਮਨ ਮੂਰਖ ਹੈ ਜਿਹੜਾ। ਹੁਣ ਇੱਕ ਗੱਲ ਹੋਰ ਦੇਖੀ ਆਪਾਂ ਬਹੁਤ ਧਿਆਨ ਦੇ ਨਾਲ ਇਹ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਅਸੀਂ ਇਹਦੇ ਅਰਥ ਬਾਹਰਲੀ ਚਲੋ ਬਾਹਰ ਵਾਲੇ ਜਗਤ ਨਹੀਂ ਕਰਦੇ, ਲੇਕਿਨ ਸਾਨੂੰ ਇਹ ਸਮਝਣਾ ਪਏਗਾ ਬਾਹਰ ਵਾਲੇ ਜਗਤ ਦੇ ਵਿੱਚ ਮਨ ਨਹੀਂ ਹੈ ਕਿਤੇ ਵੀ। ਮਨ ਇਸ ਬੋਡੀ ਦੇ ਅੰਦਰ ਜਨਮ ਲੈਂਦਾ ਹੈ ਸਾਡੇ ਪੰਜ ਭੂਤਕ ਸਰੀਰ ਦੇ ਨਾਲ। ਬਾਹਰਲੀ ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਮਨ, ਗੁਰਬਾਣੀ ਨੇ ਵੀ ਬਾਹਰਲੀ ਦੁਨੀਆ ਵਿੱਚ ਮਨ ਦੀ ਗੱਲ ਨਹੀਂ ਕੀਤੀ। ਮਨ ਕਦੋਂ ਜਨਮ ਲੈਂਦਾ? ਇਸ ਬੋਡੀ ਦੇ ਅੰਦਰ। ਔਰ ਕਦੋਂ? ਪੰਜ ਭੂਤਕ ਸਰੀਰ। ਜਦੋਂ ਪੰਜ ਮਿਲਦੇ ਆ ਨਾ, ਇਹ ਮਨ ਧਰਮਾ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮ। ਪੰਜ ਤੱਤਾਂ ਦੇ ਜਦੋਂ ਮਿਲਾਪ ਹੁੰਦਾ ਹੈ ਤਾਂ ਉਦੋਂ ਮਨ ਦਾ ਜਨਮ ਹੁੰਦਾ ਹੈ। ਉਹ ਮਨ ਇਸ ਅੰਦਰਲੇ ਵਾਲੇ ਸਰੀਰ 'ਚ ਜਨਮ ਹੁੰਦਾ ਹੈ। ਬਾਹਰਲੀ ਦੁਨੀਆ 'ਚ ਮਨ ਕਿਤੇ ਨਹੀਂ ਜਨਮ ਲੈ ਸਕਦਾ। ਤੇ ਜੇ ਅਸੀਂ ਕਰਾਂਗੇ ਵੀ ਬਾਹਰਲੀ ਦੁਨੀਆ, ਤਾਂ ਬਾਹਰ ਤਾਂ ਮਨ ਹੁੰਦਾ ਹੀ ਨਹੀਂ। ਮਨ ਤਾਂ ਇਸ ਬੋਡੀ ਦੇ ਅੰਦਰ ਹੈ। ਇਸ ਬੋਡੀ ਦੇ ਅੰਦਰਲੇ ਵਾਲੇ, ਕਿਉਂਕਿ ਇਸ ਬੋਡੀ ਦੇ ਵਿੱਚ ਜਿਹੜਾ ਮਨ ਹੈ ਨਾ, ਕੇਵਲ ਉਹ ਹੀ ਸਤਿਗੁਰੂ ਦੀ ਪ੍ਰੀਤ ਦੇ ਵਿੱਚ, ਸਤਿਗੁਰੂ ਦੇ ਹੁਕਮ ਦੇ ਵਿੱਚ ਨਹੀਂ ਚੱਲ ਰਿਹਾ। ਬਾਕੀ ਬਾਹਰਲੀ ਵਾਲੀ ਜਗਤ ਦੇ ਵਿੱਚ ਤਾਂ ਕਣ ਕਣ ਹੁਕਮ ਦੇ ਵਿੱਚ ਚੱਲ ਰਿਹਾ। ਹੁਕਮ ਤੋਂ ਬਾਹਰ ਜਾ ਹੀ ਨਹੀਂ ਸਕਦਾ। ਬਾਹਰ ਵਾਲਾ ਜਗਤ ਦੇ ਵਿੱਚ ਬਾਹਰਲੇ ਖੰਡ ਮੰਡਲ ਪਾਤਾਲ ਜਾਂ ਜਿਤਨੇ ਜੋ ਵੀ ਅਸੀਂ ਕਹੀਏ, ਜਿਤਨਾ ਬ੍ਰਹਿਮੰਡ ਹੈ, ਜਿਤਨੇ ਲੋਹ ਹੈ, ਜਿਤਨੇ ਇਹ ਤਾਂ ਹੁਕਮ ਦੇ ਵਿੱਚ ਚੱਲਦੇ ਪਏ ਹੈ, ਚੱਲ ਰਹੇ ਸਨ, ਅੱਗੇ ਵੀ ਚੱਲਦੇ ਰਹਿਣਗੇ।
ਜਿਹੜਾ ਸਾਡੇ ਅੰਦਰਲੇ ਜਗਤ ਦਾ ਜਿਹੜਾ ਰਾਜਾ ਹੈ ਨਾ, ਜਿਹੜਾ ਅੰਦਰਲੇ ਜਗਤ ਦਾ ਜਿਹੜਾ ਸਾਈਂ ਹੈ, ਉਹ ਹੈ ਮਨ। ਉਹ ਮੂਰਖ ਹੈ, ਉਸ ਨੂੰ ਸਮਝਾ ਰਹੇ ਨੇ। ਕਹਿੰਦੇ ਜਿਹੜੀ ਤੂੰ ਅੰਦਰਲੀ ਤੇਰੇ ਜਗਤ ਦੀ ਨਾ ਤੂੰ ਪ੍ਰੀਤ ਝੂਠ ਨਾਲ ਪਾਈ ਹੋਈ ਹੈ। ਝੂਠ ਕੀ ਹੈ? ਸੱਚ ਤੋਂ ਉਲਟ ਵਾਲੀ ਗੱਲ। ਸੱਚ ਕੀ ਹੈ? ਸਤਿਗੁਰੂ ਦਾ ਨਾਮ, ਸਤਿਗੁਰੂ ਦੀ ਸਿੱਖਿਆ ਮਨ ਲੈ ਹੀ ਨਹੀਂ ਰਿਹਾ। ਕਹਿੰਦੇ ਨੇ ਮਨ ਮੂਰਖ ਅਜਹੂ ਨਾ ਸਮਝਤ ਸਿੱਖਦਾ ਹਾਰਿਓ ਨੀਤ। ਇਹ ਲੈ ਹੀ ਨਹੀਂ ਰਿਹਾ ਸਿੱਖਿਆ ਸਤਿਗੁਰੂ ਦੀ, ਅੰਦਰ ਬੈਠੇ ਸਤਿਗੁਰੂ ਜੀ ਦੀ। ਇਸ ਲਈ ਜਿਹਦੇ ਅੰਦਰ ਵਾਲੇ ਜਗਤ ਦੀ ਪ੍ਰੀਤ ਝੂਠੀ ਹੈ, ਉਹਦੇ ਨਾਲ ਕੀ ਨੁਕਸਾਨ ਹੋਇਆ? ਮਨ ਹੋ ਗਿਆ ਲੱਭ ਰੂਪ ਰਾਜਾ ਬਣ ਕੇ ਬੈਠ ਗਿਆ। ਉਹਦੇ ਨਾਲ ਕੀ ਨੁਕਸਾਨ ਹੋ ਗਿਆ? ਇਹਦੇ ਸਾਰੇ ਜਿਹੜੇ ਅੰਦਰਲੇ ਦਾਰਾ ਮੀਤ ਹੈ, ਗੁਰਬਾਣੀ ਵਿੱਚ ਦਾਰਾ ਵੀ ਦੱਸਦੇ ਨੇ ਨਾ, ਚੰਗੀ ਡੀਡਸ ਨੂੰ ਆਖਦੇ ਨੇ। ਸ਼ਰਮ ਸੁਰਤ ਤੋਂ ਜਿਹੜੀ ਇਸਤਰੀ ਪੈਦਾ ਹੁੰਦੀ ਹੈ, ਕਰਨੀ ਕਾਮਨ, ਉਸ ਨੂੰ ਦਾਰਾ ਬੋਲਦੇ ਨੇ। ਕਹਿੰਦੇ ਇੱਕ ਕਰਨੀ ਕਾਮਨ, ਚੰਗੀ ਕਰਨੀ ਰੂਪੀ ਇਸਤਰੀ, ਉਸ ਤੋਂ ਉਲਟ ਭੈੜੇ ਆਚਰਣ ਵਾਲੀ ਇਸਤਰੀ, ਇੱਥੇ ਉਹ ਦਾਰਾ ਕਹਿੰਦੇ। ਕਹਿੰਦੇ ਸਾਰੇ ਆਪਣੇ ਮਿੱਤਰ, ਜੇ ਗੁਰਬਾਣੀ ਉਹਦੇ ਵਿੱਚ ਕਿ ਉੱਚੀ ਆਚਰਣ ਨੂੰ ਮਿੱਤਰ ਆਖਦੀ ਹੈ ਜਾਂ ਹੋਰ ਆਖਦੀ ਹੈ ਨਾ, ਮੀਤ ਸਖਾ ਸੰਬੰਧੀ ਆਖਦੀ, ਇੱਥੇ ਨੈਗੇਟਿਵ ਸੈਂਸ ਵਾਲੇ ਮਿੱਤਰ ਯੂਜ਼ ਕਰ ਰਹੇ ਨੇ। ਕਹਿੰਦੇ ਸਾਰੇ ਵੀ ਆਪਣੇ ਆਪਣੇ ਮੱਤ ਵਿੱਚ ਲੱਗੇ ਹੋਏ ਨੇ। ਕਿਉਂ? ਕਦੋਂ? ਕਹਿੰਦੇ ਜਦੋਂ ਮਨ ਮੂਰਖ ਬਣ ਜਾਂਦਾ, ਸਤਿਗੁਰੂ ਦੀ ਸਿੱਖਿਆ ਨਹੀਂ ਲੈਂਦਾ, ਝੂਠ ਨਾਲ ਪ੍ਰੀਤ ਪਾ ਕੇ ਬਹਿ ਜਾਂਦਾ, ਇਹਦੀ ਅੰਦਰਲੀ ਸਾਰੀ ਸ੍ਰਿਸ਼ਟੀ ਝੂਠੀ ਕਹਿੰਦੇ ਨੇ, ਅੰਦਰਲੇ ਜਗਤ ਕਹਿੰਦੇ ਝੂਠੀ ਦੇਖੀ, ਪ੍ਰੀਤ ਦੇਖ ਰਿਹਾ ਵੀ ਅੰਦਰਲੇ ਜਗਤ ਪ੍ਰੀਤ ਝੂਠੀ ਹੈ। ਅੰਦਰਲੇ ਜਗਤ ਨੂੰ ਵੀ ਝੂਠਾ ਨਹੀਂ ਆਖਿਆ ਜਾ ਰਿਹਾ। ਕਹਿੰਦੇ ਮਨ ਅੰਦਰ ਸਿਰਫ ਸੱਚ ਦੀ ਪ੍ਰੀਤ ਲੈ ਲੇਗਾ, ਅਕੀਲੇ ਬੰਦ ਚ ਉਹਨੂੰ ਫਿਰ ਆਖਦੇ ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇਗੀ। ਜਦੋਂ ਮਨ ਸੱਚ ਦੀ ਪ੍ਰੀਤ ਪਾ ਲੇਗਾ, ਪ੍ਰਭੂ ਦੇ ਗੀਤ ਗਾਣ ਲੱਗ ਜਾਏਗਾ, ਭਾਵ ਆਪਣੇ ਆਪ ਵੀ ਤੇ ਪੂਰੇ ਤਨ ਨੂੰ ਰੱਬੀ ਹੁਕਮਾਂ ਦੇ ਵਿੱਚ ਜੀਣ ਲੱਗ ਜਾਵੇਗਾ। ਕਹਿੰਦੇ ਭੌਜਲ ਪਾਰ ਹੋ ਗਏ, ਅੰਦਰਲੀ ਪ੍ਰੀਤ ਵੀ ਸੱਚੀ ਹੋ ਗਈ। ਜਿਹਨੂੰ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਹਿ ਰਹੇ ਆ, ਉਹ ਸੱਚਾ ਹੋ ਜਾਏਗਾ ਜਗਤ ਅੰਦਰਲਾ ਵਾਲਾ। ਇਸ ਜਿਹੜੀ ਹੁਣ ਜਿਸ ਨੂੰ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਖਦੇ, ਇਸੇ ਨੂੰ ਹੀ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਕਹਿੰਦੇ ਦੇਖ ਲੈ ਤੇਰੀ ਤੂੰ ਅੰਦਰਲੀ ਜਗਤ ਦੀ ਰਚਨਾ ਬਣਾਈ ਹੈ ਨਾ, ਇਹ ਸਾਰੀ ਝੂਠ ਤੇ ਟਿਕੀ ਹੋਈ ਹੈ। ਭਾਵ ਤੂੰ ਝੂਠ ਨੂੰ ਆਪਣੇ ਮਨ ਦਾ ਆਧਾਰ ਬਣਾਇਆ ਹੋਇਆ। ਤੂੰ ਗੁਰ ਕੇ ਸ਼ਬਦ ਨੂੰ ਮੰਨੇ ਤਾਂ ਆਪਣੇ ਮਨ ਦਾ ਆਧਾਰ ਨਹੀਂ ਬਣਾਇਆ। ਕਹਿੰਦੇ ਇਸ ਲਈ ਇਹ ਅੰਦਰ ਵਾਲੇ ਜਗਤ ਦੀ ਪ੍ਰੀਤ ਝੂਠ। ਕਿਉਂ? ਕਿਉਂਕਿ ਮਨ ਮੂਰਖ। ਦੇਖੋ ਮਨ ਦੇ ਨਾਲ ਸਤਿਗੁਰੂ ਜੀ ਨੇ ਸ਼ਬਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸਾਨੂੰ। ਅਸੀਂ ਵੀ ਮਨ ਦੇ ਨਾਲ ਜੋੜ ਕੇ ਹੀ ਜਗਤ ਦੇ ਅਰਥ ਕਰੀਏ, ਕਿਉਂਕਿ ਇਸੇ ਵਿੱਚ ਸਾਡੀ ਇਸੇ ਨੂੰ ਹੀ ਜੇ ਅਸੀਂ ਮਨ ਦੇ ਨਾਲ ਜੋੜਾਂਗੇ ਨਾ, ਕਿਉਂਕਿ ਸ਼ਬਦ ਸਤਿਗੁਰੂ ਮਨ ਮੂਰਖ ਆਖ ਰਹੇ ਨੇ, ਤਾਂ ਇਹੀ ਸਮਝਾਂਗੇ ਵੀ ਅਸੀਂ ਸਤਿਗੁਰੂ ਅੱਗੇ ਆਪਣਾ ਸੀਸ ਭੇਟ ਕੀਤਾ ਹੋਇਆ। ਨਹੀਂ ਤਾਂ ਅਸੀਂ ਇਹਦਾ ਮਤਲਬ ਹੈ ਜੇ ਆਪਣੀ ਮਨ ਦੀ ਮੱਤ ਤਿਆਗੀ ਨਹੀਂ। ਸਤਿਗੁਰੂ ਜੀ ਮਨ ਮੂਰਖ ਨੂੰ ਇਹ ਸਮਝਾ ਰਹੇ ਨੇ ਕਿ ਤੇਰੀ ਜਿਹੜੀ ਅੰਦਰਲੀ ਜਗਤ ਦੀ ਪ੍ਰੀਤੀ ਮੈਨੂੰ ਝੂਠੀ ਦਿਖ ਰਹੀ ਹੈ, ਤੇ ਅਸੀਂ ਵੀ ਕੋਸ਼ਿਸ਼ ਕਰੀਏ ਆਪਣੀ ਮੱਤ ਤਿਆਗ ਕੇ ਸਤਿਗੁਰੂ ਜਿਵੇਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਮਨ ਮੂਰਖ ਦੇ ਨਾਲ ਜੋੜ ਕੇ ਹੀ ਜਗਤ ਝੂਠੀ ਦੇਖੀ ਪ੍ਰੀਤ ਦੇ ਅਰਥ ਕਰਨ ਦੀ ਕੋਸ਼ਿਸ਼ ਕਰੀਏ। ਇਹੀ ਸਤਿਗੁਰੂ ਜੀ ਨੂੰ ਸਹੀ ਮਾਣਿਆਂ ਵਿੱਚ ਸਿਰ ਅਰਪਣ ਕਰਨਾ ਹੋਏਗਾ। ਹਾਂਜੀ ਜੀ। ਸਤਬੀਰ ਵੀਰ ਜੀ। ਜੀ ਵੀਰ ਜੀ। ਵੀਰ ਜੀ ਸਮਾਂ ਹੋ ਗਿਆ, ਅਗਰ ਤੁਸੀਂ ਪਰਮਿਸ਼ਨ ਦਿਓ ਤੇ ਮੈਂ ਨੈਕਸਟ ਕੁਐਸਚਨ ਰੱਖ ਲਾਂ, ਨਹੀਂ ਤੇ ਕੱਲ ਵਾਸਤੇ ਰੱਖ ਲਈਏ ਵੀਰ ਜੀ। ਤੁਸੀਂ ਕੁਐਸਚਨ ਪੁੱਛ ਲਓ, ਉਸ ਦੇ ਬਾਅਦ ਸ਼ਬਦ ਤੇ ਮੈਂ ਸ਼ਬਦ ਦੀ ਸਕਰੀਨ ਪ੍ਰਦੀਪ ਜੀ ਨੇ ਸ਼ੇਅਰ ਕੀਤੀ ਵੀਰ ਜੀ। ਜੀ ਆਪਣਾ ਕੁਐਸਚਨ ਜਿਹੜਾ ਸੁਪਨੇ ਵਾਲਾ ਕਰੋ। ਸਤਬੀਰ ਵੀਰ ਜੀ। ਜੀ ਕੀ ਕਹਿ ਰਹੇ? ਯਾ ਵੀਰ ਜੀ ਕਿਸੇ ਨੇ ਪਤਾ ਨਹੀਂ ਸ਼ਾਇਦ ਆਡੀਓ ਔਨ ਕੀਤੀ ਸੀ, ਮੈਨੂੰ ਆਈਡੀਆ ਨਹੀਂ ਵੀਰ ਜੀ ਕਿਹਨਾਂ ਨੇ ਔਨ ਕੀਤੀ ਸੀ। ਮੈਂ ਗੁਰਵਿੰਦਰ ਜੀ ਨੂੰ ਬੋਲ ਰਿਹਾ ਤੇ ਜਿੱਦੇ ਵੀਰ ਜੀ ਤੁਸੀਂ ਆਪਣੇ ਸੁਪਨੇ ਵਾਲਾ ਕੁਐਸਚਨ ਨੂੰ ਲਓ, ਨਹੀਂ ਤਾਂ ਅਸੀਂ ਉਸੇ ਚੱਕਰਾਂ 'ਚ ਪਿਆ ਹੋਇਆ ਕਿ ਵੀਰ ਜੀ ਨੂੰ ਕਿਹੜਾ ਕੁਐਸਚਨ ਸੀ ਤੇ ਕੀ ਹੈਗਾ ਵੇ, ਉਹ ਵੀ ਸਾਡਾ ਮਨ ਖੋਲਾ ਹੋ ਜਾਵੇ। ਤਜਿੰਦਰ ਵੀਰ ਜੀ ਕਹਿ ਰਹੇ ਨੇ ਆਪਣਾ ਕੁਐਸਚਨ ਰੱਖ ਲਓ ਤੁਸੀਂ। ਵੀਰ ਜੀ ਮੈਂ ਸਕਰੀਨ ਤੇ ਸ਼ਬਦ ਸ਼ੇਅਰ ਕਰਤਾ ਹੈ ਵੀਰ ਜੀ ਨੇ, ਪ੍ਰਦੀਪ ਵੀਰ ਜੀ ਨੇ, ਕਿਉਂਕਿ ਮੈਨੂੰ ਥੋੜੀ ਜਿਹੀ ਕਨਫਿਊਜ਼ਨ ਸੀ ਕਿ ਅਗਰ ਅੱਜ ਹੋ ਸਕਦੀ ਵਿਚਾਰ ਤੇ ਠੀਕ ਹੈ, ਨਹੀਂ ਤੇ ਕੱਲ ਕਰ ਲਾਂਗੇ। ਮੈਂ ਥੋੜਾ ਜਿਹਾ ਦੋ ਵਿਚਾਰਾਂ ਚਾਹੁੰਦਾ ਸੀ, ਇੱਕ ਬਿੰਦਰੀ ਭੂਆ ਜੀ ਤੋਂ ਔਰ ਸੁਖਵਿੰਦਰ ਵੀਰ ਜੀ ਤੋਂ। ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈ ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀ ਜੇ। ਇਸ ਸ਼ਬਦ ਦੇ ਬਾਬਤ ਵੀਰ ਜੀ ਥੋੜੀ ਜਿਹੀ ਕਨਫਿਊਜ਼ਨ ਸੀ ਕਿ ਅਗਰ ਸਮਾਂ ਹੋਏ ਤੇ ਅੱਜ ਕਰ ਲਈਏ, ਨਹੀਂ ਤੇ ਵੀਰ ਜੀ ਕੱਲ ਜਿਵੇਂ ਪਰਮਿਸ਼ਨ ਹੋਏ। ਵੀਰ ਜੀ ਜਿਹੜੀ ਤੁਹਾਡੀ ਕਨਫਿਊਜ਼ਨ ਹੈ ਉਹ ਤੁਸੀਂ ਦੱਸ ਦਿਓ, ਆਪਾਂ ਕੱਲ ਗੱਲ ਸ਼ੇਅਰ ਕਰ ਲਾਂਗੇ। ਤੁਸੀਂ ਕਨਫਿਊਜ਼ਨ ਦੱਸ ਦਿਓ ਕੀ ਹੈ। ਵੀਰ ਜੀ ਇਹ ਕਨਫਿਊਜ਼ਨ ਹੋ ਰਹੀ ਕਿ ਅਗਰ ਇੱਕ ਤਰਫ ਗੁਰੂ ਸਾਹਿਬ ਕਹਿ ਰਹੇ ਨੇ ਕਿ ਗੁਣ ਹੈਗੇ ਨੇ ਤੇਰੇ ਵਿੱਚ, ਤੇ ਤੂੰ ਗੁਣਾਂ ਵਿੱਚ ਅਗਰ ਹੈਗਾ ਤੇ ਤੂੰ ਮੈਲੀ ਸਾਜਨਾ ਨਾਲ ਮਿਲਿਆ ਹੋਇਆ ਹੈ, ਫਿਰ ਅੱਗੇ ਕਹਿ ਰਹੇ ਨੇ ਪੈਰ ਪਟੰਬਰ ਕਰ ਅਡੰਬਰ ਆਪਣਾ ਪਿੰਡ ਮਿਲੀਏ। ਫਿਰ ਵੀਰ ਜੀ ਫਿਰ ਦੁਬਾਰਾ ਕਿਉਂ ਕਹਿ ਰਹੇ ਨੇ ਆਪਣਾ ਪਿੰਡ ਤੇ ਸ਼ਰੀਰ ਹੀ ਹੋ ਗਿਆ, ਫਿਰ ਦੁਬਾਰਾ ਕਿਉਂ ਕਹਿ ਰਹੇ ਨੇ ਮਿਲਣ ਵਾਸਤੇ? ਵੀਰ ਜੀ ਇਸ ਵਾਸਤੇ ਥੋੜੀ ਜਿਹੀ ਕਨਫਿਊਜ਼ਨ ਸੀਗੀ ਵੀਰ ਜੀ। ਆਪਾਂ ਕੱਲ ਗੱਲ ਕਰ ਲਾਂਗੇ ਵੀਰ ਜੀ, ਕੋਈ ਠੀਕ ਹੈ ਵੀਰ ਜੀ। ਰਾਈਟ ਵੀਰ ਜੀ, ਠੀਕ ਹੈ ਵੀਰ ਜੀ। ਵੀਰ ਜੀ I would like to end that ਜਿਹੜਾ ਜੋ ਵੀ ਸਵਾਲ ਰੱਖਣੇ ਪਏ ਹਨ, it is my suggestion
ਕਿ ਜੀ, ਜੀ। ਵੀ ਆਰ ਆਲ ਅਸੀਂ ਸਾਡਾ ਸਾਰਿਆਂ ਦਾ ਪਰਪਸ ਜਿਹੜਾ ਹੈ ਨਾ ਦੇਖੋ ਇਟ ਇਜ਼ ਟੂ ਅੰਡਰਸਟੈਂਡ ਗੁਰਬਾਣੀ ਮਚ ਬੈਟਰ ਵੇ ਤੇ ਰਾਦਰ ਦੈਨ ਸਪੌਂਟੇਨੀਅਸ ਆਨਸਰ ਕਰਨ ਦੀ ਥਾਂ ਤੇ ਨਾ ਇਟ ਇਜ਼ ਬੈਟਰ ਕਿ ਅੱਜ ਦੇਖੋ ਇਫ ਆਈ ਐਮ ਟਾਕਿੰਗ ਅਬਾਊਟ ਮਾਈਸੈਲਫ ਮੇਰੀ ਕੋਈ ਇਤਨੀ ਕੋਈ ਬਹੁਤ ਪੜ੍ਹਾਈ ਤੇ ਹੈ ਨਹੀਂ ਤੇ ਇਟ ਇਜ਼ ਜੇ ਸਵਾਲ ਇੱਕ ਦਿਨ ਪਹਿਲੇ ਕੀਤੇ ਜਾਣਗੇ ਨਾ ਤੇ ਦੇ ਕੈਨ ਬੀ ਪ੍ਰੀਪੇਅਰਡ ਇਟ ਅਲਟੀਮੇਟਲੀ ਇਟ ਇਜ਼ ਨਾਟ ਅ ਸ਼ੋ ਆਫ Agree. ਜਵਾਬ ਦਿੰਦਾ ਤੇ ਉਹਦਾ ਕੋਈ ਸ਼ੋ ਨਹੀਂ ਹੈ ਕਿ ਦੇਖੋ ਮੈਨੂੰ ਕਿਤਨੀ ਚੀਜ਼ਾਂ ਯਾਦ ਨੇ ਜਾਂ ਕਿਹੜੀਆਂ ਕਿਹੜੀਆਂ ਪੰਕਤੀਆਂ ਯਾਦ ਨੇ ਬਿਲਕੁਲ ਐਗਰੀ ਵਿਚ ਕਿਸकी ਕੋਈ ਵੀ ਸਵਾਲ ਜਦੋਂ ਕਰਨੇ ਪਿਆ ਨਾ ਅਸੀਂ ਤੇ ਆਈ ਥਿੰਕ ਬੈਟਰ ਵੇ ਵੁੱਡ ਬੀ ਕਿ ਇੱਕ ਦਿਨ ਪਹਿਲਾਂ ਸਵਾਲ ਕੀਤੇ ਜਾਣ ਜੋ ਕੱਲ ਸਵਾਲ ਕੀਤੇ ਗਏ ਸਨ ਸੋ ਦੈਟ ਉਹਦੇ ਪ੍ਰਥਾਈ ਗੁਰਬਾਣੀ ਅਲਟੀਮੇਟਲੀ ਜੋ ਚੇਂਜ ਲੈ ਕੇ ਆਈ ਕੋਈ ਗੁਰਬਾਣੀ ਲੈ ਕੇ ਆਏਗੀ Right. what I feel ਉਹ ਉਸ ਨਾਲੋਂ ਬੈਟਰ ਰਹੇਗਾ ਕਿ ਵੀ ਗੁਰਬਾਣੀ ਨਾਲੋਂ ਗੁਰਬਾਣੀ ਦੇ 2 4 5 ਪੰਕਤੀਆਂ ਸਾਨੂੰ ਉਹਦੇ ਬਾਰੇ ਕੀ ਕਹਿੰਦੀਆਂ ਨੇ ਜੇ ਉਹ Right. ਸਾਨੂੰ ਮਿਲ ਜਾਂਦੀਆਂ ਨਾ ਤੇ ਉਹਦੇ ਵਾਸਤੇ Perfect. ਮੇਰੀ ਸਮ ਟਾਈਮ ਠੀਕ ਹੈ ਵੀਰ ਜੀ, ਬਹੁਤ ਵਧੀਆ। परफेक्ट ਵੀਰ ਜੀ ਬਿਲਕੁਲ ਠੀਕ ਹੈ ਹਾਂਜੀ। ਵੀਰ ਜੀ ਮੈਂ ਅੱਜ ਵੀਰ ਜੀ ਵਿਚਾਰ ਰੱਖ ਲਈ ਹੈ ਤੁਹਾਡਾ ਸੁਜੈਸ਼ਨ ਬਹੁਤ ਅੱਛਾ ਹੈ ਵੀਰ ਜੀ ਕੁਐਸਚਨ ਮੈਂ ਰੱਖ ਲਿਆ ਕੱਲ ਇਸ ਤੇ ਅਗਰ ਪਰਮਿਸ਼ਨ ਹੈਗੀ ਤੇ ਪਹਿਲਾਂ ਇਹਦੇ ਤੇ ਵਿਚਾਰ ਕਰ ਲਾਂਗੇ ਵੀਰ ਜੀ ਕੁਐਸਚਨ ਆਨਸਰ ਵਿੱਚ ਜੀ ਵੀਰ ਇਸ ਜੀ ਤੋਂ ਇਲਾਵਾ ਵੀ ਕਿਸੇ ਹੋਰ ਦਾ ਵੀ ਕੋਈ ਸਵਾਲ ਹੋਏ ਬੇਸ਼ੱਕ ਅੱਜ ਪੁੱਛ ਲੈਣ ਤੇ ਕੱਲ Yeah. ਉਸ ਦੇ ਬਾਬਤ ਅਗਰ ਕੋਈ ਗੁਰਮਤ ਵੀਰ ਜੀ ਮੈਂ ਇੱਕ ਵਾਰੀ ਰਿਕਾਰਡਿੰਗ ਸ਼ਬਦ ਰੋਕ ਬਾਰੇ ਸਵਾਲ ਕਰਨਾ ਚਾਹੁੰਦੇ ਤੇ ਫਤਿਹ ਦੀ ਸਾਂਝ ਕਰਕੇ ਰਿਕਾਰਡਿੰਗ ਰੋਕ ਲਈਏ ਹਾਂਜੀ ਕਰ ਦੋ ਵੀਰ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ ਵਾਹਿਗੁਰੂ ਖਾਲਸਾ